ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਸੁਖਮਨੀ ਸਾਹਿਬ ਜੀ ਦੀ ਵਿਚਾਰ ਕਰ ਰਹੇ ਹਾਂ ਸਾਂਝੀ, ਔਰ ਸੁਖਮਨੀ ਸਾਹਿਬ ਰਾਹੀਂ ਜੀਵਨ ਜੁਗਤ ਸਮਝਣ ਦਾ ਯਤਨ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਯਾਨੀ ਜੋ ਪ੍ਰਭੂ ਦਾ ਹੁਕਮ ਹੈ ਉਹ ਸਾਰੇ ਸੁੱਖਾਂ ਦੀ ਮਣੀ ਹੈ, ਸਾਰੇ ਸੁੱਖਾਂ ਦਾ ਮੂਲ ਹੈ। ਔਰ ਜੋ ਰੱਬ ਦੇ ਪਿਆਰੇ ਨੇ ਉਹਨਾਂ ਦੇ ਮਨ ਦੇ ਅੰਦਰ ਪ੍ਰਭੂ ਦਾ ਹੁਕਮ ਵਸਦਾ ਹੈ, ਯਾਨੀ ਪ੍ਰਭੂ ਦੇ ਪਿਆਰੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਹਨ। ਇਹੀ ਉਹਨਾਂ ਦੇ ਜੀਵਨ ਦੀ ਖੁਸ਼ਹਾਲੀ ਦਾ ਰਾਜ ਹੈ। ਔਰ ਜੋ ਵੀ ਸੰਸਾਰ ਦਾ ਪ੍ਰਾਣੀ ਮਾਤਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਚਾਹੁੰਦਾ ਹੈ, ਉਹਨੂੰ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਆਓ ਅਗਲੀ ਵਿਚਾਰ ਅਸੀਂ ਵਿਚਾਰਨ ਦਾ ਯਤਨ ਕਰੀਏ। ਰੂਪ ਸਤ ਜਾ ਕਾ ਸਤ ਅਸਥਾਨ। ਸਤ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ, ਮੁਕੰਮਲ, ਜੋ ਅਧੂਰਾ ਨਹੀਂ, ਜੋ ਨਾ ਖੁੰਝਣ ਵਾਲਾ ਹੈ। ਜਿਸ ਪ੍ਰਭੂ ਦਾ ਰੂਪ ਔਰ ਟਿਕਾਣਾ ਥਿਰ ਰਹਿਣ ਵਾਲੇ ਨੇ, ਯਾਨੀ ਸदैव ਨੇ। ਪ੍ਰਭੂ ਦੀ ਜੋ ਹਸਤੀ ਹੈ, ਰੂਪ ਮੀਨਸ ਹਸਤੀ, ਉਹ ਸਦਾ ਹੈ, ਤੇ ਪ੍ਰਭੂ ਦਾ ਅਸਥਾਨ ਟਿਕਾਣਾ ਉਹ ਵੀ ਸਦਾ ਹੈ। ਸदैव ਹੈ ਯਾਨੀ ਰੱਬ ਸਦਾ ਹੈ, ਉਹਦਾ ਕਦੇ ਵੀ ਵਿਨਾਸ਼ ਨਹੀਂ ਹੋਣਾ, ਔਰ ਉਹ ਇੱਕ ਅਟਲ ਸੱਚਾਈ ਹੈ। ਤਾਂ ਇੱਥੋਂ ਸਾਨੂੰ ਜੀਵਨ ਦੇ ਵਾਸਤੇ ਇੱਕ ਸੇਧ ਮਿਲਦੀ ਹੈ ਕਿ ਅਸੀਂ ਸੱਚ ਦੇ ਨਾਲ ਜੁੜਨਾ ਹੈ। ਜੋ ਸੱਚ ਦੇ ਨਾਲ ਜੁੜੇਗਾ ਉਹ ਟਿਕਾਵ ਦੇ ਵਿੱਚ ਪਹੁੰਚੇਗਾ, ਪ੍ਰਭੂ ਦੇ ਅੰਦਰ ਅਪੇਧ ਹੋ ਕੇ ਰੱਬ ਦਾ ਰੂਪ ਹੋਏਗਾ, ਔਰ ਉਹ ਵੀ ਕਦੇ ਆਤਮਕ ਮੌਤੇ ਨਹੀਂ ਮਰੇਗਾ। ਪੁਰਖ ਸੱਤ ਕੇਵਲ ਪ੍ਰਧਾਨ। ਪ੍ਰਧਾਨ ਦਾ ਮਤਲਬ ਮੰਨਿਆ ਪਰਮੰਨਿਆ, ਸਾਰਿਆਂ ਦੇ ਸਿਰ ਦੇ ਉੱਤੇ। ਪੁਰਖ ਦਾ ਮਤਲਬ ਰਮਿਆ ਹੋਇਆ, ਸਰਬ ਵਿਆਪਕ। ਕੇਵਲ ਉਹ ਸਰਬ ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ। ਪ੍ਰਧਾਨ ਦਾ ਮਤਲਬ ਮੰਨਿਆ ਪਰਮੰਨਿਆ, ਸਾਰਿਆਂ ਦੇ ਸਿਰ ਦਾ ਰਾਖਾ, ਸਭ ਦਾ ਰਾਖਾ ਹੈ, ਸਭ ਤੋਂ ਮਹਾਨ ਹੈ, ਔਰ ਸਰਬ ਵਿਆਪਕ ਹੈ ਅਤੇ ਸदैव ਹੈ। ਤਾਂ ਸਾਨੂੰ ਇੱਥੇ ਵੀ ਸਮਝ ਪੈਂਦੀ ਹੈ ਕਿ ਰੱਬ ਸदैव ਹੈ, ਰਮਿਆ ਹੋਇਆ ਹੈ, ਤਾਂ ਸਾਰਿਆਂ ਦੇ ਅੰਦਰ ਅਸੀਂ ਹਰ ਥਾਂ ਤੇ ਉਸ ਪ੍ਰਭੂ ਨੂੰ ਵੇਖਣਾ ਹੈ, ਉਹਦੇ ਗੁਣਾਂ ਨੂੰ ਵੇਖਣਾ ਹੈ, ਉਹਦੀ ਰਜ਼ਾ ਵਿੱਚ ਚੱਲਣਾ ਹੈ, ਤੇ ਉਹ ਸਾਡੇ ਸਾਰਿਆਂ ਦੇ ਸਿਰ ਤੇ ਹੈ। ਭਾਵ ਕਿ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਹੈ, ਔਰ ਰੱਬੀ ਰਜ਼ਾ ਔਰ ਰੱਬੀ ਗੁਣਾਂ ਦੀ ਅਗਵਾਈ ਦੇ ਅੰਦਰ ਅਸਾਂ ਜ਼ਿੰਦਗੀ ਗੁਜ਼ਾਰਨੀ ਹੈ। ਕਰਤੂਤ ਸਤ, ਸਤ ਜਾ ਕੀ ਬਾਣੀ। ਕਰਤੂਤ ਦਾ ਮਤਲਬ ਹੈ ਕੰਮ, ਸਤ ਦਾ ਮਤਲਬ ਸੱਚੇ, ਬਾਣੀ ਦਾ ਮਤਲਬ ਜੋ ਜੀਵਾਂ ਦੇ ਬੋਲ ਬਾਣੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਦਾ ਸਦਾ ਅਟਲ ਅਕਾਲ ਪੁਰਖ ਦੀ ਕਰਤੂਤ ਸਤ, ਜਿਸ ਦੇ ਕਰਮ ਹਮੇਸ਼ਾ ਸੱਚੇ ਨੇ। ਸਤ ਜਾ ਕੀ ਬਾਣੀ, ਜਿਸ ਦੀ ਬਾਣੀ ਔਰ ਜਿਸ ਦੇ ਬੋਲ, ਜਿਸ ਦਾ ਹੁਕਮ ਸਦਾ ਵਾਸਤੇ ਸੱਚਾ ਹੈ। ਸਤ ਪੁਰਖ ਸਭ ਮਹਿ ਸਮਾਣੀ। ਉਹ ਸੱਚਾ ਸਾਹਿਬ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ। ਸਮਾਣੀ ਦਾ ਮਤਲਬ ਸਮਾਇਆ ਹੋਇਆ ਹੈ। ਸਤ ਦਾ ਮਤਲਬ ਸदैव, ਪੁਰਖ ਦਾ ਮਤਲਬ ਰਮਿਆ ਹੋਇਆ, ਸਭ ਮਹਿ ਦਾ ਮਤਲਬ ਸਾਰਿਆਂ ਦੇ ਅੰਦਰ। ਉਹ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਕੌਣ? ਜਿਹਦੇ ਕਰਮ ਸੱਚੇ ਨੇ, ਔਰ ਜਿਸ ਦੀ ਬਾਣੀ, ਜਿਸ ਦਾ ਬੋਲ, ਜਿਸ ਦਾ ਹੁਕਮ ਸੱਚਾ ਹੈ, ਉਹ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਹੁਣ ਦੇਖੋ, ਰੱਬ ਦੀ ਬਾਣੀ ਸੱਚੀ ਹੈ, ਰੱਬ ਦੇ ਕਰਮ ਸੱਚੇ ਨੇ, ਸਰਬ ਵਿਆਪਕ ਹੈ, ਤੇ ਉਹ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਹੁਣ ਇੱਥੋਂ ਸਾਨੂੰ ਜੀਣ ਵਾਸਤੇ ਕੀ ਮਿਲ ਰਿਹਾ ਹੈ ਕਿ ਜਿਸ ਦੀ ਬਾਣੀ, ਜਿਸ ਦਾ ਹੁਕਮ, ਜਿਸ ਦੇ ਕਰਮ ਸੱਚੇ ਨੇ, ਉਹ ਸਦਾ ਸੱਚਾ ਪ੍ਰਭੂ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ, ਹੋਰ ਮਨੁੱਖ ਮਾਤਰ ਦੇ ਅੰਦਰ ਵੀ। ਤਾਂ ਇਥੋਂ ਸਾਨੂੰ ਜੀਵਨ ਵਾਸਤੇ ਕੀ ਮਿਲੇਗਾ, ਸਾਡੇ ਲਈ ਇਥੋਂ ਕੀ ਅਸੂਲ ਨਿਕਲੇਗਾ?
ਕਿ ਜੋ ਚੰਗੇ ਕਰਮਾਂ ਦਾ ਮਾਲਕ, ਚੰਗੇ ਗੁਣ ਨੇ, ਉਹ ਸਾਡੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਸਾਡੇ ਅੰਦਰ ਸਾਰੇ ਗੁਣ ਮੌਜੂਦ ਨੇ। ਇਹਦਾ ਮਤਲਬ ਕਿ ਅਸੀਂ ਚੰਗੇ ਕਰਮ ਕਰ ਸਕਦੇ ਹਾਂ, ਚੰਗੇ ਗੁਣਾਂ ਨੂੰ ਅਸੀਂ ਅਪਣਾ ਸਕਦੇ ਹਾਂ, ਕਿਉਂਕਿ ਉਹ ਸਾਡੇ ਅੰਦਰ ਸਮਾਏ ਹੋਏ ਨੇ। ਸਾਡੇ ਕਰਮ ਵੀ ਸੱਚੇ ਹੋ ਸਕਦੇ ਨੇ, ਕਿਉਂਕਿ ਅਸੀਂ ਉਸ ਪ੍ਰਭੂ ਦੇ ਰੂਪ ਹਾਂ। ਇਹ ਸਾਡੇ ਅੰਦਰ ਪੋਸੀਬਿਲਿਟੀ ਹੈ, ਕਿਉਂਕਿ ਸੱਚੇ ਕਰਮਾਂ ਵਾਲਾ, ਸੱਚੀ ਬੋਲਬਾਣੀ, ਸੱਚੇ ਹੁਕਮਾਂ ਦਾ ਮਾਲਕ, ਜੋ ਸਰਬ ਵਿਆਪਕ ਹੈ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਇਹਦਾ ਮਤਲਬ ਚੰਗੇ ਕੰਮ, ਚੰਗੇ ਬੋਲ, ਚੰਗਾ ਆਚਾਰ ਵਿਹਾਰ, ਇਹ ਸਮਰੱਥਾ ਸਾਰਿਆਂ ਦੇ ਅੰਦਰ ਮੌਜੂਦ ਹੈ। ਤਾਂ ਜ਼ਰੂਰਤ ਹੈ ਅਸੀਂ ਇਹਨਾਂ ਗੁਣਾਂ ਨੂੰ ਵਰਤੋਂ ਦੇ ਵਿੱਚ ਲਿਆਵੀਏ, ਜਿਸ ਕਰਕੇ ਅਸੀਂ ਆਪਣੇ ਜੀਵਨ ਦਾ ਲਾਭ ਲੈ ਸਕੀਏ। ਸਤ ਕਰਮ ਜਾ ਕੀ ਰਚਨਾ ਸਤ। ਹੁਣ ਕਰਮ ਦੇ ਦੋ ਅਰਥ ਨੇ। ਜਦੋਂ ਇਹ ਕਰਮ ਸ਼ਬਦ ਫਾਰਸੀ ਦਾ ਹੋਵੇ ਤਾਂ ਉਦੋਂ ਇਹਦਾ ਮਤਲਬ ਹੁੰਦਾ ਹੈ ਕਿਰਪਾ, ਤੇ ਕਰਮ ਸ਼ਬਦ ਹਿੰਦੀ ਦਾ ਜਾਂ ਪੰਜਾਬੀ ਦਾ ਹੋਵੇ ਤਾਂ ਉਹਦਾ ਮਤਲਬ ਹੁੰਦਾ ਹੈ ਕੰਮ। ਇੱਥੇ ਵਿਦਵਾਨ ਪੁਰਸ਼ਾਂ ਨੇ ਅਰਥ ਵੀ ਦੋ ਤਰ੍ਹਾਂ ਕੀਤੇ ਹਨ ਕਿ ਉਸ ਪ੍ਰਭੂ ਦੀ ਬਖਸ਼ਿਸ਼ ਸੱਚੀ ਹੈ ਔਰ ਉਹਦੀ ਰਚਨਾ ਸੱਚੀ ਹੈ। ਦੂਜੇ ਅਰਥ ਕੀਤੇ ਨੇ ਕਿ ਉਸ ਪ੍ਰਭੂ ਦੇ ਜੋ ਕਰਮ ਨੇ ਉਹ ਸੱਚੇ ਨੇ ਔਰ ਉਹਦੀ ਜੋ ਰਚਨਾ ਹੈ ਉਹ ਸੱਚੀ ਹੈ। ਇਹਦਾ ਮਤਲਬ ਕੁੱਲ ਮਿਲਾ ਕੇ ਕਿ ਪ੍ਰਭੂ ਦੀ ਜੋ ਰਚਨਾ ਹੈ ਉਹ ਅਮੁੱਲਕ ਹੈ, ਮੁਕੰਮਲ ਹੈ, ਉਹਦੇ ਵਿੱਚ ਕੁਝ ਅਧੂਰਾਪਨ ਨਹੀਂ ਹੈ। ਜਦੋਂ ਅਸੀਂ ਪੂਰੇ ਬ੍ਰਹਿਮੰਡ ਨੂੰ ਦੇਖਦੇ ਹਾਂ ਤਾਂ ਇਹਦੇ ਅੰਦਰ ਕੋਈ ਉਕਾਈ ਨਹੀਂ ਹੈ, ਕਿਸੇ ਨੇਮ ਦੇ ਅੰਦਰ ਕੋਈ ਉਕਾਈ ਨਹੀਂ, ਪਰਿਪੂਰਨ ਹੈ, ਮੁਕੰਮਲ ਹੈ। ਤੇ ਰੱਬ ਦੀ ਬਖਸ਼ਿਸ਼ ਜਾਂ ਰੱਬ ਦੇ ਜੋ ਕਰਮ ਨੇ ਉਹ ਸੱਚੇ ਨੇ। ਦੇਖੋ, ਅਸੀਂ ਵੀ ਕੰਮ ਕਰਦੇ ਹਾਂ ਔਰ ਰੱਬ ਵੀ ਕੰਮ ਕਰ ਰਿਹਾ ਹੈ। ਸਾਡੇ ਕਰਮ ਬੰਧਨ ਬਣ ਜਾਂਦੇ ਨੇ ਔਰ ਰੱਬ ਦੇ ਕਰਮ ਕਿਰਪਾ ਬਣ ਜਾਂਦੀ। ਫਰਕ ਕੀ ਹੈ? ਫਰਕ ਅਸੀਂ ਜਦੋਂ ਥੋੜਾ ਜਿਹਾ ਗਹੁ ਦੇ ਨਾਲ ਦੇਖਾਂਗੇ ਤਾਂ ਫਰਕ ਇੰਨਾ ਪੈ ਜਾਏਗਾ, ਰੱਬ ਵੀ ਕੰਮ ਕਰ ਰਿਹਾ ਹੈ ਔਰ ਬੰਦਾ ਵੀ ਕੰਮ ਕਰ ਰਿਹਾ ਹੈ। ਰੱਬ ਨੇ ਪਾਣੀ ਪੈਦਾ ਕੀਤਾ, ਕੰਮ ਹੈ ਨਾ, ਇੱਕ ਕਰਤਾ ਹੈ ਰੱਬ, ਕੰਮ ਪਾਣੀ ਪੈਦਾ ਕੀਤਾ। ਰੱਬ ਨੇ ਸਾਨੂੰ ਅੱਖਾਂ ਦਿੱਤੀਆਂ, ਰੱਬ ਨੇ ਸਾਨੂੰ ਸ੍ਰਿਸ਼ਟੀ ਦਿੱਤੀ, ਸਰੀਰ ਦਿੱਤਾ, ਹੱਥ ਪੈਰ ਦਿੱਤੇ, ਮਾਂ ਬਾਪ, ਭੈਣ ਭਰਾ, ਜੋ ਵੀ ਆ ਸਾਰਾ ਕੁਛ ਹੈ, ਇਹ ਕੰਮ ਰਚਨਾ ਰਚੀ ਰੱਬ ਨੇ। ਲੇਕਿਨ ਇਹਦਾ ਕੋਈ ਮੁੱਲ ਨਹੀਂ ਮੰਗਿਆ। ਰੱਬ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਹਵਾ ਪੈਦਾ ਕੀਤੀ ਹੈ, ਤੁਸੀਂ ਸਵਾਸ ਲੈ ਰਹੇ ਹੋ ਤੇ ਮੁੱਲ ਦਿਓ, ਕੀਮਤ ਦਿਓ। ਪਾਣੀ ਪੈਦਾ ਕੀਤਾ ਹੈ, ਤੁਸੀਂ ਪਾਣੀ ਨੂੰ ਵਰਤ ਰਹੇ ਹੋ, ਪਾਣੀ ਕਰਕੇ ਤੁਹਾਡੀ ਜ਼ਿੰਦਗੀ ਹੈ, ਪਾਣੀ ਦੀ ਕੀਮਤ ਦਿਓ। ਰੱਬ ਨੇ ਕੀਮਤ ਨਹੀਂ ਮੰਗੀ। ਤੇ ਰੱਬ ਦੇ ਪੈਦਾ ਕੀਤੇ ਪਾਣੀ ਨੂੰ ਇੱਕ ਬੰਦੇ ਨੇ ਪਾਈਪ ਲਗਾ ਕੇ ਸਾਡੇ ਘਰ ਤੱਕ ਪਹੁੰਚਾਇਆ। ਅਸੀਂ ਉਹਦਾ ਧੰਨਵਾਦ ਕੀਤਾ। ਧੰਨਵਾਦ ਕਰਨਾ ਵੀ ਬਣਦਾ ਹੈ। ਤੇ ਉਸ ਬੰਦੇ ਨੇ ਕੇਵਲ ਧੰਨਵਾਦ ਨਾਲ ਕੰਮ ਨਹੀਂ ਚੱਲਿਆ, ਉਸਨੇ ਪਾਣੀ ਪਹੁੰਚਾਇਆ ਤੇ ਨਾਲ ਮੀਟਰ ਵੀ ਲਗਾਇਆ ਤੇ ਮਹੀਨੇ ਬਾਅਦ ਬਿੱਲ ਵੀ ਭੇਜਿਆ। ਉਹਨੇ ਬਿੱਲ ਵੀ ਲਿਆ, ਕੀਮਤ ਵੀ ਲਈ, ਅਸੀਂ ਉਹਦਾ ਧੰਨਵਾਦ ਵੀ ਕੀਤਾ। ਪਰ ਜਿਸ ਕੁਦਰਤ ਵਿੱਚੋਂ, ਰੱਬੀ ਨਿਯਮਾਂ ਚੋਂ ਪਾਣੀ ਫ੍ਰੀ ਮਿਲਿਆ, ਅਸੀਂ ਕਦੀ ਪ੍ਰਭੂ ਦਾ ਧੰਨਵਾਦ ਨਹੀਂ ਕੀਤਾ। ਅਸੀਂ ਆਪਣੇ ਕੀਤੇ ਕਰਮਾਂ ਦਾ ਮੁੱਲ ਮੰਗਿਆ। ਰੱਬ ਨੇ ਸਾਨੂੰ ਅੱਖਾਂ ਦਿੱਤੀਆਂ, ਅਸੀਂ 30, 40, 50 ਸਾਲ ਤੱਕ ਇਹਨਾਂ ਅੱਖਾਂ ਦੇ ਨਾਲ ਇਸ ਸੰਸਾਰ ਨੂੰ ਵੇਖਿਆ, ਪਰ ਕਦੇ ਅਸੀਂ ਰੱਬ ਦਾ ਧੰਨਵਾਦ ਨਹੀਂ ਕੀਤਾ ਕਿ ਹੇ ਪ੍ਰਭੂ, ਤੂੰ ਇਹ ਅੱਖਾਂ ਦਿੱਤੀਆਂ ਨੇ। ਔਰ ਫਿਰ ਇਹਨਾਂ ਨੂੰ ਸੰਭਾਲਣ ਦਾ ਵੀ ਕੋਈ ਬਹੁਤਾ ਯਤਨ ਨਹੀਂ ਕੀਤਾ ਕਿ ਅਸੀਂ ਅੱਖਾਂ ਦੀ ਸੰਭਾਲ ਕਰੀਏ, ਟੀਵੀ ਵਗੈਰਾ ਜਾਂ ਫੇਸਬੁੱਕ, ਵਟਸਐਪ ਵਗੈਰਾ ਇਹਨਾਂ ਨੂੰ ਘੱਟ ਚਲਾਈਏ, ਜਾਂ ਥੋੜਾ ਪਾਣੀ ਦੇ ਛਿੱਟੇ ਮਾਰੀਏ, ਜਾਂ ਅਸੀਂ ਅੱਖਾਂ ਦਾ ਖਿਆਲ ਖਾਸ ਰੱਖੀਏ, ਔਰ ਨਾ ਹੀ ਅਸੀਂ ਕਦੇ ਧੰਨਵਾਦ ਕੀਤਾ। ਲੇਕਿਨ 30, 40, 50 ਸਾਲ ਬਾਅਦ ਸਾਨੂੰ ਕੁਛ ਝੋਲਾ ਜਿਹਾ ਦਿਸਣਾ ਸ਼ੁਰੂ ਹੋ ਗਿਆ। ਇੱਕ ਦੀਆਂ ਦੋ ਚੀਜ਼ਾਂ ਦਿਸਣੀਆਂ ਲੱਗ ਗਈਆਂ, ਦੂਰ ਦੀਆਂ ਚੀਜ਼ਾਂ ਜਾਂ ਨੇੜੇ ਦੀਆਂ ਦਿਸਣੀਆਂ ਥੋੜੀਆਂ ਘੱਟ ਹੋਈਆਂ। ਅਸੀਂ ਡਾਕਟਰ ਵੀਰ ਦੇ ਕੋਲ ਗਏ ਤੇ ਡਾਕਟਰ ਵੀਰ ਨੇ ਸਾਨੂੰ ਚੈੱਕਅਪ ਕੀਤਾ ਤੇ ਕਿਹਾ ਵੀ ਤੁਹਾਡੀਆਂ ਅੱਖਾਂ ਵਾਸਤੇ ਇਹ ਦਵਾਈ ਹੈ ਤੇ ਨਿਰੀ ਦਵਾਈ ਨਾਲ ਕੰਮ ਨਹੀਂ ਚੱਲਣਾ, ਹੁਣ ਤੁਹਾਨੂੰ ਚਸ਼ਮਾ ਲਗਾਉਣਾ ਪੈਣਾ ਹੈ। ਜਿੰਨਾ ਵੀ ਕਿਸੇ ਦਾ ਨੰਬਰ ਹੈ, ਪਲੱਸ ਜਾਂ ਮਾਈਨਸ। ਅਸੀਂ ਡਾਕਟਰ ਦਾ ਧੰਨਵਾਦ ਕੀਤਾ ਤੇ ਨਾਲ ਉਹਨੇ ਚੈੱਕ ਕਰਕੇ ਬਿੱਲ ਵੀ ਦਿੱਤਾ, ਪੈਸੇ ਵੀ ਦਿੱਤੇ।
ਅਸੀਂ ਪੈਸੇ ਵੀ ਦਿੱਤੇ, ਧੰਨਵਾਦ ਵੀ ਕੀਤਾ। ਕਰਨਾ ਵੀ ਚਾਹੀਦਾ ਹੈ, ਪੈਸੇ ਦੇਣੇ ਵੀ ਚਾਹੀਦੇ ਨੇ। ਇਹ ਨਹੀਂ ਕਿ ਸਾਰਾ ਕੁਝ ਫ੍ਰੀ ਵਿੱਚ ਨਹੀਂ ਚੱਲਣਾ, ਲੇਕਿਨ ਰੱਬ ਦਾ ਅਸੀਂ ਕਦੇ ਧੰਨਵਾਦ ਨਹੀਂ ਕੀਤਾ। ਬਸ ਇੰਨਾ ਕੀ ਫਰਕ ਹੈ ਕਿ ਰੱਬ ਦਾ ਹਰ ਕੰਮ ਕਿਰਪਾ ਬਣ ਜਾਂਦਾ ਹੈ, ਕਿਉਂਕਿ ਉਹਨੇ ਕੰਮ ਕੀਤਾ ਹੈ, ਪਰ ਉਹਦੇ ਇਵਜ਼ਾਨੇ ਵਜੋਂ ਸਾਡੇ ਤੋਂ ਕੁਝ ਮੰਗਿਆ ਨਹੀਂ, ਪਿਆਰ ਦੇ ਨਾਲ ਦਿੱਤਾ ਹੈ, ਸਭ ਨੂੰ ਬਰਾਬਰ ਦਿੱਤਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਜੋ ਕੰਮ ਨੇ, ਕਰਮ ਮੀਨਸ ਕਰਮ, ਕਿਰਪਾ, ਕੰਮ ਜਿਹੜੇ ਨੇ ਉਹ ਮੁਕੰਮਲ ਨੇ, ਪੂਰੇ ਨੇ, ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ, ਕੋਈ ਉਕਾਈ ਨਹੀਂ ਹੈ। ਰੱਬ ਦੀ ਰਚਨਾ ਦੇ ਅੰਦਰ ਵੀ ਕੋਈ ਉਕਾਈ ਨਹੀਂ ਹੈ, ਉਹ ਸੱਚੀ ਹੈ। ਤਾਂ ਇਥੋਂ ਸਾਨੂੰ ਜੀਣ ਵਾਸਤੇ ਕੀ ਮਿਲਦਾ ਹੈ? ਸਾਡੀ ਜ਼ਿੰਦਗੀ ਵਾਸਤੇ ਇਥੋਂ ਅਸੂਲ ਕੀ ਨਿਕਲੇਗਾ? ਸਾਡੇ ਵਾਸਤੇ ਅਸੂਲ ਇਹ ਨਿਕਲੇਗਾ ਕਿ ਅਸੀਂ ਵੀ ਸੱਚ ਦੇ ਨਾਲ ਜੁੜਨਾ ਹੈ। ਸਾਡੀ ਜ਼ਿੰਦਗੀ ਉਕਾਈ ਰਹਿਤ ਹੋ ਸਕਦੀ ਹੈ। ਜੋ ਸਾਡੀਆਂ ਗਲਤੀਆਂ ਭੁੱਲਾਂ ਨੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਹੈ, ਉਹਨਾਂ ਤੋਂ ਸਿੱਖਿਆ ਜਾ ਸਕਦਾ ਹੈ। ਅਸੀਂ ਆਪਣੀਆਂ ਗਲਤੀਆਂ ਤੋਂ ਵੀ ਸਿੱਖ ਸਕਦੇ ਹਾਂ, ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖ ਸਕਦੇ ਹਾਂ, ਔਰ ਆਪਣੇ ਜੀਵਨ ਨੂੰ ਉਕਾਈ ਰਹਿਤ ਕਰਨ ਦਾ ਯਤਨ ਕਰਨਾ ਹੈ। ਸੱਚੇ ਕਰਮ ਕਰਨੇ ਨੇ ਔਰ ਕਿਸੇ ਦੀ ਹੈਲਪ ਕਰਨੀ ਹੈ, ਜਾਂ ਜੋ ਵੀ ਨਿਸਵਾਰਥ ਭਾਵਨਾਵਾਂ ਦੇ ਨਾਲ ਅਸੀਂ ਕਰ ਸਕਦੇ ਹਾਂ। ਮੂਲ ਸੱਤ, ਸਤ ਉਤਪਤ। ਹੁਣ ਗੁਰੂ ਸਾਹਿਬ ਕਹਿੰਦੇ ਨੇ ਮੂਲ ਦਾ ਮਤਲਬ ਜੋ ਸਭ ਦਾ ਮੁੱਢ ਹੈ। ਸਭ ਦਾ ਮੁੱਢ ਜੋ ਮੂਲ ਹੈ ਉਹ ਸਤ ਹੈ, ਸਦਾ ਥਿਰ ਹੈ, ਨਾਸ਼ ਹੋਣ ਵਾਲਾ ਨਹੀਂ। ਸਤ ਉਤਪਤ, ਤੇ ਜਦੋਂ ਮੂਲ ਸਤ ਹੈ ਤਾਂ ਉਸ ਸਤ ਤੋਂ ਜੋ ਉਤਪਤੀ ਹੋਈ ਹੈ, ਜੋ ਉਹਦੀ ਪੈਦਾਇਸ਼ ਹੈ, ਉਹ ਵੀ ਮੁਕੰਮਲ ਹੈ। ਉਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਨਾ ਰੱਬ ਦੇ ਵਿੱਚ ਅਧੂਰਾਪਨ ਹੈ, ਨਾ ਇਸ ਸੰਸਾਰ ਦੇ ਅੰਦਰ ਅਧੂਰਾਪਨ ਹੈ। ਜਦੋਂ ਅਸੀਂ ਸਮਗਰਤਾ ਨੂੰ ਵੇਖਾਂਗੇ ਤਾਂ ਇਹ ਸਾਰੀ ਸਮਗਰਤਾ ਦੇ ਅੰਦਰ ਸਭ ਕੁਝ ਪਰਿਪੂਰਨ ਹੈ। ਇਸ ਬ੍ਰਹਿਮੰਡ ਦੇ ਅੰਦਰ ਜਿੱਥੇ ਵੀ ਜੋ ਵੀ ਹੈ, ਸਭ ਕੁਝ ਪਰਿਪੂਰਨ ਹੈ। ਇੱਥੇ ਕੁਝ ਵੀ ਅਧੂਰਾਪਨ ਨਹੀਂ ਹੈ। ਤਾਂ ਹੁਣ ਸਾਨੂੰ ਇੱਥੋਂ ਕੀ ਚੀਜ਼ ਮਿਲੇਗੀ ਜ਼ਿੰਦਗੀ ਲਈ ਜੋ ਸਾਡੇ ਵਾਸਤੇ ਸੁੱਖ ਪੈਦਾ ਕਰੇਗੀ? ਕਿਉਂਕਿ ਪ੍ਰਭੂ ਸਾਰੇ ਜਗਤ ਦਾ ਮੂਲ, ਉਹ ਸਤ ਹੈ, ਸੱਚਾ ਹੈ, ਉਕਾਈ ਤੋਂ ਰਹਿਤ ਹੈ। ਉਹਦੀ ਸਾਰੀ ਰਚਨਾ ਉਕਾਈ ਤੋਂ ਰਹਿਤ ਹੈ। ਤਾਂ ਸਾਨੂੰ ਇਥੋਂ ਜੀਵਨ ਵਾਸਤੇ ਕੀ ਸਿਧਾਂਤ ਮਿਲੇਗਾ? ਸਾਨੂੰ ਇੱਕ ਤਾਂ ਸੰਤੁਸ਼ਟੀ ਮਿਲੇਗੀ, ਇੱਕ ਸਾਨੂੰ ਇਹ ਪਤਾ ਲੱਗੇਗਾ ਕਿ ਸਾਰਾ ਸੰਸਾਰ ਮੁਕੰਮਲ ਹੈ, ਪੂਰਨ ਹੈ, ਇੱਥੇ ਕੁਝ ਵੀ ਅਧੂਰਾ ਨਹੀਂ ਹੈ। ਫਿਰ ਸਾਨੂੰ ਇਥੋਂ ਸੰਤੁਸ਼ਟੀ ਮਿਲੇਗੀ ਕਿ ਜੈਸਾ ਮੈਂ ਹਾਂ, ਮੈਂ ਆਪਣੇ ਆਪ ਤੋਂ ਸੰਤੁਸ਼ਟ ਹਾਂ। ਦੇ ਅੰਦਰ ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ, ਕਿਉਂਕਿ ਮੇਰੇ ਵਰਗਾ ਕੋਈ ਹੋਰ ਹੈ ਨਹੀਂ, ਤੁਹਾਡੇ ਵਰਗਾ ਕੋਈ ਹੋਰ ਹੈ ਨਹੀਂ। ਰੱਬ ਨੇ, ਕੁਦਰਤ ਨੇ ਕਿਸੇ ਨੂੰ ਵੀ ਕਿਸੇ ਵਰਗਾ ਨਹੀਂ ਬਣਾਇਆ। ਇੱਥੇ ਸਭ ਦੇ ਫਿੰਗਰਪ੍ਰਿੰਟ ਵੱਖਰੇ ਨੇ, ਅਕਲ ਵੱਖਰੀ, ਸ਼ਕਲ ਵੱਖਰੀ, ਸੋਚ ਵੱਖਰੀ, ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ ਹੈ। ਤਾਂ ਸਾਨੂੰ ਇੱਥੋਂ ਖੁਸ਼ੀ ਵੀ ਮਿਲੇਗੀ, ਸੰਤੁਸ਼ਟੀ ਵੀ ਮਿਲੇਗੀ, ਔਰ ਅਸੀਂ ਸੱਚ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਮੁਕੰਮਲ ਕਰਨ ਦਾ ਯਤਨ ਵੀ ਕਰਾਂਗੇ। ਸਤ ਕਰਨੀ ਨਿਰਮਲ ਨਿਰਮਲੀ। ਨਿਰਮਲ ਨਿਰਮਲੀ ਦਾ ਮਤਲਬ ਨਿਰਮਲ ਤੋਂ ਨਿਰਮਲ, ਮਹਾ ਪਵਿੱਤਰ। ਕਰਨੀ ਦਾ ਮਤਲਬ ਕੰਮ, ਰਜਾ, ਯਾਨੀ ਜੋ ਪ੍ਰਭੂ ਦੀ ਰਜਾ ਹੈ ਮਹਾਨ ਪਵਿੱਤਰ ਹੈ। ਉਹਦੀ ਜੋ ਹਰ ਕਰਨੀ ਹੈ ਉਹ ਪਵਿੱਤਰ ਹੈ, ਬਿਲਕੁਲ ਪਵਿੱਤਰ ਹੈ। ਉਸ ਦੇ ਅੰਦਰ ਕੁਝ ਮੈਲਾਪਨ ਨਹੀਂ, ਉਹਦੇ ਅੰਦਰ ਕੋਈ ਦੋਸ਼ ਨਹੀਂ। ਰੱਬ ਦੀ ਜੋ ਕਰਨੀ ਹੈ, ਜੋ ਉਹਦੀ ਰਜਾ ਹੈ, ਪਵਿੱਤਰ ਤੋਂ ਪਵਿੱਤਰ ਹੈ। ਹੁਣ ਇਥੋਂ ਸਾਨੂੰ ਕੀ ਸੋਚਣ ਵਾਸਤੇ, ਸਾਡੇ ਵਾਸਤੇ ਕੀ ਮਿਲੇਗਾ? ਕਿਉਂਕਿ ਰੱਬ ਦੀ ਕਰਨੀ ਪਵਿੱਤਰ ਹੈ, ਰੱਬ ਦੇ ਅੰਦਰ ਕੋਈ ਮੈਲ ਨਹੀਂ, ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ। ਉਹ ਪਵਿੱਤਰ ਤੋਂ ਪਵਿੱਤਰ ਹੈ, ਉਹਦਾ ਹਰ ਕੰਮ ਪਵਿੱਤਰ ਹੈ। ਤਾਂ ਸਾਨੂੰ ਇਥੋਂ ਕਿਹੜਾ ਗੁਣ ਜਾਂ ਕਿਹੜਾ ਅਸੂਲ ਮਿਲੇਗਾ ਜ਼ਿੰਦਗੀ ਜੀਣ ਲਈ, ਜੋ ਸਾਡੀ ਜ਼ਿੰਦਗੀ ਅੰਦਰ ਸੁੱਖ ਪੈਦਾ ਕਰੇਗਾ? ਪਹਿਲੀ ਗੱਲ ਤਾਂ ਇਹ ਕਿ ਸਾਡੇ ਅੰਦਰ ਵੀ ਨਿਰਮਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਅਸੀਂ ਉਹਦਾ ਰੂਪ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ। ਤਾਂ ਰੱਬ ਨੇ ਸਾਡੇ ਅੰਦਰ ਵੀ ਕੋਈ ਦੋਸ਼ ਨਹੀਂ ਪਾਇਆ, ਸਾਨੂੰ ਮੁਕੰਮਲ ਬਣਾਇਆ ਹੈ, ਪੂਰਾ ਬਣਾਇਆ ਹੈ। ਜਿਹੜੇ ਦੋਸ਼ ਨੇ ਅਸੀਂ ਆਪ ਪੈਦਾ ਕੀਤੇ ਨੇ। ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਰਹੇ ਹਾਂ ਕਿ ਜਦੋਂ ਅਸੀਂ ਸੱਚ ਨੂੰ ਵਰਤਣਾ ਛੱਡ ਦਿੰਦੇ ਹਾਂ ਤਾਂ ਸਾਡੇ ਅੰਦਰ ਝੂਠ ਪੈਦਾ ਹੋ ਜਾਂਦਾ ਹੈ, ਕਿਉਂਕਿ ਇੱਕ ਚੀਜ਼ ਨੂੰ ਤੁਸੀਂ ਨਹੀਂ ਵਰਤੋਗੇ, ਇੱਕ ਚੀਜ਼ ਨੂੰ ਬਾਹਰ ਕੱਢੋਗੇ, ਦੂਜੀ ਆਟੋਮੈਟਿਕਲੀ ਆ ਜਾਏਗੀ। ਜਿਵੇਂ ਮਿਸਾਲ ਵਜੋਂ
ਜਿਸ ਵੀ ਘਰ ਵਿੱਚ ਹੁਣ ਤੁਸੀਂ ਬੈਠੇ ਹੋ, ਲਾਈਟ ਔਨ ਹੈ, ਚਾਨਣ ਹੈ, ਜੇ ਤੁਸੀਂ ਚਾਨਣ ਬੰਦ ਕਰ ਦਿਓ, ਲਾਈਟ ਬੰਦ ਕਰ ਦਿਓ, ਤੇ ਹਨੇਰੇ ਨੂੰ ਇਨਵਾਈਟ ਨਾ ਕਰੋ ਵੀ ਹਨੇਰਾ ਹੋ ਜਾਏ, ਪਰ ਲਾਈਟ ਬੰਦ ਕਰਦਿਆਂ ਹੀ ਹਨੇਰੇ ਨੇ ਆਟੋਮੈਟਿਕਲੀ ਆ ਜਾਣਾ ਹੈ। ਇਨਵਾਈਟ ਕਰਨ ਦੀ ਲੋੜ ਨਹੀਂ ਪਵੇਗੀ, ਕਹਿਣਾ ਨਹੀਂ ਪਵੇਗਾ ਵੀ ਹਨੇਰਿਆ ਹੁਣ ਮੈਂ ਲਾਈਟ ਬੰਦ ਕਰਨ ਲੱਗਾ ਤੇ ਤੂੰ ਆ ਜਾ। ਲਾਈਟ ਬੰਦ ਕਰਦਿਆਂ ਹਨੇਰਾ ਆਟੋਮੈਟਿਕਲੀ ਆ ਜਾਏਗਾ। ਕਿਸੇ ਇੱਕ ਚੀਜ਼ ਵਿੱਚੋਂ ਇੱਕ ਸ਼ੈ ਕੱਢੋਗੇ, ਪਾਣੀ ਵਗੈਰਾ ਬਾਹਰ ਕੱਢੋਗੇ, ਉੱਥੇ ਕੁਦਰਤ ਹਵਾ ਭੇਜ ਦੇਵੇਗੀ। ਫਸਲ ਆਪ ਪੈਦਾ ਕਰਨੀ ਪੈਂਦੀ ਹੈ, ਤੇ ਜੇ ਪੈਲੀ ਦੇ ਵਿੱਚ ਅਸੀਂ ਫਸਲ ਵਗੈਰਾ ਨਾ ਪੈਦਾ ਕਰੀਏ, ਘਾਸ ਫੂਸ ਆਪੇ ਹੀ ਪੈਦਾ ਹੋ ਜਾਂਦਾ ਹੈ। ਗਮਲਿਆਂ ਦੇ ਵਿੱਚ ਸਾਨੂੰ ਫੁੱਲ ਲਗਾਉਣੇ ਪੈਂਦੇ ਨੇ, ਲੇਕਿਨ ਜੇ ਗਮਲਿਆਂ ਵਿੱਚ ਫੁੱਲ ਨਾ ਲਗਾਈਏ, ਘਾਸ ਫੂਸ ਆਪੇ ਹੀ ਪੈਦਾ ਹੋ ਜਾਂਦਾ ਨਾ, ਉਹ ਪੁੱਟ ਕੇ ਬਾਹਰ ਸਾਨੂੰ ਸੁੱਟਣਾ ਪੈਂਦਾ ਹੈ। ਤਾਂ ਰੱਬ ਨੇ ਸਾਨੂੰ ਮਹਾਨ ਪਵਿੱਤਰ ਹੀ ਪੈਦਾ ਕੀਤਾ ਹੈ, ਤਾਂ ਸਾਡੀ ਕਰਨੀ ਵੀ ਨਿਰਮਲ ਹੋ ਸਕਦੀ ਹੈ। ਜੇ ਅਸੀਂ ਚਾਹੀਏ ਤਾਂ ਸਾਡੀ ਕਰਨੀ ਵੀ ਨਿਰਮਲ ਹੋ ਸਕਦੀ ਹੈ। ਔਰ ਅਸੀਂ ਮੈਲੇ ਕਿਉਂ ਹੋ ਗਏ? ਮਨੁੱਖ ਦੀ ਸੋਚ ਮੈਲੀ ਕਿਉਂ ਹੋ ਗਈ? ਕਿਉਂਕਿ ਅਸੀਂ ਉਸ ਨਿਰਮਲ ਕਰਨੀ ਨੂੰ ਯੂਜ਼ ਨਹੀਂ ਕੀਤਾ। ਅਸੀਂ ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ। ਰੱਬ ਨੇ ਸਾਡੇ ਅੰਦਰ ਪ੍ਰੇਮ ਪਾਇਆ ਸੀ, ਸੱਚ ਪਾਇਆ ਸੀ, ਦਇਆ ਪਾਈ ਸੀ, ਨਿਰਭੈਤਾ, ਨਿਰਵੈਰਤਾ, ਇਹ ਸਾਰੇ ਗੁਣ ਰੱਖੇ ਸਨ। ਅਸੀਂ ਰੱਬ ਦਾ ਰੂਪ ਸੀ, ਪਰ ਅਸੀਂ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਨਾ ਕੀਤਾ, ਤੇ ਯੂਜ਼ ਨਾ ਕਰਨ ਕਰਕੇ ਸਾਡੇ ਅੰਦਰ ਮੈਲ ਪੈਦਾ ਹੋ ਗਈ। ਰੱਬ ਦੇ ਜੋ ਕਰਮ ਨੇ ਉਹ ਪਵਿੱਤਰ ਤੋਂ ਪਵਿੱਤਰ ਨੇ। ਇਟ ਮੀਨਸ ਸਾਡੇ ਕਰਮ ਵੀ ਪਵਿੱਤਰ ਤੋਂ ਪਵਿੱਤਰ ਹੋ ਸਕਦੇ ਹਨ। ਸਾਡੇ ਅੰਦਰ ਉਹ ਮਹਾਨ ਪਵਿੱਤਰ ਸੋਚ ਪਈ ਹੈ। ਜ਼ਰੂਰਤ ਉਸ ਸੋਚ ਨੂੰ ਵਰਤੋਂ ਵਿੱਚ ਲਿਆਉਣ ਦੀ ਹੈ। ਜਦੋਂ ਅਸੀਂ ਪਾਵਨ ਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਸਾਨੂੰ ਸਮਝ ਆਏਗੀ ਕਿ ਅਸੀਂ ਵੀ ਪਵਿੱਤਰ ਸੋਚ ਵਾਲੇ ਹੋ ਸਕਦੇ ਹਾਂ। ਇਸ ਲਈ ਸਾਨੂੰ ਸੋਚ ਬਦਲਣ ਦੀ, ਜਦੋਂ ਤੱਕ ਅਸੀਂ ਸੋਚ ਨੂੰ ਨਹੀਂ ਨਾ ਬਦਲਦੇ, ਉਦੋਂ ਤੱਕ ਸਮਾਜ ਅੰਦਰ ਸ਼ਾਂਤੀ ਹੋ ਨਹੀਂ ਸਕਦੀ। ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਹੈ ਕਿ ਮੰਨ ਲਓ ਸਪੋਜ਼ ਸ਼ਬਦ ਨੂੰ ਲੈ ਕੇ ਸੁਣਨਾ, ਸਪੋਜ਼ ਕਿ ਆਕਾਸ਼ ਮੰਡਲ ਵਿੱਚ ਕਿਤੇ ਕੋਈ ਸਵਰਗ ਹੋਵੇ ਤੇ ਰੱਬ ਸਾਨੂੰ ਸਾਰਿਆਂ ਨੂੰ ਚੁੱਕ ਕੇ, ਜਿੰਨੇ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ ਆ, ਸਾਨੂੰ ਸਾਰਿਆਂ ਨੂੰ ਸਵਰਗ ਦੇ ਵਿੱਚ ਸੁੱਟ ਦੇਵੇ। ਅਸੀਂ ਰਾਤ ਨੂੰ ਜਾਗੇ ਸਮੀਏ, ਸਵੇਰੇ ਅਸੀਂ ਉੱਠੀਏ ਤੇ ਸਵਰਗ ਵਿੱਚ ਪਹੁੰਚ ਜਾਈਏ, ਜਿਹਨੂੰ ਅਸੀਂ ਸਵਰਗ ਮੰਨਦੇ ਹਾਂ। ਮੰਨ ਲਓ ਸਪੋਜ਼ ਕੋਈ ਐਸਾ ਸਵਰਗ ਹੈ ਤੇ ਰੱਬ ਸਾਨੂੰ ਸਾਰਿਆਂ ਨੂੰ ਸਵਰਗ ਦੇ ਵਿੱਚ ਭੇਜ ਦੇਵੇ, ਤਾਂ ਜਦੋਂ ਅਸੀਂ ਸਵੇਰੇ ਉੱਠਾਂਗੇ ਤੇ ਵਰਤੋਂ ਵਿਹਾਰ ਸ਼ੁਰੂ ਕਰਾਂਗੇ, ਸੱਚ ਦੱਸਿਓ ਕਿ ਉਹ ਸਵਰਗ ਰਹਿ ਜਾਏਗਾ? ਕੀ ਉਹ ਸਵਰਗ ਰਹਿ ਜਾਏਗਾ? ਕਿਉਂਕਿ ਸੋਚ ਤੇ ਸਾਡੀ ਜਾਣੀ ਹੈ ਨਾ। ਇਸ ਲਈ ਕਿਸੇ ਅਸਥਾਨ ਦੀ ਕੀਮਤ ਨਹੀਂ ਹੁੰਦੀ, ਸੋਚ ਦੀ ਕੀਮਤ ਹੁੰਦੀ ਹੈ। ਜਿਵੇਂ ਭਗਤ ਕਬੀਰ ਜੀ ਦੇ ਸਮੇਂ ਇਹ ਚੀਜ਼ ਪ੍ਰਚਲਿਤ ਕੀਤੀ ਗਈ ਕਿ ਜੋ ਕਾਸ਼ੀ ਦੇ ਵਿੱਚ ਮਰੇਗਾ ਉਹ ਬੰਦਾ ਸਵਰਗ ਵਿੱਚ ਜਾਏਗਾ, ਤੇ ਜੋ ਹੜੰਬੇ ਚ ਮਰੇਗਾ ਮਗਹਰ ਦੀ ਧਰਤੀ ਤੇ ਉਹ ਨਰਕ ਵਿੱਚ ਜਾਏਗਾ, ਕਿਉਂਕਿ ਕਾਸ਼ੀ ਪਵਿੱਤਰ ਹੈ, ਮਗਹਰ ਅਪਵਿੱਤਰ ਹੈ, ਉਹ ਸਰਾਪੀ ਹੋਈ ਧਰਤੀ ਹੈ। ਤੇ ਭਗਤ ਕਬੀਰ ਜੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਕਿਸੇ ਵਿਸ਼ੇਸ਼ ਅਸਥਾਨ ਦੇ ਉੱਤੇ ਰਹਿਣ ਦੇ ਨਾਲ ਕੋਈ ਬੰਦਾ ਪਵਿੱਤਰ ਨਹੀਂ ਹੁੰਦਾ, ਜਾਂ ਕਿਸੇ ਵਿਸ਼ੇਸ਼ ਸਥਾਨ ਤੇ ਰਹਿਣ ਦੇ ਨਾਲ ਕੋਈ ਬੰਦਾ ਖੋਤਿਆਂ ਦੀ ਜੂਨ ਵਿੱਚ ਨਹੀਂ ਪੈਂਦਾ। ਭਗਤ ਕਬੀਰ ਜੀ ਅਖੀਰਲੇ ਸਮੇਂ ਮਗਹਰ ਦੀ ਧਰਤੀ ਤੇ ਜਾ ਵਸੇ, ਤੇ ਲੋਕਾਂ ਨੇ ਮਜ਼ਾਕ ਉਡਾਇਆ ਕਿ ਸਾਰੀ ਜ਼ਿੰਦਗੀ ਸ਼ਿਵਪੁਰੀ ਵਿੱਚ ਗੁਜ਼ਾਰ ਕੇ, ਜਿੱਥੇ ਰਹਿ ਕੇ ਸਵਰਗ ਵਿੱਚ ਜਾਣਾ ਸੀ, ਤੇ ਹੁਣ ਮਰਨ ਦਾ ਸਮਾਂ ਆਇਆ ਤੇ ਉੱਥੇ ਚਲਾ ਗਿਆ ਜਿੱਥੇ ਮਰਨ ਤੋਂ ਬਾਅਦ ਬੰਦਾ ਨਰਕ ਵਿੱਚ ਪੈਂਦਾ ਹੈ। ਤਾਂ ਭਗਤ ਕਬੀਰ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਉਹ ਕਹਿਣ ਲੱਗੇ, ਮਨੋ ਕਠੋਰ ਮਰੈ ਬਾਨਾਰਸ, ਨਰਕ ਨਾ ਬਾਂਛਿਆ ਜਾਈ, ਹਰ ਕਾ ਸੰਤ ਮਰੈ ਹਾੜੰਬੈ, ਤਾਂ ਸਗਲੀ ਸੈਨ ਤਰਾਈ। ਜੇ ਕੋਈ ਮਨ ਦਾ ਕਠੋਰ ਹੈ, ਜਿਹਦੇ ਮਨ ਵਿੱਚ ਈਰਖਾ ਦਵੇਸ਼ ਹੈ, ਜਿਸ ਦੀ ਸੋਚ ਮੈਲੀ ਹੈ, ਉਹ ਬਨਾਰਸ ਵਿੱਚ ਮਰੇ ਜਾਂ ਜਿੱਥੇ ਮਰਜੀ, ਉਹ ਨਰਕ ਤੋਂ ਨਹੀਂ ਬਚ ਸਕਦਾ, ਉਹ ਦੁੱਖਾਂ ਤੋਂ ਨਹੀਂ ਬਚ ਸਕਦਾ, ਵਿਕਾਰਾਂ ਤੋਂ ਕਿਵੇਂ ਬਚੇਗਾ? ਤੇ ਜਿਹੜਾ ਰੱਬ ਦਾ ਪਿਆਰਾ ਹੈ, ਬੇਸ਼ੱਕ ਜਿਹਨੂੰ ਤੁਸੀਂ ਸਰਾਪੀ ਧਰਤੀ ਕਹਿੰਦੇ ਹੋ, ਉੱਥੇ ਵੀ ਵਸੇ, ਤਾਂ ਵੀ ਉਹ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਵਿਕਾਰਾਂ ਤੋਂ ਬਚਾ ਲਵੇਗਾ। ਇਸ ਲਈ ਵੈਲਿਊ ਕਿਸੇ ਥਾਂ ਦੀ ਨਹੀਂ ਹੈ, ਵੈਲਿਊ ਇਸ ਚੀਜ਼ ਦੀ ਹੈ ਕਿ ਅਸੀਂ ਉਸ ਥਾਂ ਨੂੰ ਯੂਜ਼ ਕਿਵੇਂ ਕਰਾਂਗੇ, ਅਸੀਂ ਉਸ ਜਗ੍ਹਾ ਤੇ ਜ਼ਿੰਦਗੀ ਕੈਸੀ ਬਿਤਾਵਾਂਗੇ। ਸਾਡੇ ਘਰ ਨੇ ਨਾ, ਵੈਲਿਊ ਘਰਾਂ ਦੀ ਨਹੀਂ ਹੈ, ਵੈਲਿਊ ਸਾਡੇ ਜੀਵਨ ਦੀ ਹੈ ਕਿ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੋਚ ਕੈਸੀ ਹੈ। ਰੱਬ ਦੀ ਸੋਚ ਪਵਿੱਤਰ ਹੈ, ਉਹਦੇ ਕਰਮ ਨਿਰਮਲ ਨੇ, ਤਾਂ ਇਟ ਮੀਨਸ ਸਾਡੇ ਵੀ ਕਰਮ ਪਵਿੱਤਰ ਹੋ ਸਕਦੇ ਨੇ। ਸੁੱਖ ਉਹਨੂੰ ਮਿਲੇਗਾ ਜਿਸ ਦੇ ਕਰਮ ਪਵਿੱਤਰ ਹੋਣਗੇ।
ਜਿਸਹਿ ਬੁਝਾਏ ਤਿਸਹਿ ਸਭ ਭਲੀ। ਜਿਸ ਜੀਵ ਨੂੰ ਇਹ ਗੱਲ ਬੁਝਾ ਦੇਵੇ, ਰਜਾ ਦੀ ਸਮਝ ਬਖਸ਼ ਦੇਵੇ, ਭਾਣੇ ਦੀ ਜਿਹਨੂੰ ਸਮਝ ਆ ਜਾਏ, ਤਿਸਹਿ ਸਭ ਭਲੀ, ਉਹਦੇ ਵਾਸਤੇ ਹਰ ਸ਼ੈ ਫਿਰ ਚੰਗੀ ਲੱਗਦੀ ਹੈ। ਉਹਦੇ ਵਾਸਤੇ ਹਰ ਸ਼ੈ ਹੀ ਭਲੀ, ਉਹਦੇ ਵਾਸਤੇ ਕੁਝ ਵੀ ਬੁਰਾ ਨਹੀਂ ਹੈ। ਉਹਨੂੰ ਇਹ ਸੰਸਾਰ ਬੜਾ ਸੁਹਾਵਣਾ ਨਜ਼ਰ ਹੀ ਪਵੇਗਾ, ਉਹਨੂੰ ਹਰ ਜੀਵ ਮੁਕੰਮਲ ਨਜ਼ਰ ਹੀ ਪਵੇਗਾ, ਉਹਨੂੰ ਕੋਈ ਬੇਗਾਨਾ ਨਜ਼ਰ ਹੀ ਨਹੀਂ ਪਵੇਗਾ। ਉਹਨੂੰ ਚਾਰ ਚੁਫੇਰੇ ਜਿੱਤ ਦਿਸੇਗੀ, ਉਹਨੂੰ ਚਾਰ ਚੁਫੇਰੇ ਸੁੱਖ ਦਿਸੇਗਾ, ਉਹਨੂੰ ਚਾਰ ਚੁਫੇਰੇ ਆਪਣਾਪਨ ਦਿਸੇਗਾ, ਉਹਨੂੰ ਚਾਰ ਚੁਫੇਰੇ ਚੰਗਾ ਦਿਸੇਗਾ। ਗੁਰਬਾਣੀ ਦਾ ਪਾਵਨ ਬਚਨ ਨਾ, ਬੁਰਾ ਨਾਹੀ ਸਭ ਭਲਾ ਹੀ ਹੈ ਰੇ, ਹਾਰ ਨਾਹੀ ਸਭ ਜੀਤੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ। ਕਿ ਇਸ ਦੁਨੀਆ ਵਿੱਚ ਦੁੱਖ ਨਹੀਂ, ਇੱਥੇ ਸੁੱਖ ਹੀ ਸੁੱਖ ਹੈ। ਇਸ ਦੁਨੀਆ ਵਿੱਚ ਕਿਤੇ ਹਾਰ ਨਹੀਂ, ਇੱਥੇ ਜਿੱਤ ਹੀ ਜਿੱਤ ਹੈ। ਇੱਥੇ ਕੋਈ ਬੁਰਾ ਨਹੀਂ, ਸਭ ਭਲੇ ਹੀ ਭਲੇ ਨੇ, ਕਿਉਂਕਿ ਇੱਕ ਵਸ ਰਿਹਾ ਨਾ ਸਾਰਿਆਂ ਦੇ ਅੰਦਰ, ਇੱਕੋ ਹੀ ਫੈਲਿਆ ਹੋਇਆ ਹੈ ਨਾ, ਇੱਕ ਹੁਕਮ ਹੈ ਨਾ। ਜੇ ਉਸ ਹੁਕਮ ਨੂੰ ਬੁੱਝ ਲਵੇ, ਜਿਸੇ ਬੁਝਾਏ, ਜਿਹਨੂੰ ਰੱਬ ਇਹ ਗੱਲ ਬੁਝਾ ਦੇਵੇ, ਜਣਾ ਦੇਵੇ, ਸਮਝ ਬਖਸ਼ ਦੇਵੇ ਕਿ ਰੱਬ ਨਿਰਮਲ ਤੋਂ ਨਿਰਮਲ ਹੈ, ਰੱਬ ਦੇ ਕਰਮ ਨਿਰਮਲ ਨੇ, ਰੱਬ ਦੀ ਰਜ਼ਾ ਨਿਰਮਲ ਹੈ, ਰੱਬ ਦੀ ਰਚਨਾ ਨਿਰਮਲ ਹੈ, ਤਾਂ ਉਹਨੂੰ ਫਿਰ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਭਲਾ ਹੀ ਭਲਾ ਹੈ, ਇਸ ਦੁਨੀਆ ਵਿੱਚ ਕੁਝ ਵੀ ਬੁਰਾ ਨਹੀਂ ਹੋ ਰਿਹਾ, ਕਿਉਂਕਿ ਉਹਨੂੰ ਹੁਕਮ ਦੀ ਸਮਝ ਪੈ ਗਈ ਨਾ। ਹੁਕਮ ਅਨੁਸਾਰ ਜਦੋਂ ਜ਼ਿੰਦਗੀ ਜੀਵੇਗਾ ਤਾਂ ਉਹਦੇ ਵਾਸਤੇ ਜੋ ਕੁਝ ਵੀ ਹੋ ਰਿਹਾ ਹੈ ਜਗਤ ਅੰਦਰ, ਹੁਕਮ ਦੇ ਅੰਦਰ ਉਹਨੂੰ ਭਲਾ ਪ੍ਰਤੀਤ ਹੋਏਗਾ, ਬੁਰਾ ਪ੍ਰਤੀਤ ਨਹੀਂ ਹੋਏਗਾ। ਉਹਨੂੰ ਹੁਕਮ ਦੀ ਸਮਝ ਆ ਜਾਏਗੀ, ਫਿਰ ਉਹ ਹੁਕਮ ਦੇ ਅੰਦਰ ਜ਼ਿੰਦਗੀ ਜੀਵੇਗਾ, ਫਿਰ ਉਸ ਮਨੁੱਖ ਦਾ ਵੀ ਹਰ ਕਰਮ ਭਲਾ ਔਰ ਸੁਖ ਪੈਦਾ ਕਰਨ ਵਾਲਾ ਹੋ ਜਾਏਗਾ। ਐਸੀ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਹਰ ਥਾਂ ਤੇ ਹਰ ਸਮੇਂ ਹੈ। ਸਤਨਾਮ ਰੱਬ ਕਾ ਸੁਖਦਾਈ। ਨਾਮ ਦਾ ਮਤਲਬ ਹੁਕਮ। ਰੱਬ ਦਾ ਹੁਕਮ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਅਟਲ ਹੈ। ਰੱਬ ਦੇ ਹੁਕਮ ਦੇ ਅੰਦਰ ਕੋਈ ਉਕਾਈ ਨਹੀਂ ਹੈ, ਰੱਬ ਦੇ ਸਿਸਟਮ ਦੇ ਅੰਦਰ ਕੋਈ ਉਕਾਈ ਨਹੀਂ। ਤੇ ਇਹ ਜਿਹੜਾ ਨਾਮ ਹੈ, ਜੋ ਹੁਕਮ ਹੈ, ਉਹ ਸਦਾ ਸੁਖ ਦੇਣ ਵਾਲਾ ਹੈ। ਯਾਨੀ ਸੁਖ ਹੁਕਮ ਦੇ ਅੰਦਰ ਹੈ। ਜੇ ਹੁਕਮ ਤੋਂ ਬਾਹਰ ਚੱਲਾਂਗੇ ਤਾਂ ਦੁੱਖ ਪੈਦਾ ਹੋਏਗਾ। ਆਪਣੇ ਅਸੀਂ ਆਮ ਮਿਸਾਲ ਦਿੰਦੇ ਹਾਂ, ਰੋਜ਼ ਟ੍ਰੈਫਿਕ ਦੇ ਨੇਮ ਲੈ ਲਓ। ਜੇ ਟ੍ਰੈਫਿਕ ਦੇ ਨੇਮ ਤੋੜਾਂਗੇ ਤਾਂ ਸਾਨੂੰ ਦੁੱਖ ਹੋਏਗਾ। ਖਾਣ ਪੀਣ ਦੀ ਗੱਲ ਆਪਾਂ ਕਰੀਏ, ਜੇ ਖਾਣ ਪੀਣ ਦੇ ਨੇਮਾਂ ਨੂੰ ਤੋੜਾਂਗੇ, ਗਲਤ ਖਾਵਾਂਗੇ, ਤਾਂ ਸਰੀਰਕ ਤੌਰ ਤੇ ਕੋਈ ਨਾ ਕੋਈ ਰੋਗ ਪੈਦਾ ਹੋਏਗਾ। ਆਪਸੀ ਸੰਬੰਧਾਂ ਨੂੰ ਜੇ ਅਸੀਂ ਲੈ ਲਈਏ, ਪਰਿਵਾਰਕ ਜਾਂ ਸਮਾਜਿਕ ਤੌਰ ਤੇ, ਜੇ ਉਸ ਸਿਸਟਮ ਨੂੰ ਤੋੜਾਂਗੇ ਤਾਂ ਸਾਡੇ ਪਰਿਵਾਰਕ ਔਰ ਸਮਾਜਿਕ ਜੀਵਨ ਦੇ ਅੰਦਰ ਦੁੱਖ ਪੈਦਾ ਹੋਏਗਾ। ਜੇ ਅਸੀਂ ਮਾਨਸਿਕ ਤੌਰ ਤੇ ਜੋ ਸਾਡੇ ਨੇਮ ਨੇ, ਅਸੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਹੀਂ ਕਰਾਂਗੇ, ਜੇ ਅਸੀਂ ਮਾਨਸਿਕ ਤੌਰ ਤੇ ਜੋ ਸਾਡੇ ਵਿਚਾਰ ਨੇ ਉਹ ਨੈਗੇਟਿਵ ਪੈਦਾ ਕਰ ਲਵਾਂਗੇ, ਤਾਂ ਅਸੀਂ ਮਾਨਸਿਕ ਤੌਰ ਤੇ ਰੋਗੀ ਹੋ ਜਾਵਾਂਗੇ, ਕਿਉਂਕਿ ਹੁਕਮ ਨੂੰ ਤੋੜ ਰਹੇ ਹਾਂ ਨਾ। ਰੱਬ ਦਾ ਹੁਕਮ ਸੱਚਾ ਹੈ ਔਰ ਹੁਕਮ ਸੁਖਦਾਈ ਹੈ। ਜੋ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਰਹੇਗਾ, ਉਹੀ ਬੰਦਾ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਤਾਂ ਸਮਝ ਆ ਜਾਏਗੀ ਕਿ ਰੱਬ ਦਾ ਹੁਕਮ ਸੁਖਦਾਈ ਹੈ, ਹੁਕਮ ਸੁਖ ਦੇਣ ਵਾਲਾ ਹੈ, ਹੁਕਮ ਦੇ ਅੰਦਰ ਸੁਖ ਹੈ। ਕਿਸੇ ਵੀ ਸੁਖ ਵਾਸਤੇ ਕੁਝ ਰਿਕੁਆਇਰਮੈਂਟਸ ਨੇ, ਉਹ ਪੂਰੀਆਂ ਕਰਨੀਆਂ ਪੈਣਗੀਆਂ, ਕੁਝ ਸ਼ਰਤਾਂ ਨੇ, ਉਹ ਪੂਰੀਆਂ ਕਰਨੀਆਂ ਪੈਣਗੀਆਂ। ਉਹਨਾਂ ਫਰਜ਼ਾਂ ਨੂੰ ਪੂਰੀਆਂ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆਏਗੀ। ਪ੍ਰਭ ਕਾ ਨਾਮ ਸਤਨਾਮ, ਪ੍ਰਭ ਕਾ ਸੁਖਦਾਈ। ਰੱਬ ਦਾ ਹੁਕਮ ਸੱਚਾ ਹੈ, ਅਟਲ ਹੈ, ਉਕਾਈ ਰਹਿਤ ਹੈ ਔਰ ਸੁਖ ਦੇਣ ਵਾਲਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਵਿਸ਼ਵਾਸ, ਜਿਸ ਜੀਵ ਨੂੰ ਇਹ ਵਿਸ਼ਵਾਸ ਆ ਜਾਏ ਕਿ ਰੱਬ ਦਾ ਹੁਕਮ ਸੱਚਾ ਹੈ, ਰੱਬ ਦਾ ਹੁਕਮ ਸੁਖਦਾਈ ਹੈ, ਉਹਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਆ ਸਕਦੀ ਹੈ। ਪਰ ਇਹ ਵਿਸ਼ਵਾਸ, ਇਹ ਗਿਆਨ ਕਿੱਥੋਂ ਮਿਲੇਗਾ? ਗੁਰ ਤੇ ਪਾਈ, ਗੁਰੂ ਤੋਂ। ਗੁਰੂ ਤੋਂ ਇਹ ਗਿਆਨ ਮਿਲੇਗਾ ਨਾ, ਕਿਉਂਕਿ ਗੁਰੂ ਨੇ ਹੁਕਮ ਨੂੰ ਸਮਝਿਆ ਹੈ, ਗੁਰੂ ਨੇ ਹੁਕਮ ਨੂੰ ਜੀਵਿਆ ਹੈ, ਗੁਰੂ ਦਾ ਆਪਣਾ ਤਜਰਬਾ ਹੈ। ਗੁਰੂ ਔਰ ਰੱਬ ਇੱਕ ਨੇ, ਗੁਰ ਪਰਮੇਸ਼ਰ ਏਕੋ ਜਾਨ। ਇਸ ਲਈ ਇਹ ਵਿਸ਼ਵਾਸ ਸਾਨੂੰ ਗੁਰੂ ਤੋਂ ਮਿਲੇਗਾ, ਇਹ ਵਿਸ਼ਵਾਸ ਗੁਰੂ ਤੋਂ ਮਿਲੇਗਾ। ਔਰ ਜਿਨ੍ਹਾਂ ਨੂੰ ਗੁਰੂ ਤੋਂ ਇਹ ਵਿਸ਼ਵਾਸ ਮਿਲ ਗਿਆ, ਜਿਨ੍ਹਾਂ ਨੇ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਕਰ ਲਿਆ, ਅਮਲ ਕਰ ਲਿਆ, ਉਹਨਾਂ ਦੀ ਜ਼ਿੰਦਗੀ ਸੁਖਦਾਈ ਹੋ ਜਾਏਗੀ।
ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਰੱਬੀ ਰਜ਼ਾ ਨੂੰ ਸਮਝਣਾ ਚਾਹੁੰਦੇ ਹਾਂ, ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਖੀ ਔਰ ਸ਼ਾਂਤ ਕਰਨਾ ਚਾਹੁੰਦੇ ਹਾਂ, ਤਾਂ ਇਹ ਵਿਸ਼ਵਾਸ, ਇਹ ਜੀਵਨ ਸਾਨੂੰ ਗੁਰਬਾਣੀ ਤੋਂ ਮਿਲੇਗਾ। ਇਸ ਲਈ ਸਾਨੂੰ ਗੁਰਬਾਣੀ ਆਪ ਪੜ੍ਹਨੀ ਚਾਹੀਦੀ ਹੈ। ਗੁਰਬਾਣੀ ਦੇ ਅਰਥ ਭਾਵ ਸਮਝ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਯਾਦ ਰੱਖਣਾ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਵਿਸ਼ਵਾਸ ਆ ਜਾਂਦਾ ਹੈ, ਯਾਨੀ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਕਰਕੇ ਜ਼ਿੰਦਗੀ ਜੀਂਦੇ ਨੇ, ਉਹ ਇਸ ਸੰਸਾਰ ਨੂੰ ਵੇਖਦੇ ਹੋਏ ਆਨੰਦਿਤ ਰਹਿੰਦੇ ਨੇ। ਜਿਨ ਕੈ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸੁਆਮੀ ਕੀ ਸ਼ੋਭਾ, ਆਨੰਦ ਸਦਾ ਉਲਾਸ। ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਆਨੰਦ ਰਹਿੰਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਉਲਾਸ, ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਉਹਨਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਉਤਸ਼ਾਹ ਬਣਿਆ ਰਹਿੰਦਾ ਹੈ, ਉਹ ਸੁਖੀ ਔਰ ਸ਼ਾਂਤ ਰਹਿੰਦੇ ਨੇ। ਤਾਂ ਹੁਣ ਸਾਡੀ ਜੋ ਮੇਨ ਪ੍ਰੋਬਲਮ ਹੈ ਨਾ, ਉਹ ਇਹ ਹੈ ਕਿ ਅਸੀਂ ਗੁਰੂ ਦੀ ਪਾਵਨ ਬਾਣੀ ਨਾਲੋਂ ਟੁੱਟ ਗਏ। ਕਿਤੇ ਨਾ ਕਿਤੇ ਅਸੀਂ ਟੁੱਟ ਗਏ, ਕਿਤੇ ਨਾ ਕਿਤੇ ਬੇਵਿਸ਼ਵਾਸੀ ਆ ਗਈ। ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਬਹੁ ਗਿਣਤੀ ਦੀ। ਗੁਰਬਾਣੀ ਦੀ ਕਸਵੱਟੀ ਤੇ ਅਸੀਂ ਪਰਖਣੀ ਸੀ ਹਰ ਸ਼ੈ। ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਸੀ ਅਸੀਂ ਆਪਣਾ ਜੀਵਨ। ਗੁਰਬਾਣੀ ਦੀ ਕਸਵੱਟੀ ਤੇ ਪਰਖਣੀ ਸੀ ਆਪਣੀ ਸੋਚ, ਆਪਣੀ ਮੈਂਟੈਲਿਟੀ। ਜੇ ਸਾਡੀ ਸੋਚ ਗੁਰਬਾਣੀ ਤੇ ਪੂਰੀ ਉਤਰਦੀ ਹੈ ਤਾਂ ਮੁਬਾਰਕ ਹੈ ਜ਼ਿੰਦਗੀ। ਸਾਡੀ ਸੋਚ, ਸਾਡੇ ਕਰਮ, ਸਾਡਾ ਵਿਹਾਰ, ਬੋਲ ਬਾਣੀ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਤਾਂ ਫਿਰ ਸਾਨੂੰ ਚੇਂਜ ਹੋਣਾ ਪਵੇਗਾ ਨਾ, ਬਦਲਣਾ ਪਵੇਗਾ, ਆਪਣੀ ਸੋਚ ਬਦਲਣੀ ਪਵੇਗੀ। ਪਰ ਪ੍ਰੋਬਲਮ ਇੱਥੇ ਹੋਈ ਕਿ ਅਸੀਂ ਗੁਰਬਾਣੀ ਦੀ ਬਜਾਏ ਕਿਤੇ ਹੋਰ ਵਿਸ਼ਵਾਸ ਕੀਤਾ। ਬਾਬਿਆਂ ਤੇ ਵਿਸ਼ਵਾਸ ਕਰ ਲਿਆ, ਜੋਤਸ਼ੀਆਂ ਤੇ ਕਰ ਲਿਆ, ਮੜੀਆਂ ਕਬਰਾਂ ਤੇ ਕਰ ਲਿਆ, ਜਾਂ ਹੋਰ ਕਿਸੇ ਐਸੇ ਲਿਟਰੇਚਰ ਤੇ ਕਰ ਲਿਆ ਜੋ ਸਾਨੂੰ ਗੁਰਬਾਣੀ ਨਾਲੋਂ ਜਾਂ ਸੱਚ ਨਾਲੋਂ ਜਿਸ ਨੇ ਦੂਰ ਕੀਤਾ। ਅਸੀਂ ਕਹਿਤਾ ਵੀ ਇਹ ਚੀਜ਼ ਫਲਾਂ ਕਿਤਾਬ ਵਿੱਚ ਲਿਖੀ ਸੀ, ਪੜ੍ਹੀ ਸੀ। ਹੁਣ ਦੇਖੋ, ਕਿਤਾਬਾਂ ਪੜ੍ਹਨਾ ਬਹੁਤ ਚੰਗਾ ਕੰਮ ਹੈ। ਪੁਸਤਕਾਂ ਸਾਡੀਆਂ ਸਭ ਤੋਂ ਚੰਗੀਆਂ ਮਿੱਤਰ ਨੇ, ਸਾਨੂੰ ਵੱਧ ਤੋਂ ਵੱਧ ਪੜ੍ਹਨੀਆਂ ਚਾਹੀਦੀਆਂ ਨੇ। ਪੁਸਤਕਾਂ ਸਾਡੀਆਂ ਬਹੁਤ ਚੰਗੀਆਂ ਮਿੱਤਰ ਨੇ, ਜਿੱਥੇ ਜੋ ਸਾਨੂੰ ਸਹੀ ਰਾਸਤਾ ਦਿੰਦੀਆਂ ਨੇ। ਪਰ ਯਾਦ ਰੱਖਣਾ, ਸਾਰਾ ਲਿਟਰੇਚਰ ਚੰਗਾ ਨਹੀਂ ਹੁੰਦਾ। ਜੇ ਮਾੜਾ ਲਿਟਰੇਚਰ ਪੜਾਂਗੇ ਤਾਂ ਉਹ ਪੁਸਤਕਾਂ ਦੁਸ਼ਮਣ ਵੀ ਬਣ ਸਕਦੀਆਂ ਨੇ। ਇਸ ਲਈ ਜਿਹੜਾ ਗਿਆਨ ਹੈ, ਸਾਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ ਵੀ ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਉਸ ਠੀਕ ਹੈ। ਜਿਹੜੀ ਚੀਜ਼ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਉਤਰਦੀ, ਉਹਨੂੰ ਨਕਾਰ ਦਿਓ, ਉਹਨੂੰ ਛੱਡ ਦਿਓ। ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀਵੋ, ਤਾਂ ਜੀਵਨ ਦੇ ਅੰਦਰ ਸੁਖ ਸ਼ਾਂਤੀ ਆ ਜਾਏਗੀ। ਇਹ ਵਿਸ਼ਵਾਸ ਸਾਡਾ ਬਣਨਾ ਚਾਹੀਦਾ ਸੀ। ਜਿਨ੍ਹਾਂ ਦੇ ਅੰਦਰ ਇਹ ਢਿਲਾਈ ਹੈ, ਜਿਨ੍ਹਾਂ ਦੇ ਅੰਦਰ ਇਹ ਕਮੀ ਹੈ, ਉਹ ਵਿਚਾਰੇ ਭਟਕ ਜਾਂਦੇ ਨੇ। ਉਹ ਫਿਰ ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਨੇ, ਕਰਾਮਾਤਾਂ ਦੇ ਚੱਕਰ ਵਿੱਚ ਪੈ ਜਾਣਗੇ, ਗੁਰਮਤ ਤੋਂ ਹੋਰ ਪਾਸੇ ਚਲੇ ਜਾਣਗੇ। ਇਸ ਲਈ ਟਰਾਈ ਕਰੋ, ਯਤਨ ਕਰੋ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਉਸ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰੋਗੇ ਤਾਂ ਇਹ ਜੀਵਨ ਸੁਖੀ ਔਰ ਸ਼ਾਂਤ ਹੋ ਜਾਏਗਾ। ਤੇ ਇਹ ਵਿਸ਼ਵਾਸ ਜਿਹੜਾ ਹੈ ਸਾਨੂੰ ਮਿਲੇਗਾ ਗੁਰੂ ਪਾਸੋਂ। ਇਸ ਲਈ ਅਸੀਂ ਗੁਰੂ ਦਾ ਪੱਲਾ ਨਹੀਂ ਛੱਡਣਾ, ਗੁਰੂ ਦਾ ਲੜ ਨਹੀਂ ਛੱਡਣਾ। ਗਿਆਨ ਗੁਰੂ ਦੀ ਅਗਵਾਈ ਅੰਦਰ ਜ਼ਿੰਦਗੀ ਜੀਣੀ ਹੈ। ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਦੇ ਧਾਰਨੀ ਬਣਨਾ ਹੈ। ਸਤ ਬਚਨ ਸਾਧੂ ਉਪਦੇਸ਼। ਸਾਧੂ ਦਾ ਮਤਲਬ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਬਿਲਕੁਲ ਸੱਚ ਹੈ। ਗੁਰੂ ਦੇ ਜੋ ਬਚਨ ਨੇ ਉਹ ਅਟਲ ਨੇ, ਗੁਰੂ ਦੇ ਬਚਨ ਅਟਲ ਨੇ, ਗੁਰੂ ਦਾ ਉਪਦੇਸ਼ ਸੱਚਾ ਹੈ। ਯਾਨੀ ਗੁਰੂ ਸਾਨੂੰ ਉਹ ਗੱਲ ਦੱਸਦਾ ਹੈ ਜੋ ਯੂਨੀਵਰਸਲ ਟਰੁਥ ਹੈ, ਬ੍ਰਹਿਮੰਡੀ ਸੱਚ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਗੁਰਬਾਣੀ ਸਰਬਦੇਸ਼ੀ ਹੈ, ਸਰਬ ਸਾਂਝੀ ਹੈ, ਸਰਬਕਾਲੀ ਹੈ। ਸਰਬਦੇਸ਼ੀ ਦਾ ਮਤਲਬ ਕਿ ਸਭ ਥਾਵਾਂ ਤੇ ਗੁਰਬਾਣੀ ਦੇ ਦਿੱਤੇ ਹੋਏ ਅਸੂਲ ਲਾਗੂ ਹੋ ਸਕਦੇ ਨੇ, ਚਾਹੇ ਉਹ ਇੰਡੀਆ ਹੈ, ਪਾਕਿਸਤਾਨ ਹੈ, ਰਸ਼ੀਆ ਹੈ, ਚਾਈਨਾ ਹੈ, ਅਮਰੀਕਾ, ਕੈਨੇਡਾ, ਜਰਮਨ ਹੈ, ਜਾਂ ਕੱਲ ਨੂੰ ਹੋਰ ਕਿਸੇ ਗ੍ਰਹਿ ਤੇ ਕਲੋਨੀਆਂ ਬਣਦੀਆਂ ਨੇ, ਉੱਥੇ ਵੀ ਉਹ ਲਾਗੂ ਹੋ ਸਕਦੇ ਨੇ। ਸਰਬਦੇਸ਼ੀ, ਸਭ ਥਾਵਾਂ ਤੇ। ਸਰਬਕਾਲੀ ਦਾ ਮਤਲਬ ਸਭ ਸਮੇਂ ਅੰਦਰ, ਕਿਸੇ ਵੀ ਸਮੇਂ ਵਿੱਚ, ਬੀਤ ਗਏ ਸਮੇਂ ਵਿੱਚ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ ਇਹ ਅਸੂਲ ਸੱਚੇ ਹੋਣਗੇ। ਇਹਨਾਂ ਰਾਹੀਂ ਜ਼ਿੰਦਗੀ ਠੀਕ ਜੀਵੀ ਜਾਏਗੀ।
ਤੇ ਸਰਬ ਸਾਂਝੀ ਦਾ ਮਤਲਬ ਸਾਰਿਆਂ ਵਾਸਤੇ, ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਪੜ੍ਹਿਆ, ਅਨਪੜ੍ਹ, ਰਾਜਾ, ਪ੍ਰਜਾ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਕੋਈ ਵੀ ਹੈ, ਇਹ ਕਾਨੂੰਨ ਸਾਰਿਆਂ ਤੇ ਲਾਗੂ ਹੁੰਦੇ ਨੇ। ਉਹਨੂੰ ਅਸੀਂ ਬ੍ਰਹਿਮੰਡੀ ਸੱਚ ਕਹਿ ਸਕਦੇ ਹਾਂ। ਤੇ ਜਿਹੜਾ ਚੀਜ਼ ਤੁਹਾਡੇ ਤੇ ਲਾਗੂ ਹੋਵੇ, ਮੇਰੇ ਤੇ ਨਾ ਹੋਵੇ, ਜਾਂ ਮੇਰੇ ਤੇ ਹੋਵੇ ਤੁਹਾਡੇ ਤੇ ਨਾ, ਤਾਂ ਉਹਨੂੰ ਅਸੀਂ ਬ੍ਰਹਿਮੰਡੀ ਸੱਚ ਨਹੀਂ ਕਹਿ ਸਕਦੇ। ਉਹ ਯੂਨੀਵਰਸਲ ਟਰੁੱਥ ਨਹੀਂ ਹੋ ਸਕਦਾ। ਯੂਨੀਵਰਸਲ ਟਰੁੱਥ ਜੋ ਨਿਯਮ ਨੇ ਕੁਦਰਤ ਦੇ, ਉਹ ਸਾਰਿਆਂ ਦੇ ਉੱਤੇ ਹੀ ਲਾਗੂ ਹੁੰਦੇ ਨੇ। ਫਾਰ ਐਗਜ਼ਾਮਪਲ, ਅੱਗ ਹੈ ਨਾ, ਤਾਂ ਅੱਗ ਹੱਥ ਸਾੜੇਗੀ। ਅੱਗ ਸਾੜਦੀ, ਉਹਦਾ ਸੁਭਾਅ ਹੈ ਸਾੜਨਾ। ਜੇ ਮਿੱਟੀ ਦਾ ਤੇਲ ਜਾਂ ਪੈਟਰੋਲ ਪਾ ਕੇ ਅੱਗ ਲਾਓਗੇ ਕਿਸੇ ਬੰਦੇ ਨੂੰ, ਤੇ ਸੜੇਗਾ ਨਾ ਉਹ। ਕਿਸੇ ਤੇ ਵੀ ਪਾਓਗੇ, ਚਾਹੇ ਉਹ ਬੰਦਾ ਰਸ਼ੀਆ ਦਾ ਹੈ, ਚਾਈਨਾ ਦਾ ਹੈ, ਇੰਡੀਆ ਦਾ ਹੈ, ਕਿੱਥੋਂ ਦਾ, ਸੜੇਗਾ ਉਹ ਹਿੰਦੂ ਹੈ, ਮੁਸਲਮਾਨ ਹੈ, ਜਾਂ ਕੋਈ ਵੀ, ਉਸ ਜਲੇਗਾ। ਆਸਤਕ ਹੈ, ਨਾਸਤਕ ਹੈ, ਉਹਨੂੰ ਅੱਗ ਸਾੜੇਗੀ। ਸੱਚਾ ਹੈ, ਝੂਠਾ ਹੈ, ਉਹਨੂੰ ਅੱਗ ਸਾੜੇਗੀ, ਕਿਉਂਕਿ ਅੱਗ ਦਾ ਸੁਭਾਅ ਹੀ ਹੈ। ਅੱਗ ਸਾਰਿਆਂ ਨੂੰ ਹੀ ਸਾੜੇਗੀ। ਅੱਗ ਹਰ ਥਾਂ ਤੇ ਸਾੜੇਗੀ, ਚਾਹੇ ਉਹ ਅੱਗ ਕਿਸੇ ਨੂੰ ਪਾਕਿਸਤਾਨ ਵਿੱਚ ਲਾਓ, ਇੰਡੀਆ ਵਿੱਚ ਲਾਓ, ਜਾਂ ਕੈਨੇਡਾ, ਜਰਮਨ ਵਿੱਚ ਲਾਓ, ਅੱਗ ਉੱਥੇ ਸਾੜੇਗੀ। ਤੇ ਅੱਗ ਹਰ ਟਾਈਮ ਸਾੜੇਗੀ, ਚਾਹੇ ਰਾਤ ਨੂੰ ਲਾਓ ਜਾਂ ਦਿਨੇ ਲਾਓ, ਅੱਗ ਸਾੜੇਗੀ ਨਾ, ਕਿਉਂਕਿ ਇਹ ਨੇਮ ਸਾਰਿਆਂ ਤੇ ਸਭ ਥਾਵਾਂ ਤੇ ਲਾਗੂ ਹੈ। ਉਹਨੂੰ ਸੱਚ ਅਸੀਂ ਕਹਿੰਦੇ ਹਾਂ। ਉਹ ਅਸੂਲ ਨੇ, ਉਹਨੂੰ ਅਸੀਂ ਸਿਧਾਂਤ ਕਹਿ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਹੈ, ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ, ਸਰਬ ਕਾਲੀ ਹੈ। ਤੇ ਧਰਮ ਵੀ ਉਹੀ ਅਪਣਾਇਆ ਜਾ ਸਕਦਾ ਹੈ ਜੋ ਸਰਬ ਦੇਸ਼ੀ, ਸਰਬ ਸਾਂਝਾ, ਸਰਬ ਕਾਲੀ ਹੋਏ। ਤਾਂ ਗੁਰੂ ਜੀ ਕਹਿੰਦੇ ਨੇ, ਸਤ ਬਚਨ ਸਾਧੂ ਉਪਦੇਸ਼। ਜੋ ਗੁਰੂ ਦਾ ਉਪਦੇਸ਼ ਹੈ, ਜੋ ਗੁਰੂ ਦੇ ਬਚਨ ਨੇ, ਉਹ ਸੱਚੇ ਨੇ, ਉਹ ਸਰਬ ਸਾਂਝੇ ਨੇ, ਸਰਬ ਦੇਸ਼ੀ ਨੇ, ਸਰਬ ਕਾਲੀ ਨੇ। ਸਤ ਤੇ ਜਨ, ਇੱਥੇ ਵਿਸ਼ਰਾਮ ਲਗਾਉਣਾ ਹੈ। ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਹੁਣ ਸਤ ਤੇ ਜਨ, ਇਹ ਤੇ ਸ਼ਬਦ ਵੀ ਬਹੁਵਚਨੀ ਹੈ, ਜਨ ਸ਼ਬਦ ਵੀ ਬਹੁਵਚਨੀ ਹੈ। ਉਹ ਬੰਦੇ, ਉਹ ਇਨਸਾਨ ਸੱਚੇ ਨੇ, ਉਹਨਾਂ ਦਾ ਜੀਵਨ ਉਕਾਈ ਤੋਂ ਰਹਿਤ ਹੈ। ਜਾ ਕੇ ਹਿਰਦੈ ਪ੍ਰਵੇਸ਼, ਇਹਨੂੰ ਪਰਵੇਸ਼ ਨਹੀਂ ਪੜਨਾ, ਪ੍ਰ ਬੋਲਣਾ ਹੈ, ਪ੍ਰਵੇਸ਼, ਕਿਉਂਕਿ ਪੱਪੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਜਾ ਕੇ ਨਹੀਂ ਪੜਨਾ, ਕੈ ਪੜਨਾ ਹੈ, ਹਿਰਦੈ ਪੜਨਾ ਹੈ। ਦਿਲਾਵਾਂ ਨੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਜਾ ਕੇ ਸਤ ਤੇ ਜਨ, ਜਾ ਕੇ ਹਿਰਦੈ ਪ੍ਰਵੇਸ਼, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਉਪਦੇਸ਼ ਪ੍ਰਵੇਸ਼ ਕਰਦਾ ਹੈ, ਯਾਨੀ ਜਿਹੜੇ ਇਸ ਉਪਦੇਸ਼ ਨੂੰ ਆਪਣੀ ਸੋਚ ਵਿੱਚ ਵਸਾ ਲੈਂਦੇ ਨੇ, ਅਮਲ ਕਰਦੇ ਨੇ, ਉਹ ਇਨਸਾਨ ਵੀ ਸੱਚੇ ਨੇ, ਉਹ ਸੱਚੇ ਨੇ। ਉਹਨਾਂ ਦੀ ਮਾਨਸਿਕਤਾ ਸੱਚੀ, ਉਹਨਾਂ ਦੇ ਬੋਲ ਸੱਚੇ, ਉਹਨਾਂ ਦੇ ਵਿਹਾਰ ਸੱਚੇ। ਉਹ ਲੋਕ ਰੱਬ ਵਰਗੇ ਹੋ ਜਾਂਦੇ ਨੇ, ਉਹ ਸਚਿਆਰ ਹੋ ਜਾਂਦੇ ਨੇ। ਜੋ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਿਆ ਨਾ, ਕਿਉਂ ਸਚਿਆਰਾ ਹੋਈ ਹੈ, ਉਹ ਬੰਦੇ ਫਿਰ ਮਨ, ਬਚਨ, ਕਰਮ ਕਰਕੇ ਸੱਚੇ ਹੋ ਜਾਂਦੇ ਨੇ। ਕੌਣ? ਜਿਨ੍ਹਾਂ ਦੇ ਹਿਰਦੇ ਅੰਦਰ, ਜਿਨ੍ਹਾਂ ਦੀ ਮੈਂਟੈਲਿਟੀ ਦੇ ਅੰਦਰ ਗੁਰੂ ਦੇ ਬਚਨ ਪ੍ਰਵੇਸ਼ ਕਰ ਗਏ, ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰ ਗੁਰੂ ਦੇ ਇਹਨਾਂ ਬਚਨਾਂ ਨੂੰ ਵਸਾ ਲਿਆ। ਤਾਂ ਦੇਖੋ ਕਿੰਨਾ ਸੌਖਾ ਸਾਧਨ ਗੁਰੂ ਜੀ ਸਾਨੂੰ ਸੁਖੀ ਔਰ ਸ਼ਾਂਤ ਹੋਣ ਦਾ ਦੇ ਰਹੇ ਨੇ। ਕਿੰਨਾ ਸੌਖਾ ਸਾਧਨ ਦੱਸ ਰਹੇ ਨੇ ਕਿ ਤੁਸੀਂ ਸੁਖੀ ਹੋ ਸਕਦੇ ਹੋ, ਸ਼ਾਂਤ ਹੋ ਸਕਦੇ ਹੋ, ਤੁਹਾਡੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਆ ਸਕਦੀ ਹੈ, ਤੁਹਾਡੇ ਦੁੱਖ ਸੁੱਖਾਂ ਵਿੱਚ ਬਦਲ ਸਕਦੇ ਨੇ, ਤੁਹਾਡੀਆਂ ਹਾਰਾਂ ਜਿੱਤਾਂ ਵਿੱਚ ਕਨਵਰਟ ਹੋ ਸਕਦੀਆਂ ਨੇ, ਤੁਹਾਡੀਆਂ ਚਿੰਤਾਵਾਂ ਖੁਸ਼ੀਆਂ ਵਿੱਚ ਤਬਦੀਲ ਹੋ ਸਕਦੀਆਂ ਨੇ, ਜੇ ਤੁਸੀਂ ਗੁਰੂ ਦੇ ਦੱਸੇ ਰਾਹ ਤੇ ਤੁਰੋ। ਕਿੰਨਾ ਸੌਖਾ ਸਾਧਨ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਸਤ ਨਿਰਤ ਬੂਝੈ ਜੇ ਕੋਈ। ਇੱਥੇ ਨਿਰਤ ਦਾ ਮਤਲਬ ਹੈ ਪਿਆਰ। ਜੇ ਕਿਸੇ ਮਨੁੱਖ ਨੂੰ ਸਮਝ ਆ ਜਾਏ ਕਿ ਜਿਹੜਾ ਰੱਬ ਦਾ ਪਿਆਰ ਹੈ ਉਹ ਸੱਚਾ ਹੈ, ਰੱਬ ਦੇ ਪਿਆਰ ਦੀ ਸਮਝ ਆ ਜਾਏ, ਜਿਸ ਕਿਸੇ ਮਨੁੱਖ ਨੂੰ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ, ਰੱਬ ਦੇ ਨਾਲ ਪਿਆਰ ਪਾਣਾ ਹੈ, ਔਰ ਪਿਆਰ ਦੀ ਸੂਝ ਆ ਜਾਏ, ਸਮਝ ਆ ਜਾਏ। ਅਸੀਂ ਕਈ ਵਾਰ ਬਿਨਾਂ ਸਮਝ ਤੋਂ ਜ਼ਿੰਦਗੀ ਜੀ ਰਹੇ ਹੁੰਨੇ ਆ, ਔਰ ਅਸੀਂ ਕਹਿ ਰਹੇ ਹੁੰਨੇ ਆ ਕਿ ਅਸੀਂ ਪਿਆਰ ਕਰ ਰਹੇ ਹਾਂ, ਅਸੀਂ ਪਿਆਰ ਕਰਦੇ ਹਾਂ ਇੱਕ ਦੂਜੇ ਨਾਲ, ਪਰ ਪਿਆਰ ਦੀ ਸਮਝ ਨਹੀਂ ਹੁੰਦੀ। ਅਸੀਂ ਪਿਆਰ ਨਹੀਂ ਕਈ ਵਾਰ ਕਰ ਰਹੇ ਹੁੰਦੇ, ਕਰ ਅਸੀਂ ਵਪਾਰ ਰਹੇ ਹੁੰਨੇ ਆ, ਤੇ ਉਸ ਵਪਾਰ ਨੂੰ ਅਸੀਂ ਨਾਮ ਪਿਆਰ ਦਾ ਦੇ ਬੈਂਦੇ ਆ। ਤਾਂ ਇਹ ਸਾਰਿਆਂ ਦੀ ਗੱਲ ਨਹੀਂ ਹੈ, ਇਹ ਉਹਨਾਂ ਦੀ ਜਿਨ੍ਹਾਂ ਨੂੰ ਸਮਝ ਨਹੀਂ। ਜਿਨ੍ਹਾਂ ਨੂੰ ਪਿਆਰ ਦੀ ਸਮਝ ਆ ਗਈ ਨਾ,
ਉਹ ਤਾਂ ਰੱਬ ਦਾ ਹੀ ਰੂਪ ਹੋ ਗਏ। ਆਪਾਂ ਪਿਆਰ ਬਾਰੇ, ਪ੍ਰੇਮ ਬਾਰੇ ਕਾਫੀ ਚਰਚਾ ਪਹਿਲਾਂ ਕਰ ਚੁੱਕੇ ਹਾਂ ਕਿ ਪ੍ਰੇਮ ਦੀ ਅੱਜ ਹਰ ਮਨੁੱਖ ਨੂੰ ਜ਼ਰੂਰਤ ਹੈ। ਮੈਨੂੰ ਵੀ, ਤੁਹਾਨੂੰ ਵੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਔਰ ਇਸ ਦੁਨੀਆ ਦੇ ਅੰਦਰ ਹਰ ਮਨੁੱਖ ਦੀ ਇੱਕ ਬਹੁਤ ਵੱਡੀ ਸ਼ਿਕਾਇਤ ਹੈ ਕਿ ਮੈਨੂੰ ਇਸ ਦੁਨੀਆ ਚੋਂ ਸੱਚਾ ਪਿਆਰ ਨਹੀਂ ਮਿਲਿਆ, ਮੈਨੂੰ ਇਹ ਦੁਨੀਆ ਚੋਂ ਸੱਚਾ ਸਤਿਕਾਰ ਨਹੀਂ ਮਿਲਿਆ। ਮਿਲਣਾ ਚਾਹੀਦਾ ਹੈ। ਗੁਰੂ ਜੀ ਵੀ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ, ਬਿਲਕੁਲ ਉਹਦੀ ਪ੍ਰੋਬਲਮ ਹੈ। ਇਹ ਨਹੀਂ ਕਿ ਉਹ ਝੂਠਾ ਹੈ, ਪਰ ਉਹਦੇ ਤੋਂ ਪੁੱਛੋ ਕਿ ਪਿਆਰ ਦੀ ਡੈਫੀਨੇਸ਼ਨ ਕੀ ਹੈ, ਉਹ ਪਿਆਰ ਕਿਹਨੂੰ ਕਹਿੰਦੇ ਨੇ ਜਿਹੜਾ ਤੂੰ ਚਾਹੁੰਦਾ ਹੈ। ਤੇ ਕੀ ਤੂੰ ਕਿਸੇ ਨਾਲ ਸੱਚਾ ਪਿਆਰ ਕੀਤਾ ਹੈ? ਕਿ ਤੂੰ ਸੱਚਾ ਪਿਆਰ ਕਿਸੇ ਨਾਲ ਕੀਤਾ ਹੈ? ਜਾਂ ਪਿਆਰ ਦੀ ਡੈਫੀਨੇਸ਼ਨ ਦਾ ਤੈਨੂੰ ਪਤਾ ਹੈ, ਅਸੀਂ ਇੱਕ ਦੂਜੇ ਨੂੰ ਕਹਿੰਦੇ ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਨਾ। ਤੇ ਜੇ ਉਤੋਂ ਪੁੱਛੀਏ ਵੀ ਪਿਆਰ ਤੇ ਕਰਨਾ ਹੈ, ਤੇ ਵੀਰ ਮੇਰੇ ਗਿਆਨੀ ਜੀ, ਤੁਸੀਂ ਮੈਨੂੰ ਪਿਆਰ ਦੀ ਡੈਫੀਨੇਸ਼ਨ ਦੱਸੋਗੇ ਕਿ ਪਿਆਰ ਨੂੰ ਡਿਫਾਈਨ ਕਰੋਗੇ? ਤੇ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਨੂੰ ਪਿਆਰ ਕਰਨਾ, ਤੇ ਤੁਸੀਂ ਮੇਰੇ ਤੋਂ ਪੁੱਛੋ ਪਿਆਰ ਦੀ ਡੈਫੀਨੇਸ਼ਨ ਕੀ ਹੈ, ਤੇ ਮੈਂ ਕਹਾਂ ਮੈਨੂੰ ਪਿਆਰ ਦੀ ਡੈਫੀਨੇਸ਼ਨ ਦਾ ਤੇ ਨਹੀਂ ਪਤਾ, ਤਾਂ ਫਿਰ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਹੀ ਕਰ ਰਿਹਾ ਨਾ, ਧੋਖਾ ਕਰ ਰਿਹਾ ਹਾਂ, ਫਰੇਬ ਕਰ ਰਿਹਾ ਹਾਂ, ਡਰਾਮਾ ਕਰ ਰਿਹਾ ਹਾਂ ਨਾ। ਇਸ ਦੁਨੀਆ ਦੇ ਅੰਦਰ ਪਿਆਰ ਦੇ ਨਾਮ ਤੇ ਡਰਾਮਾ ਹੋ ਰਿਹਾ ਹੈ, ਇਮੋਸ਼ਨਲ ਬਲੈਕਮੇਲਿੰਗ ਹੋ ਰਹੀ ਹੈ, ਔਰ ਵਪਾਰ ਹੋ ਰਿਹਾ ਹੈ, ਵਿਭਚਾਰ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਨੌਜਵਾਨ ਬੱਚੇ ਲਵ ਮੈਰਿਜ ਕਰਾਉਂਦੇ ਨੇ, ਮਾਂ ਪਿਓ ਤੋਂ ਵੱਧ ਕੇ, ਮਾਂ ਪਿਓ ਨੂੰ ਛੱਡ ਕੇ, ਜਿਨ੍ਹਾਂ ਨੇ 20-25 ਸਾਲ ਪਾਲਿਆ, ਉਹਨਾਂ ਨੂੰ ਸਭ ਭੈਣਾਂ ਭਰਾਵਾਂ ਨੂੰ ਛੱਡ ਛਡਾ ਕੇ ਬੱਚੇ ਕਰਾਉਂਦੇ ਨੇ ਲਵ ਮੈਰਿਜ। ਮੈਂ ਲਵ ਮੈਰਿਜ ਦੇ ਖਿਲਾਫ ਨਹੀਂ ਬੋਲ ਰਿਹਾ, ਗੱਲ ਧਿਆਨ ਰੱਖਣਾ, ਲੇਕਿਨ ਮਹੀਨੇ 6 ਨਹੀਂ ਲੰਘਦੇ ਤਲਾਕ ਹੋ ਜਾਂਦੀ। ਅਰੇਂਜ ਮੈਰਿਜ ਦੀ ਤਲਾਕ ਹੋ ਗਈ, ਸਮਝਿਆ ਕਿ ਮਾਂ ਪਿਓ ਨੇ ਗਲਤ ਫੈਸਲਾ ਲੈ ਲਿਆ ਹੋਣਾ, ਪਰ ਲਵ ਮੈਰਿਜ ਤੇ ਫੈਸਲਾ ਬੱਚਿਆਂ ਨੇ ਆਪ ਲਿਆ ਹੈ। ਤੇ ਬੰਦਾ ਪੁੱਛੇ ਵੀ ਹੁਣ ਤੁਹਾਡਾ ਲਵ ਕਿੱਥੇ ਗਿਆ? ਲਵ ਮੈਰਿਜ ਤੇ ਕਰਾਈ, ਮਹੀਨੇ 3 ਨਹੀਂ ਨਿਕਲੇ, ਤਲਾਕ ਹੋ ਗਈ। ਇਹਦਾ ਮਤਲਬ ਇਹ ਵੀ ਇੱਕ ਧੋਖਾ ਸੀ ਨਾ, ਫਰੇਬ ਸੀ, ਇੱਕ ਡਰਾਮਾ ਸੀ, ਸਮਝ ਨਹੀਂ ਸੀ ਹੈਗੀ। ਪ੍ਰੇਮ ਦੀ ਸਮਝ ਤਾਂ ਹੋਏ। ਸਤ ਨਿਰਤ ਬੂਝੈ ਜੇ ਕੋਏ, ਜੇ ਰੱਬ ਦੇ ਪ੍ਰੇਮ ਨੂੰ ਕੋਈ ਸਮਝ ਲਵੇ ਤਾਂ ਉਹ ਪ੍ਰੇਮ ਵਾਸਤਵ 'ਚ ਹੀ ਸੱਚਾ ਹੈ। ਸੱਚੇ ਪ੍ਰੇਮ ਨੂੰ ਜੇ ਕੋਈ ਸਮਝੇ ਤਾਂ ਇਸ ਵਾਸਤੇ ਮੈਂ ਆਪ ਨੂੰ ਫਿਰ ਦੁਹਰਾ ਦਿਆਂ, ਆਪਾਂ ਇਹ ਕਾਫੀ ਲੰਬੀ ਚੌੜੀ ਡਿਸਕਸ ਇਸ ਬਾਰੇ ਕਰ ਚੁੱਕੇ ਹਾਂ। ਪ੍ਰੇਮ ਦੀ ਡੈਫੀਨੇਸ਼ਨ ਹੋਏਗੀ ਕਿ ਨਿਸਵਾਰਥ ਔਰ ਸ਼ੁਭ ਭਾਵਨਾਵਾਂ ਦੇ ਨਾਲ ਕਿਸੇ ਅੱਗੇ ਕੀਤੇ ਗਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਕੀਤੇ ਗਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਕਿਸੇ ਦੇ ਅੱਗੇ ਆਤਮ ਸਮਰਪਣ ਕਰ ਦੇਣਾ, ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ। ਤੇ ਪ੍ਰੇਮ ਉਥੋਂ ਸ਼ੁਰੂ ਹੁੰਦਾ ਹੈ ਜਿੱਥੋਂ ਈਗੋ ਖਤਮ ਹੋ ਜਾਂਦੀ ਹੈ। ਪ੍ਰੇਮ 2 ਸ਼ਬਦਾਂ ਤੋਂ ਬਣਿਆ ਹੈ, ਪਰੇ ਪਲਸ ਮ। ਮ ਦਾ ਮਤਲਬ ਈਗੋ, ਪਰੇ ਦਾ ਮਤਲਬ ਦੂਰ। ਜਿੱਥੋਂ ਈਗੋ ਦੂਰ ਹੋ ਜਾਏ, ਉਥੋਂ ਪ੍ਰੇਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਤੇ ਅਸੀਂ ਤੇ ਈਗੋ ਦੇ ਨਾਲ ਭਰੇ ਪਏ ਹਾਂ। ਕੋਈ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੈ, ਕੋਈ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੈ। ਤੇ ਐਸੇ ਲੋਕ ਪ੍ਰੇਮ ਕਿਵੇਂ ਕਰਨਗੇ? ਜਿੱਥੋਂ ਈਗੋ ਖਤਮ ਹੁੰਦੀ ਹੈ, ਉਥੋਂ ਪ੍ਰੇਮ ਦੀ ਦੁਨੀਆ ਸ਼ੁਰੂ ਹੁੰਦੀ ਹੈ। ਤੇ ਪ੍ਰੇਮ ਦੀ ਤੀਜੀ ਸ਼ਰਤ ਹੈ ਤਿਆਗ। ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਹੀਂ, ਚਲਾਂ ਤਾਂ ਭਿੱਜੇ ਕੰਬਲੀ, ਰਾਹ ਤਾਂ ਟੁੱਟੇ ਨਹੀਂ। ਕੋਈ ਐਸਾ ਹੈ ਜੋ ਮੇਰੇ ਨਾਲ ਪ੍ਰੇਮ ਕਰਦਾ ਹੋਵੇ ਤੇ ਮੇਰੇ ਵਾਸਤੇ ਆਪਣੇ ਬੱਚੇ ਮਰਵਾ ਦੇਵੇ, ਕਿ ਮੈਂ ਤੇਰੇ ਵਾਸਤੇ ਆਪਣੇ ਬੱਚੇ ਮਰਵਾ ਦਿਆਂਗਾ? ਕੋਈ ਹੈ ਨਹੀਂ ਨਾ। ਤੇ ਕੀ ਕੋਈ ਐਸਾ ਹੈ ਜਿਹਦੇ ਵਾਸਤੇ ਮੈਂ ਆਪਣੇ ਬੱਚੇ ਮਰਵਾ ਦਿਆਂ ਕਿ ਮੇਰੇ ਬੱਚੇ ਮਰਦੇ ਨੇ, ਮਰ ਜਾਣ, ਪਰ ਮੈਂ ਤੈਨੂੰ ਬਚਾਵਾਂਗਾ, ਤੇਰੇ ਨਾਲ ਮੈਂ ਪਿਆਰ ਕਰਦਾ? ਕਿਤੇ ਵੀ ਨਹੀਂ ਨਾ ਐਸਾ। ਤਾਂ ਫਿਰ ਜਦ ਤਿਆਗ ਹੀ ਨਹੀਂ ਹੈ ਤਾਂ ਪ੍ਰੇਮ ਉੱਥੇ ਝੂਠਾ ਹੈ। ਗੁਰੂ ਜੀ ਕਹਿੰਦੇ ਨੇ ਨਾ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਕਿ ਗੁਰੂ ਸਿੱਖ ਦੇ ਨਾਲ ਜਿੰਦ ਜਾਨ ਜਿੰਨਾ ਪਿਆਰ ਕਰਦਾ। ਤੇ ਗੁਰੂ ਦਾ ਤਿਆਗ ਦੇਖੋ, ਤੱਤੀਆਂ ਤਵੀਆਂ ਤੇ ਬਹਿ ਕੇ ਸਾਨੂੰ ਸੁੱਖ ਦਿੱਤਾ ਹੈ। ਆਪਣੇ ਬੱਚੇ ਨੀਹਾਂ ਦੇ ਵਿੱਚ ਚਣਵਾਏ ਨੇ ਤਾਂ ਅੱਜ ਸਾਨੂੰ ਰਹਿਣ ਵਾਸਤੇ ਮਹਿਲ ਮਿਲੇ ਨੇ। ਯਾਨੀ ਗੁਰੂ ਨੇ ਪਿਆਰ ਕੀਤਾ ਤੇ ਤਿਆਗ। ਤਾਂ ਪਿਆਰ ਦੀ ਤੀਜੀ ਸ਼ਰਤ ਸੀ ਤਿਆਗ। ਹੁਣ ਜ਼ਰੂਰੀ ਨਹੀਂ ਕਿ ਅਸੀਂ ਇੱਕ ਦੂਜੇ ਵਾਸਤੇ ਬੱਚੇ ਹੀ ਮਰਵਾਈਏ, ਐਸੀ ਜ਼ਰੂਰਤ ਅੱਜ ਦੇ ਟਾਈਮ ਵਿੱਚ ਨਹੀਂ ਹੈ। ਸਾਨੂੰ ਤਿਆਗ ਤੇ ਕਰਨਾ ਹੀ ਪਏਗਾ ਨਾ। ਥੋੜਾ ਬਹੁਤਾ ਸਮੇਂ ਦਾ ਅਸੀਂ ਤਿਆਗ ਕਰ ਸਕਦੇ ਹਾਂ, ਲਾਲਚ ਦਾ ਕਰ ਸਕਦੇ ਹਾਂ, ਪੈਸੇ ਦਾ ਕਰ ਸਕਦੇ ਹਾਂ, ਵਿਕਾਰਾਂ ਦਾ ਕਰ ਸਕਦੇ ਹਾਂ, ਝੂਠ ਦਾ ਕਰ ਸਕਦੇ ਹਾਂ। ਜੇ ਅਸੀਂ ਝੂਠ ਦਾ ਤਿਆਗ ਨਹੀਂ ਕੀਤਾ ਤਾਂ ਸਾਡਾ ਪ੍ਰੇਮ ਨਹੀਂ ਨਿਭੇਗਾ। ਲਾਲਚ ਦਾ ਤਿਆਗ ਨਹੀਂ ਕੀਤਾ, ਨਹੀਂ ਨਿਭੇਗਾ।
ਪ੍ਰੇਮ ਦੀ ਚੌਥੀ ਸ਼ਰਤ ਹੈ ਪਾਰਦਰਸ਼ੀ ਮਿਲਵਰਤਨ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਹੁਣ ਤੁਹਾਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਪ੍ਰੇਮ ਕਰਨਾ ਭਾਜੀ, ਕਿਸ ਦਿਨ ਆਇਓ ਘਰ, ਤੇ ਭਾਜੀ ਜਾਂ ਭੈਣ ਜੀ ਘਰ ਆਉਣ ਤੇ ਮੈਂ ਗਿਣ ਰਿਹਾ ਹਾਂ 150 200 ਪਾਉਂਡ, ਤੇ ਮੈਂ ਪਾਉਂਡ ਧਰ ਲਾਂ ਗੋਡੇ ਦੇ ਥੱਲੇ, ਆ ਜਾਓ ਭੈਣ ਜੀ, ਆ ਜਾਓ ਵੀਰ ਜੀ, 200 ਪਾਉਂਡ ਮੈਂ ਲਗਾ ਰਿਹਾ ਹਾਂ, ਤਾਂ ਇਹ ਕਾਹਦਾ ਪ੍ਰੇਮ ਹੋਇਆ? ਪ੍ਰੇਮ ਵਾਲੇ ਜੀਵਨ ਦੀ ਤੇ ਕਿਤਾਬ ਖੁੱਲੀ ਹੈ। ਮੇਰੇ ਜੀਵਨ ਦੀ ਕਿਤਾਬ ਦਾ ਕੋਈ ਵੀ ਪੰਨਾ ਤੁਸੀਂ ਪੜੋ, ਕੁਝ ਵੀ ਲੁਕਾ ਔਰ ਛਿਪਾ ਨਹੀਂ ਹੈ, ਕਿਉਂਕਿ ਜਿੱਥੇ ਲੁਕਾ ਛਿਪਾ ਹੈ ਉੱਥੇ ਪਾਪ ਹੈ। ਲੋਕ ਪਾਪ ਛਿਪਾਉਂਦੇ ਨੇ। 100 ਰੁਪਏ ਦੀ ਅਸੀਂ ਅਰਦਾਸ ਕਰਾਈਏ ਨਾ, ਤੇ ਅਸੀਂ ਆਪਣਾ ਨਾਮ ਅਨਾਉਂਸ ਕਰਾਉਂਦੇ ਆ, ਕਰਾਉਣਾ ਚਾਹੀਦਾ ਹੈ। ਜੇ ਕਿਤੇ ਭਾਈ ਜੀ ਤੋਂ ਭੁੱਲ ਜਾਏ ਨਾ ਅਰਦਾਸ, ਕਿਸੇ ਦਾ 100 ਪਾਉਂਡ ਦਾ ਨਾਮ ਨਾ ਲਵੇ, ਤਾਂ ਮੈਂ ਇਸ ਮਹਿਕਮੇ ਵਿੱਚ ਵਿਚਰ ਰਿਹਾ ਹਾਂ, ਤੁਸੀਂ ਤੇ ਘਰ ਤੁਰ ਜਾਂਦੇ ਹੋ, ਫਿਰ 100 ਪਾਉਂਡ ਵਾਲਾ ਜਿਹੜਾ ਭਾਈ ਦੇ ਨਾਲ ਜਿਹੜੀ ਕਾਰ ਕਰਦਾ ਨਾ, ਜਾਂ ਉਹਨੂੰ ਪਤਾ ਹੁੰਦਾ ਜਾਂ ਭਾਈ ਨੂੰ ਪਤਾ ਹੁੰਦਾ ਜਾਂ ਰੱਬ ਨੂੰ, ਉਹ ਗਿਆਨੀ ਮੇਰੇ 100 ਦਾ ਨਾਮ ਨਹੀਂ ਲਿਆ, ਤੇ ਗਿਆਨੀ ਜੀ ਕਹਿਣ ਵੀ ਭਾਈ ਸਾਹਿਬ ਗਲਤੀ ਹੋ ਗਈ, ਭੁੱਲ ਗਿਆ ਬੰਦਾ, ਮੈਂ ਨਾਮ ਹੁਣ ਲੈ ਦਿੰਦਾ, ਤੇ 100 ਪਾਉਂਡ ਵਾਲਾ ਫਿਰ ਕਹਿੰਦਾ ਹੁਣ ਸੰਗਤ ਘਰ ਤੁਰ ਗਈ, ਹੁਣ ਕਿਹਨੂੰ ਸੁਣਾਣਾ? ਬੰਦਾ ਪੁੱਛੇ ਵੀ 100 ਦੀ ਐਡਵਰਟਾਈਜ਼ਮੈਂਟ ਕਰਨੀ, 100 ਪਾਉਂਡ ਵੀ ਬੰਦਾ ਦੱਸਣਾ ਚਾਹੁੰਦਾ ਹੈ, ਦੱਸਣਾ ਵੀ ਚਾਹੀਦਾ, ਜੇ ਚੰਗਾ ਕੰਮ ਹੈ ਦੱਸਣਾ ਚਾਹੀਦਾ ਹੈ। ਇਹ ਮੈਂ ਇਸ ਚੀਜ਼ ਦਾ ਵਿਰੋਧੀ ਨਹੀਂ ਹਾਂ, ਪਰ ਇੱਕ ਗੱਲ ਧਿਆਨ ਰੱਖਣਾ ਜੋ ਮੈਂ ਕਹਿਣਾ ਚਾਹੁੰਦਾ, ਚੰਗਾ ਕੰਮ ਬੰਦਾ ਦੱਸਣਾ ਚਾਹੁੰਦਾ ਹੈ, 100 ਪਾਉਂਡ ਦਿੱਤਾ ਹੈ ਉਹ ਦੱਸਣਾ ਚਾਹ ਰਿਹਾ ਹੈ, ਪਰ ਜਿਹੜਾ 10,000 ਵੱਡੇ ਭਰਾ ਦਾ ਪਾਉਂਡ ਮਾਰੀ ਫਿਰਦਾ ਉਹ ਦੱਸਦਾ ਨਹੀਂ, ਉਹ ਲੁਕਾਉਂਦਾ। ਜਿਹੜੀਆਂ ਚੋਰੀਆਂ ਕਰਦਾ, ਰਿਸ਼ਵਤ ਲੈਂਦਾ, ਉਹ ਲੁਕਾਉਂਦਾ ਹੈ, ਕਿਉਂਕਿ ਪਾਪ ਲੁਕਾਏ ਜਾਂਦੇ ਨੇ। ਤੇ ਜਿਹੜਾ ਬੰਦਾ ਕੁਝ ਲੁਕਾ ਰਿਹਾ ਹੈ, ਪਾਪ ਕਰਨ ਵਾਲਾ, ਉਹ ਪ੍ਰੇਮ ਕਰਨ ਵਾਲਾ ਕਿਵੇਂ ਹੋ ਜਾਏਗਾ? ਕਿੰਨੇ ਐਸੇ ਕੰਮ ਨੇ ਜੋ ਅਸੀਂ ਆਪਣੀਆਂ ਧੀਆਂ ਤੋਂ, ਭੈਣਾਂ ਤੋਂ, ਭਰਾਵਾਂ ਤੋਂ, ਬੱਚਿਆਂ ਤੋਂ, ਮਾਂ-ਬਾਪ ਤੋਂ, ਸਮਾਜ ਤੋਂ ਛਿਪ-ਛਿਪ ਕੇ ਕਰਦੇ ਆ, ਉਹ ਸਾਰੇ ਪਾਪ ਨੇ। ਤੇ ਪਾਪ ਕਰਨ ਵਾਲਾ ਪ੍ਰੇਮ ਕਰਨ ਵਾਲਾ ਕਿਵੇਂ ਹੋ ਗਿਆ? ਤਾਂ ਗੁਰੂ ਜੀ ਕਹਿੰਦੇ ਨੇ ਸਤ ਨਿਰਤ ਬੂਝੈ ਜੇ ਕੋਈ ਰੱਬ ਦੇ ਸੱਚੇ ਪ੍ਰੇਮ ਨੂੰ ਸਮਝ ਲਵੇ। ਨਾਮ ਜਪਤ ਤਾਕੀ ਗਤ ਹੋਏ। ਨਾਮ ਦਾ ਮਤਲਬ ਹੁਕਮ, ਜਪਤ ਦਾ ਮਤਲਬ ਜਪਣਾ, ਜਾਣਨਾ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਮਝਣਾ, ਅਪਣਾਣਾ, ਇੰਪਲੀਮੈਂਟ ਕਰਨਾ ਜ਼ਿੰਦਗੀ ਵਿੱਚ। ਜਦੋਂ ਕੋਈ ਰੱਬ ਦੇ ਸੱਚੇ ਪ੍ਰੇਮ ਦੀ ਸੂਝ ਪਾ ਲੈਂਦਾ ਹੈ, ਫਿਰ ਉਹ ਰੱਬੀ ਹੁਕਮ ਨੂੰ ਸਮਝ ਕੇ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਂਦਾ ਹੈ, ਫਿਰ ਉਹਦੀ ਉੱਚੀ ਅਵਸਥਾ ਹੋ ਜਾਂਦੀ ਹੈ। ਗਤ ਦਾ ਮਤਲਬ ਉੱਚੀ ਅਵਸਥਾ, ਵਿਕਾਰਾਂ ਤੋਂ ਖੁਲਾਸੀ, ਦੁੱਖਾਂ ਤੋਂ ਖੁਲਾਸੀ, ਹਾਰਾਂ ਤੋਂ ਖੁਲਾਸੀ, ਉਹਦੀ ਸੁਰਤ ਉੱਚੀ, ਉਹ ਤਾਂ ਫਿਰ ਸੰਸਾਰ ਦੇ ਅੰਦਰ ਕਮਲ ਦੀ ਤਰ੍ਹਾਂ ਰਹਿੰਦਾ ਹੈ। ਤਾਂ ਜ਼ਰੂਰਤ ਹੈ ਅਸੀਂ ਗੁਰੂ ਦੇ ਸੱਚੇ ਪਿਆਰ ਨੂੰ ਸਮਝੀਏ, ਰੱਬ ਦੇ ਸੱਚੇ ਪਿਆਰ ਨੂੰ ਸਮਝੀਏ। ਜੇ ਸਾਨੂੰ ਇਹ ਚੀਜ਼ ਦੀ ਸਮਝ ਆ ਜਾਏ, ਰੱਬ ਦੇ ਹੁਕਮ ਦੇ ਨਾਲ ਸਾਨੂੰ ਪ੍ਰੀਤ ਪੈਦਾ ਹੋ ਜਾਏ, ਸਾਡਾ ਪਿਆਰ ਪੈਦਾ ਹੋ ਜਾਏ ਨਾ, ਫਿਰ ਅਸੀਂ ਹੁਕਮ ਦੇ ਅੰਦਰ ਜ਼ਿੰਦਗੀ ਪਿਆਰ ਦੇ ਨਾਲ ਗੁਜ਼ਾਰਦੇ ਹੋਏ ਸੁਖੀ ਔਰ ਸ਼ਾਂਤ ਹੋ ਸਕਦੇ ਹਾਂ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਔਰ ਅਪਣਾਉਣ ਦੀ ਲੋੜ ਹੈ। ਅਸੀਂ ਟਰਾਈ ਕਰੀਏ, ਆਪਣੇ ਜੀਵਨ ਤੋਂ ਸ਼ੁਰੂਆਤ ਕਰੀਏ। ਆਪਾਂ ਰੋਜ਼ ਇਹ ਵਿਚਾਰ ਕਰ ਰਹੇ ਹਾਂ ਕਿ ਜੇ ਤਾਂ ਸਾਡੀ ਜ਼ਿੰਦਗੀ ਐਸੀ ਹੈ ਜੋ ਅਸੀਂ ਸੁਣ ਰਹੇ ਹਾਂ, ਵਿਚਾਰ ਰਹੇ ਹਾਂ, ਤਾਂ ਫਿਰ ਤਾਂ ਇਹ ਜੀਵਨ ਮੁਬਾਰਕ ਹੈ, ਫਿਰ ਤਾਂ ਮਹਾਨ ਹੈ ਜੀਵਨ। ਪਰ ਜੇ ਨਹੀਂ ਤਾਂ ਅਸੀਂ ਸ਼ੁਰੂ ਕਰੀਏ, ਅੱਜ ਸ਼ੁਰੂ ਕਰ ਲਈਏ। ਹੁਣ ਤੱਕ ਜਾਣੇ ਅਣਜਾਣੇ ਨਹੀਂ ਸੀ, ਸਮਝ ਨਹੀਂ ਸੀ, ਪਤਾ, ਕੋਈ ਗੱਲ ਨਹੀਂ, ਲੰਘ ਗਈ ਜ਼ਿੰਦਗੀ, ਲੰਘ ਗਈ, ਪਛਤਾਵਾ ਖਤਮ ਹੋ ਜਾਏਗਾ ਆਟੋਮੈਟਿਕਲੀ। ਅੱਜ ਤੋਂ ਸ਼ੁਰੂ ਕਰੀਏ। ਆਪ ਸਤ ਕੀਆ ਸਭ ਸਤ, ਗੁਰੂ ਜੀ ਕਹਿੰਦੇ ਨੇ ਰੱਬ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹਦੇ ਅੰਦਰ ਕੋਈ ਉਕਾਈ ਨਹੀਂ ਹੈ, ਸੱਚਾ ਹੈ, ਕਿਉਂਕਿ ਸੱਚੇ ਵਿੱਚ ਕੋਈ ਉਕਾਈ ਨਹੀਂ ਨਾ ਹੁੰਦੀ। ਕੀਆ ਸਭ ਸਤ, ਤੇ ਜੋ ਰੱਬ ਨੇ ਕੀਤਾ ਹੈ, ਪੈਦਾ ਕੀਤਾ ਹੈ, ਉਹ ਵੀ ਸੱਚਮੁੱਚ ਹੋਣ ਵਾਲਾ ਹੈ, ਉਹਦੇ ਵਿੱਚ ਵੀ ਕੋਈ ਉਕਾਈ ਨਹੀਂ ਹੈ। ਇਸ ਪੂਰੇ ਸੰਸਾਰ ਦੀ ਜਦੋਂ ਸਮਗਰਤਾ ਨੂੰ ਦੇਖੋਗੇ ਤਾਂ ਇੱਥੇ ਆਪ ਨੂੰ ਕੋਈ ਕਮੀ ਔਰ ਦੋਸ਼ ਨਹੀਂ ਨਜ਼ਰ ਆਏਗਾ। ਆਪੇ ਜਾਣੈ ਆਪਣੀ ਮਿਤ ਗਤ। ਮਿਤ ਦਾ ਮਤਲਬ ਅੰਦਾਜ਼ਾ ਲਗਾਉਣਾ, ਜਿੱਥੋਂ ਤੱਕ ਉਹਦੀ ਪਹੁੰਚ ਹੈ, ਤੇ ਗਤ ਦਾ ਮਤਲਬ ਹਾਲਾਤ। ਮਿਤ ਦਾ ਮਤਲਬ ਮਿਣਤੀ, ਅੰਦਾਜ਼ਾ, ਤੇ ਗਤ ਦਾ ਮਤਲਬ ਪਹੁੰਚ ਜਾਂ ਅਵਸਥਾ। ਪ੍ਰਭੂ ਆਪਣੀ ਅਵਸਥਾ ਔਰ ਮਰਿਆਦਾ ਨੂੰ ਆਪ ਜਾਣਦਾ ਹੈ ਕਿ ਕਿਹੜਾ ਵੱਡਾ ਹੈ, ਕਿਹੜੀ ਵੱਡੀ ਉਹਦੀ ਸੋਚ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਆਪ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਜਿਸ ਪ੍ਰਭੂ ਦਾ ਇਹ ਜਗਤ ਹੈ ਨਾ, ਉਹ ਆਪ ਬਣਾਉਣ ਵਾਲਾ ਹੈ, ਆਪ ਰਚਣ ਵਾਲਾ ਹੈ, ਆਪ ਇਹਦਾ ਮਾਲਕ ਹੈ,
ਅਵਰ ਨਾ ਬੂਝ ਕਰਤ ਵਿਚਾਰ। ਉਹ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਹੈ, ਹੋਰ ਕਿਸੇ ਤੋਂ ਪੁੱਛ ਕੇ ਵਿਚਾਰ ਨਹੀਂ ਕਰਦਾ ਕਿ ਮੈਂ ਇਸ ਜਗਤ ਨੂੰ ਚਲਾਵਾਂ ਤੇ ਕਿਵੇਂ ਚਲਾਵਾਂ। ਉਹ ਕਿਸੇ ਦੀ ਵਿਚਾਰ ਨਹੀਂ ਲੈਂਦਾ। ਤੇ ਜੇ ਰੱਬ ਸਾਡੀਆਂ ਸਲਾਹਾਂ ਲੈਣ ਲੱਗ ਜਾਏ ਨਾ, ਜਿਵੇਂ ਅਸੀਂ ਸਲਾਹਾਂ ਦਿੰਦੇ ਹਾਂ ਜਾਂ ਅਸੀਂ ਅਰਦਾਸਾਂ ਕਰਦੇ ਹਾਂ, ਤਾਂ ਇਹ ਦੁਨੀਆ 1 ਮਿੰਟ ਵੀ ਨਹੀਂ ਚੱਲ ਸਕਦੀ। ਜਿੰਨਾ ਅਸੀਂ ਰੱਬ ਨੂੰ ਕਨਫਿਊਜ਼ ਕਰ ਦਿਆਂਗੇ ਨਾ, ਮੇਰੇ ਖਿਆਲ 'ਚ ਰੱਬ ਚੀਕਾਂ ਮਾਰ ਕੇ ਨਿਕਲ ਜਾਏਗਾ ਇਸ ਦੁਨੀਆ 'ਚ, ਜੇ ਸਾਡੀਆਂ ਮੰਨਣ ਲੱਗ ਜਾਏ। ਮੈਂ ਕਹਿਣਾ ਵੀ ਅੱਜ ਮੈਂ ਬਾਹਰ ਜਾਣਾ ਘੁੰਮਣ ਫਿਰਨ ਵਾਸਤੇ ਤੇ ਬਰਸਾਤ ਨਾ ਪਵੇ, ਅੱਜ ਖਰਾ ਹੋ ਜਾਏ। ਤੇ ਤੁਸੀਂ ਕਹਿਣਾ ਅਸੀਂ ਫਸਲ ਬੀਜੀ ਸੀ, ਫਸਲ ਸੁੱਕਦੀ, ਥੋੜਾ ਅੱਜ ਬਰਸਾਤ ਹੋ ਜਾਵੇ ਤਾਂ ਵਧੀਆ ਹੈ। ਇੱਕ ਨੇ ਕਹਿਣਾ ਵੀ ਸਨੋਫਾਲ ਹੋਏ ਨਾ ਤੇ ਕਿਆ ਮਜ਼ਾ ਆਏਗਾ ਸਨੋ ਦੇ ਵਿੱਚ, ਤੇ ਦੂਜਾ ਕਹੇਗਾ ਵੀ ਸਨੋ ਸਰਦੀ ਤੇ ਬਿਲਕੁਲ ਹੋਣੀ ਹੀ ਨਹੀਂ ਚਾਹੀਦੀ, ਗਰਮੀ ਹੋਣੀ ਚਾਹੀਦੀ। ਤੀਜੇ ਨੇ ਕਹਿਣਾ ਬਸੰਤ ਹੋਣੀ ਚਾਹੀਦੀ। ਚੌਥੇ ਨੇ ਕਹਿਣਾ ਅੱਜ ਸੂਰਜ ਘੰਟਾ ਕੁ ਲੇਟ ਚੜੇ ਨਾ, ਮੈਂ ਲੇਟ ਹਾਂ, ਸੂਰਜ ਘੰਟਾ ਕੁ ਅੱਜ ਲੇਟ ਚੜ ਜਾਵੇ ਕਿਉਂਕਿ ਮੈਂ ਉੱਠਿਆ ਨਹੀਂ ਤੇ ਦਫ਼ਤਰ ਟਾਈਮ ਨਾਲ ਪਹੁੰਚ ਜਾਵਾਂਗਾ। ਤੇ ਦੂਜੇ ਨੇ ਕਹਿਣਾ ਅੱਜ ਸੂਰਜ ਘੰਟਾ ਕੁ ਪਹਿਲੋਂ ਛਿਪ ਜਾਏ ਨਾ, ਮੈਂ ਟਾਈਮ ਨਾਲ ਸੌਂ ਜਾਵਾਂ। ਦੂਜੇ ਨੇ ਕਹਿਣਾ ਮੈਂ ਲੇਟ ਹਾਂ, ਸੂਰਜ ਥੋੜਾ ਲੇਟ ਛਿਪੇ ਕਿਉਂਕਿ ਮੈਂ ਲੇਟ ਹੋ ਜਾਣਾ। ਤਾਂ ਰੱਬ ਕੀ ਕਰੇਗਾ? ਕੀ ਇਹ ਸੰਸਾਰ ਐਵੇਂ ਚੱਲ ਸਕਦਾ ਹੈ ਜੇ ਪੁੱਛ ਕੇ ਕਰੇ? ਤਾਂ ਰੱਬ ਨੇ ਇੱਕ ਸਿਸਟਮ ਬਣਾ ਦਿੱਤਾ ਹੈ, ਕੁਦਰਤ ਦਾ ਇੱਕ ਨਿਯਮ ਹੈ, ਉਸ ਨਿਯਮ ਦੇ ਅੰਦਰ ਉਹ ਕੰਮ ਕਰ ਰਿਹਾ ਹੈ। ਅਵਰ ਨਾ ਬੂਝ ਕਰਤ ਵਿਚਾਰ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਸਮਝੋ ਵੀ ਨਾ, ਐਸੀ ਵਿਚਾਰ ਵੀ ਨਾ ਕਰੋ ਕਿ ਕੋਈ ਦੇਵੀ ਦੇਵਤਾ ਇਹਦੀ ਪਾਲਣਾ ਕਰ ਸਕਦਾ ਹੈ। ਇਹੋ ਜਿਹੀ ਕਦੇ ਖਿਆਲ ਵੀ ਨਾ ਲਿਆਓ ਕਿ ਕੋਈ ਬਾਬਾ, ਕੋਈ ਜੋਤਸ਼ੀ, ਕੋਈ ਮੜੀ, ਕੋਈ ਕਬਰ, ਕੋਈ ਜੰਤਰ, ਕੋਈ ਮੰਤਰ ਇਸ ਸੰਸਾਰ ਦੇ ਅੰਦਰ ਕੋਈ ਤਬਦੀਲੀ ਕਰ ਸਕਦਾ ਹੈ। ਐਵੇਂ ਬੁੱਝਣ ਦਾ ਵੀ ਯਤਨ ਨਾ ਕਰੋ, ਕਦੇ ਵਿਚਾਰ ਵੀ ਪੈਦਾ ਨਾ ਕਰੋ। ਰੱਬ ਦੀ ਰਜ਼ਾ ਦੇ ਅੰਦਰ ਇਹ ਚੱਲ ਰਿਹਾ ਹੈ, ਹੁਕਮ ਭਾਣੇ ਸਿਸਟਮ ਵਿੱਚ, ਉਹਦੇ ਤੋਂ ਬਾਹਰ ਕੁਝ ਨਹੀਂ ਹੁੰਦਾ। ਕਰਤੇ ਕੀ ਮਿੱਤ ਨਾ ਜਾਣੇ ਕੀਆ। ਮਿੱਤ ਦਾ ਮਤਲਬ ਮਰਿਆਦਾ, ਬਜ਼ੁਰਗੀ। ਕੀਆ ਦਾ ਮਤਲਬ ਪੈਦਾ ਕੀਤਾ ਹੋਇਆ। ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ ਉਹਦਾ ਪੈਦਾ ਕੀਤਾ ਹੋਇਆ ਜੀਵ ਨਹੀਂ ਲਗਾ ਸਕਦਾ। ਹੁਣ ਮੈਂ ਰੱਬ ਦੀ ਕੁਦਰਤ ਦਾ ਕੀ ਅੰਦਾਜ਼ਾ ਲਗਾ ਸਕਦਾ ਹਾਂ? ਜੇ ਮੈਂ ਅੰਦਾਜ਼ਾ ਲਾਵਾਂ ਕਿ ਇਹ ਧਰਤੀ ਕਿੰਨੇ ਕੁਇੰਟਲ ਭਾਰੀ ਹੋਣੀ ਹੈ, ਤਾਂ ਮੈਂ ਕਿੰਨਾ ਕੁ ਅੰਦਾਜ਼ਾ ਲਾਵਾਂਗਾ? ਕਿੰਨੇ ਕੁ ਲੀਟਰ ਪਾਣੀ ਹੋਣਾ ਇਸ ਦੁਨੀਆ ਵਿੱਚ? ਮੈਂ ਕਿਵੇਂ ਅੰਦਾਜ਼ਾ ਲਾ ਸਕਣਾ? ਇਸ ਧਰਤੀ ਦਾ ਹੀ ਨਹੀਂ ਅੰਦਾਜ਼ਾ ਲੱਗ ਸਕਦਾ ਨਾ, ਤਾਂ ਕਿੱਡਾ ਵੱਡਾ ਬ੍ਰਹਿਮੰਡ ਹੈ। ਕਰਤੇ ਦੀ ਮਰਿਆਦਾ, ਕਰਤੇ ਦਾ ਅੰਤ ਉਹਦਾ ਕੀਤਾ ਹੋਇਆ ਜੀਵ ਪਾ ਨਹੀਂ ਸਕਦਾ। ਅਸੀਂ ਉਹਦੇ ਵਿੱਚ ਸਮਾ ਸਕਦੇ ਹਾਂ ਕੇਵਲ। ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਵਰਤੀਆ ਦਾ ਮਤਲਬ ਵਰਤਦਾ ਹੈ। ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ਉਹ ਵੀ ਇਸ ਦੁਨੀਆ ਵਿੱਚ ਵਰਤਦਾ ਹੈ। ਭਾਉਂਦਾ ਭਾਣਾ ਹੁਕਮ, ਇਸ ਦੁਨੀਆ ਦੇ ਵਿੱਚ ਹੁਕਮ ਵਰਤ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਹ ਚੀਜ਼ਾਂ ਬਹੁਤ ਗੌਰ ਨਾਲ, ਬੜੇ ਧਰਮੇ ਦੇ ਨਾਲ ਸਮਝਣ ਵਾਲੀਆਂ ਨੇ ਕਿ ਅਸੀਂ ਸਿਸਟਮ ਨੂੰ ਚੇਂਜ ਕਰ ਸਕਦੇ ਹਾਂ। ਅਸੀਂ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ। ਅਸੀਂ ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਕਰ ਸਕਦੇ। ਸਿਸਟਮ ਦੇ ਅੰਦਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਿਸਟਮ ਦੇ ਅੰਦਰ ਰਹਿ ਕੇ, ਰੱਬੀ ਹੁਕਮ ਦੇ ਅੰਦਰ ਰਹਿ ਕੇ ਅਸੀਂ ਬੜੇ ਸੁੱਖ ਮਾਣ ਸਕਦੇ ਹਾਂ, ਆਪਣਾ ਵਿਕਾਸ ਕਰ ਸਕਦੇ ਹਾਂ। ਸਿਸਟਮ ਹੈ ਨਾ, ਜੇ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਵਿਗਿਆਨਿਕ ਬਣਨਾ ਹੈ, ਜਾਂ ਨਵੀਆਂ ਖੋਜਾਂ ਕਰਨੀਆਂ ਨੇ, ਧਰਮ ਦੀ ਦੁਨੀਆ ਵਿੱਚ ਵਿਕਾਸ ਕਰਨਾ ਹੈ, ਸਰੀਰਕ, ਮਾਨਸਿਕ, ਬੌਧਿਕ ਵਿਕਾਸ ਕਰਨਾ ਹੈ, ਤਾਂ ਇਹਦੇ ਵਾਸਤੇ ਸਿਸਟਮ ਹੈ ਨਾ, ਕੋਈ ਰਿਕੁਆਇਰਮੈਂਟਸ ਨੇ ਨਾ, ਉਹਨਾਂ ਨੂੰ ਪੂਰੀਆਂ ਕਰਨਾ ਪਵੇਗਾ। ਜੇ ਅਸੀਂ ਉਹਨਾਂ ਨੂੰ ਪੂਰੀਆਂ ਨਹੀਂ ਕਰਾਂਗੇ ਤਾਂ ਅਸੀਂ ਨਹੀਂ ਕਰ ਸਕਦੇ। ਹੁਣ ਫਾਰ ਐਗਜ਼ਾਮਪਲ ਮੈਂ ਡਰਾਈਵਿੰਗ ਸਿੱਖਣੀ ਚਾਹੁੰਦਾ, ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦਾ, ਤਾਂ ਰਿਕੁਆਇਰਮੈਂਟ ਹੈ ਨਾ, ਮੈਂ ਲੈ ਸਕਦਾ ਹਾਂ, ਲੇਕਿਨ ਉਹਦੇ ਲਈ ਸਿਸਟਮ ਹੈ ਨਾ ਇਸ ਦੇਸ਼ ਦਾ ਕਿ ਮੈਨੂੰ ਥਿਊਰੀ ਟੈਸਟ ਪਾਸ ਕਰਨਾ ਪਵੇਗਾ, ਫਿਰ ਮੈਂ ਲੈਸਨ ਲਵਾਂਗਾ, ਫਿਰ ਮੈਨੂੰ ਪ੍ਰੈਕਟੀਕਲੀ ਪਾਸ ਕਰਨਾ ਪਵੇਗਾ ਤੇ ਮੈਨੂੰ ਲਾਇਸੈਂਸ ਮਿਲ ਜਾਏਗਾ। ਤੇ ਜੇ ਮੈਂ ਕਹਾਂ ਨਹੀਂ ਯਾਰ ਮੈਨੂੰ ਤੇ ਛੂਟ ਹੋਣੀ ਚਾਹੀਦੀ, ਮੈਂ ਤੇ ਭਾਈ ਆ, ਮੈਂ ਗੁਰਬਾਣੀ ਦੀ ਕਥਾ ਕਰ ਲੈਣਾ ਬੜੀ ਵਧੀਆ, ਤੇ ਗੁਰਬਾਣੀ ਦੀ ਮੈਂ ਕਥਾ ਕਰ ਲੈਣਾ ਵਾ, ਇਸ ਲਈ ਮੇਰਾ ਘਰ ਬੈਠਿਆਂ ਬਿਨਾਂ ਕਿਤਾਬ ਪੜ੍ਹਨ ਤੋਂ ਜਾਂ ਮੇਰਾ ਥਿਊਰੀ ਟੈਸਟ ਪਾਸ ਹੋ ਜਾਏ ਤੇ ਕੀ ਹੋ ਜਾਏਗਾ? ਨਹੀਂ ਹੋਏਗਾ ਨਾ। ਗੁਰਬਾਣੀ ਪੜ੍ਹਨਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਇੱਕ ਵੱਖਰਾ ਟੌਪਿਕ ਹੈ, ਲੇਕਿਨ ਡਰਾਈਵਿੰਗ ਜੇ ਮੈਂ ਪਾਸ ਕਰਨੀ ਹੈ ਤਾਂ ਉਹਦੇ ਵਾਸਤੇ ਮੈਨੂੰ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ।
ਤੇ ਗੱਲ ਮੇਰੀ ਨਹੀਂ ਧਾਰਮਿਕ ਦੀ। ਜੇ ਕੋਈ ਰਾਜਨੀਤਿਕ ਬੰਦਾ ਹੋਵੇ ਕਿ ਮੈਂ ਤੇ ਇਸ ਇਲਾਕੇ ਦਾ ਐਮਐਲਏ ਹੈਗਾ, ਮੈਂ ਤਾਂ ਇਹਨੇ ਵੋਟਾਂ ਦੇ ਨਾਲ ਜਿੱਤਿਆ, ਤਾਂ ਮੇਰੀ ਥਿਊਰੀ ਤੇ ਪਾਸ ਹੋ ਜਾਣੀ ਚਾਹੀਦੀ, ਪਰ ਥਿਊਰੀ ਟੈਸਟ ਪਾਸ ਕਰਨਾ ਪਵੇਗਾ ਨਾ, ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ ਨਾ, ਤਾਂ ਹੀ ਹੈ ਨਾ। ਤਾਂ ਰਿਕੁਆਇਰਮੈਂਟ ਸਭ ਨੂੰ ਪੂਰੀ ਕਰਨੀ ਪਵੇਗੀ। ਜੇ ਅਸੀਂ ਸੁੱਖ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ, ਹੁਕਮ ਹੈ, ਸਿਸਟਮ ਹੈ। ਇਹ ਤਾਂ ਮੈਂ ਦੋ ਮਿਸਾਲਾਂ ਆਪਣੀਆਂ ਦੁਨੀਆ ਦੀਆਂ ਦਿੱਤੀਆਂ ਨਾ। ਰੱਬੀ ਰਜ਼ਾ ਪਾਣਾ ਹੁਕਮ ਇੱਕ ਸਿਸਟਮ ਹੈ ਨਾ ਪੂਰੀ ਕੁਦਰਤ ਦਾ। ਇੱਥੇ ਉਹ ਸਿਸਟਮ ਹੀ ਵਰਤਣਾ ਹੈ। ਡਰਾਈਵਿੰਗ ਥਿਊਰੀ ਵਾਲਾ ਫਾਰਮੂਲਾ ਮੇਰੇ ਤੇ ਵੀ ਲਾਗੂ ਹੈ, ਤੁਹਾਡੇ ਤੇ ਵੀ ਲਾਗੂ ਹੈ। ਜੇ ਕਿਸੇ ਬੱਚੇ ਨੇ ਡਾਕਟਰ ਬਣਨਾ ਹੈ ਤਾਂ ਗਰੀਬ ਦੇ ਬੱਚੇ ਤੇ ਵੀ ਉਹ ਫਾਰਮੂਲਾ ਲਾਗੂ ਹੈ, ਅਮੀਰ ਤੇ ਵੀ ਲਾਗੂ ਹੈ। ਇਸੇ ਤਰ੍ਹਾਂ ਇਹ ਕੁਦਰਤ ਦੇ ਜੋ ਕਾਨੂੰਨ ਨੇ ਉਹ ਸਾਰਿਆਂ ਤੇ ਲਾਗੂ ਨੇ, ਬਾਬਿਆਂ ਤੇ ਵੀ ਲਾਗੂ ਨੇ ਤੇ ਗ੍ਰਸਤੀਆਂ ਤੇ ਵੀ ਲਾਗੂ ਨੇ। ਕੋਈ ਬਾਬਾ ਨਹੀਂ ਬਦਲ ਸਕਦਾ, ਉਹਨੂੰ ਵੀ ਥਿਊਰੀ ਟੈਸਟ ਪਾਸ ਕਰਨਾ ਪਵੇਗਾ। ਇੰਡੀਆ ਤੇ ਬੇਸ਼ੱਕ ਚਲਾਈ ਫਿਰੇ, ਇੱਥੇ ਹੁਣ ਕੋਈ ਬ੍ਰਹਮ ਗਿਆਨੀ ਸਾਡਾ ਬਾਬਾ ਆ ਜਾਏ ਤੇ ਉਹ ਕਵੇ ਮੇਰੇ ਤੇ ਇੰਨੇ ਫੋਲੋਵਰ ਨੇ, ਤੇ ਉਹਨਾਂ ਕਹਿਣਾ ਵੀ ਫੋਲੋਵਰ ਹੋਣਗੇ ਪਰ ਥਿਊਰੀ ਟੈਸਟ ਪਾਸ ਕਰਨਾ ਪੈਣਾ, ਤੈਨੂੰ ਪਾਸ ਕਰਨਾ ਪੈਣਾ ਨਾ। ਕਾਨੂੰਨ ਹੈ ਨਾ ਸਾਰਿਆਂ ਲਈ। ਇਹ ਕੁਦਰਤ ਦੇ ਕਾਨੂੰਨ ਨੇ, ਉਹਨਾਂ ਕਾਨੂੰਨਾਂ ਤੋਂ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੇ ਜੇ ਇੱਕ ਬਾਬਾ ਬਿਨਾਂ ਥਿਊਰੀ ਟੈਸਟ ਪਾਸ ਕਰਨ ਤੋਂ ਇੱਥੇ ਲਾਇਸੈਂਸ ਨਹੀਂ ਲੈ ਸਕਦਾ, ਫਿਰ ਰੱਬ ਦੀ ਦੁਨੀਆ ਦੀ ਡਰਾਈਵਿੰਗ ਕਿਵੇਂ ਕਰ ਲਵੇਗਾ? ਕਿ ਉਹ ਧਰਤੀ ਨੂੰ ਬਦਲ ਦੇਗਾ, ਕਿ ਉਹ ਸ਼ਨੀ ਗ੍ਰਹਿ ਨੂੰ ਬਦਲ ਦੇਵੇਗਾ? ਤਾਂ ਲੋੜ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਹੈ। ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਨ ਬੂਝਿਆ ਦਾ ਮਤਲਬ ਜਿਸ ਨੇ ਬੁਝਿਆ। ਇੱਥੇ ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਨੇ। ਬੁਝਿਆ ਦਾ ਮਤਲਬ ਜਾਣਿਆ ਰੱਬ ਦੇ ਹੁਕਮ ਨੂੰ, ਔਰ ਉਸ ਰੱਬ ਦੇ ਹੁਕਮ ਨੂੰ ਜਿਨਨੇ ਫਿਰ ਅਪਣਾ ਲਿਆ, ਤਿਸ ਆਇਆ ਸਵਾਦ, ਉਹਨਾਂ ਨੂੰ ਸਵਾਦ ਆ ਗਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਪੈਦਾ ਹੋ ਗਿਆ, ਉਹਨਾਂ ਦੇ ਜੀਵਨ ਵਿੱਚ ਆਨੰਦ ਪੈਦਾ ਹੋ ਗਿਆ। ਤੇ ਐਸੇ ਜਿਹੜੇ ਬੰਦੇ ਨੇ, ਬਿਸਮਨ ਬਿਸਮ ਭੈ ਬਿਸਮਾਦ, ਬਿਸਮਨ ਬਿਸਮ ਦਾ ਮਤਲਬ ਹੈਰਾਨ ਤੋਂ ਹੈਰਾਨ, ਹੈਰਾਨ, ਵੰਡਰਫੁਲ। ਉਹ ਹੈਰਾਨ ਹੋ ਗਏ, ਉਹ ਅਚਰਜ ਹੋ ਗਏ, ਉਹ ਵਿਸਮਾਦ ਦੇ ਅੰਦਰ ਚਲੇ ਗਏ। ਉਹਨਾਂ ਨੂੰ ਇੰਨਾ ਆਨੰਦ ਪੈਦਾ ਹੋ ਗਿਆ ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਜਿਵੇਂ ਇੱਕ ਨਿੱਕੀ ਜੀ ਬੂੰਦ ਸਮੁੰਦਰ ਦੇ ਅੰਦਰ ਸਮਾ ਜਾਏ ਤੇ ਉਹ ਸਮੁੰਦਰ ਦਾ ਰੂਪ ਹੋ ਜਾਏ ਤੇ ਕਿੰਨਾ ਆਨੰਦ ਹੋਏਗਾ, ਉਹਨੂੰ ਕੋਈ ਬਿਆਨ ਕੀਤਾ ਜਾ ਸਕਦਾ ਹੈ? ਬਿਆਨ ਕਰ ਵੀ ਨਹੀਂ ਪਾਵਾਂਗੇ, ਦੋਵਾਂ ਹਾਲਾਤਾਂ ਵਿੱਚ ਬਿਆਨ ਨਹੀਂ ਕਰ ਸਕਦੇ। ਬੂੰਦ ਸਮੁੰਦਰ ਤੋਂ ਵੱਖਰੀ ਹੈ, ਕਿ ਜੇ ਕੋਈ ਉਂਗਲੀ ਦੇ ਨਾਲ ਬੂੰਦ ਨੂੰ ਲਟਕਾ ਕੇ ਕਹਿ ਕਿ ਇਹ ਬੂੰਦ ਮੈਂ ਹੁਣੇ ਹੀ ਉਂਗਲੀ ਸਮੁੰਦਰ ਚੋਂ ਭੇ ਕੇ ਤੈਨੂੰ ਬਾਹਰ ਕੱਢਿਆ ਹੈ, ਤੂੰ ਸਮੁੰਦਰ ਦੇ ਉੱਤੇ ਲਟਕ ਰਹੀ ਹੈ, ਮੈਨੂੰ ਸਮੁੰਦਰ ਬਾਰੇ ਦੱਸ ਕਿਹੜਾ ਵੱਡਾ ਹੈ, ਤਾਂ ਉਹ ਬੂੰਦ ਕੀ ਦੱਸੇਗੀ? ਉਹਨੇ ਕਹਿਣਾ ਮੈਨੂੰ ਨਹੀਂ ਪਤਾ। ਤੇ ਜੇ ਅਸੀਂ ਕਹੀਏ ਤੂੰ ਤੇ ਹੁਣੇ ਸਮੁੰਦਰ ਤੋਂ ਨਿਕਲੀ ਹੈ, ਸਮੁੰਦਰ ਦਾ ਹਿੱਸਾ ਹੈ, ਤਾਂ ਜੋ ਬਿਆਨ ਕਰੇਗੀ ਇੰਨਾ ਕੁ ਹੋਏਗਾ ਬੂੰਦ ਜਿੰਨਾ। ਸਾਰਾ ਬਿਆਨ ਨਹੀਂ ਕਰ ਪਾਏਗੀ ਕਿਉਂਕਿ ਉਹਦੀ ਸਮਰੱਥਾ ਹੀ ਇੰਨੀ ਹੈ। ਸਮੁੰਦਰ ਬਾਰੇ ਬੂੰਦ ਜੋ ਬਿਆਨ ਕਰੇਗੀ ਉਹ ਬਹੁਤ ਘੱਟ ਹੋਏਗਾ, ਬਿਆਨ ਨਹੀਂ ਕਰ ਪਾਏਗੀ ਜੇ ਉਹ ਵੱਖਰੀ ਹੈ। ਤੇ ਜੇ ਉਂਗਲੀ ਹਿਲਾ ਦਿਓ ਤੇ ਬੂੰਦ ਨੂੰ ਸਮੁੰਦਰ ਵਿੱਚ ਡਿੱਗ ਦਿਓ ਤੇ ਹੁਣ ਆਵਾਜ਼ਾਂ ਮਾਰੋ ਕਿ ਇਹ ਬੂੰਦ ਹੁਣ ਤੂੰ ਸਮੁੰਦਰ ਦੇ ਵਿੱਚ ਸਮਾ ਕੇ ਸਮੁੰਦਰ ਦਾ ਰੂਪ ਹੋ ਗਈ ਹੈ, ਹੁਣ ਦੱਸ ਵੀ ਸਮੁੰਦਰ ਕਿੱਡਾ ਵੱਡਾ ਹੈ। ਤਾਂ ਹੁਣ ਤੁਹਾਨੂੰ ਆਵਾਜ਼ ਨਹੀਂ ਆਉਣੀ ਕਿਉਂਕਿ ਹੁਣ ਬੂੰਦ ਰਹੀ ਨਹੀਂ, ਉਹ ਸਮੁੰਦਰ ਹੋ ਗਈ ਨਾ, ਹੁਣ ਬੂੰਦ ਹੀ ਨਹੀਂ ਰਹੀ। ਉਸ ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਸ ਹੁਕਮ ਨੂੰ ਬੁੱਝ ਲਿਆ, ਅਪਣਾ ਲਿਆ, ਖੀਰ ਖਾ ਲਓ। ਆਪਕਾ ਹਾਂਜੀ, ਅਗਲਾ ਕਹਿੰਦਾ ਨਹੀਂ ਮੈਂ ਨਹੀਂ ਖਾਣੀ, ਤੇ ਅਸੀਂ ਨਾਲ ਹੀ ਕਹਿੰਦਾ ਬੜੀ ਸਵਾਦ ਹੈ, ਟਰਾਈ ਤੇ ਕਰਕੇ ਵੇਖ, ਚੱਖ ਕੇ ਵੇਖ, ਇੱਕ ਚਮਚਾ ਚੱਖ ਕੇ ਤੇ ਵੇਖ। ਤੇ ਜਦੋਂ ਚਮਚਾ ਚੱਖਦਾ ਨਾ ਤੇ ਉਹ ਬੜਾ ਹੱਸਦਾ, ਉਹ ਕਹਿੰਦਾ ਯਾਰ ਮੈਨੂੰ ਹੋਰ ਦੇ ਕੌਲੀ ਭਰ ਕੇ, ਇੱਕ ਹੋਰ ਕੌਲੀ ਦੇ। ਫਿਰ ਖਾਂਦਾ ਨਾ ਕਿਉਂਕਿ ਸਵਾਦ ਆ ਗਿਆ ਨਾ, ਉਹਨੇ ਚੱਖ ਲਿਆ। ਪ੍ਰਭ ਕੇ ਰੰਗ ਰਾਚ ਜਨ ਰਹੇ, ਰੰਗ ਦਾ ਮਤਲਬ ਪ੍ਰੇਮ, ਜਿਹੜੇ ਰੱਬ ਦੇ ਪਿਆਰ ਵਿੱਚ ਮਸਤ ਰਹਿੰਦੇ ਨੇ। ਰਾਤ ਜਨ ਰਹੇ ਦਾ ਮਤਲਬ ਮਸਤ ਰਹਿੰਦੇ ਨੇ ਰੱਬੀ ਪ੍ਰੇਮ ਦੇ ਵਿੱਚ, ਰੱਬ ਦੀ ਰਜ਼ਾ ਦੇ ਪ੍ਰੇਮ ਵਿੱਚ, ਰੱਬ ਦੇ ਗੁਣਾਂ ਦੇ ਪ੍ਰੇਮ ਵਿੱਚ।
यानी जो रब दी रजा नाल प्रेम करते ने, रब दे गुणां दे नाल प्यार करते ने, जो रब्बी प्यार दे विच रंगे रहंदे ने। गुर कै बचन पदार्थ लहे, इत्थे बचन दा मतलब बचन द्वारा, गुरु दे उपदेश राही ਉਹ ਨਾਮ ਪਦਾਰਥ ਹਾਸਲ ਕਰ ਲੈਂਦੇ ਨੇ। ਸਤਿਗੁਰ ਦੇ ਉਪਦੇਸ਼ ਦੀ ਬਰਕਤ ਨਾਲ ਉਹ ਪਦਾਰਥ ਸੁਖ ਹਾਸਲ ਕਰ ਲੈਂਦੇ ਨੇ, ਗੁਣਾਂ ਦੀ ਦਾਤ ਪਾ ਲੈਂਦੇ ਨੇ, ਉਹ ਹੁਕਮ ਨੂੰ ਸਮਝ ਲੈਂਦੇ ਨੇ, ਹੁਕਮ ਅਨੁਸਾਰ ਜ਼ਿੰਦਗੀ ਜਿੰਦੇ ਨੇ, ਤੇ ਫਿਰ ਉਹਨਾਂ ਨੂੰ ਸੁਖ ਦਾ ਪਦਾਰਥ ਮਿਲਦਾ ਹੈ। ਗੁਰੂ ਦੇ ਬਚਨਾਂ ਰਾਹੀਂ ਜੋ ਰੱਬੀ ਪ੍ਰੇਮ ਦੇ ਅੰਦਰ ਲੀਨ ਰਹਿੰਦੇ ਨੇ, ਉਹਨਾਂ ਨੂੰ ਫਿਰ ਗੁਰੂ ਦੇ ਬਚਨਾਂ ਤੇ ਚੱਲ ਕੇ ਇਹ ਪ੍ਰੇਮ ਦਾ ਸੁਖ ਦਾ ਪਦਾਰਥ ਮਿਲ ਜਾਂਦਾ। ਓਏ ਦਾਤੇ ਦੁੱਖ ਕਾਟਨ ਹਾਰ, ਤੇ ਉਹ ਜਿਹੜੇ ਸੇਵਕ ਨੇ ਨਾ ਰੱਬ ਦੇ, ਉਹ ਫਿਰ ਦੂਜਿਆਂ ਨੂੰ ਇਹ ਚੀਜ਼ ਦੀ ਦਾਤ ਦਿੰਦੇ ਨੇ, ਦੂਜਿਆਂ ਦਾ ਵੀ ਦੁੱਖ ਕੱਟਣ ਵਾਲੇ ਬਣ ਜਾਂਦੇ ਨੇ, ਕਿਉਂਕਿ ਉਹ ਦੂਜਿਆਂ ਨੂੰ ਹੀ ਗੁਰੂ ਦੇ ਨਾਲ ਜੋੜਦੇ ਨੇ। ਜਾ ਕੇ ਸੰਗ ਤਰੈ ਸੰਸਾਰ, ਉਹਨਾਂ ਦੀ ਸੰਗਤ ਦੇ ਨਾਲ ਮਿਲ ਕੇ ਸੰਸਾਰ ਦੇ ਆਮ ਜੋ ਪ੍ਰਾਣੀ ਨੇ ਵਿਕਾਰਾਂ ਤੋਂ ਤਰ ਜਾਂਦੇ ਨੇ, ਬਚ ਨਿਕਲਦੇ ਨੇ। ਜਨ ਕਾ ਸੇਵਕ ਸੋ ਵਡਭਾਗੀ, ਜੋ ਰੱਬ ਦਾ ਗੁਰੂ ਦਾ ਜੋ ਸੇਵਕ ਹੈ ਨਾ, ਰੱਬ ਦੇ ਸੇਵਕਾਂ ਦਾ ਜੋ ਸੇਵਕ ਹੈ, ਬੜੇ ਵੱਡੇ ਭਾਗਾਂ ਵਾਲਾ ਹੈ। ਜੋ ਸਤਸੰਗ ਦੇ ਵਿੱਚ ਆਉਂਦਾ ਹੈ, ਗੁਰੂ ਦੇ ਚਰਨਾਂ ਦਾ ਸੇਵਕ ਹੈ, ਰੱਬ ਦੇ ਦਾਸਾਂ ਦਾ ਜੋ ਦਾਸ ਹੈ, ਭਾਵ ਰੱਬ ਦੇ ਰਾਹਾਂ ਤੇ ਤੁਰਨ ਵਾਲਿਆਂ ਦੇ ਨਾਲ ਜੋ ਪ੍ਰੀਤ ਕਰਦਾ ਹੈ, ਸੰਗਤ ਕਰਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ, ਉਹ ਖੁਸ਼ਕਿਸਮਤ ਹੈ। ਕਿਉਂ ਕਿ ਜਨ ਕੈ ਸੰਗ ਏਕ ਲਿਵ ਲਾਗੀ, ਜੋ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਰੱਬੀ ਹੁਕਮ ਨੂੰ ਸਮਝਿਆ ਹੈ, ਬੁੱਝਿਆ ਹੈ, ਜਾਣਿਆ, ਜਿਨ੍ਹਾਂ ਦੀ ਇੱਕ ਦੇ ਨਾਲ ਲਿਵ ਲੱਗ ਗਈ ਹੈ, ਜਦੋਂ ਕੋਈ ਉਹਨਾਂ ਦੇ ਨਾਲ ਜੁੜਦਾ ਹੈ ਨਾ, ਫਿਰ ਉਹਨਾਂ ਦੇ ਨਾਲ ਜੁੜਿਆ ਏਕ ਲਿਵ ਲਾਗੀ, ਇੱਕ ਦੀ ਲਗਨ ਲੱਗ ਜਾਂਦੀ ਹੈ। ਇੱਥੇ ਲਿਵ ਦਾ ਮਤਲਬ ਸਮਾਧੀ ਨਹੀਂ, ਲਿਵ ਦਾ ਮਤਲਬ ਲਗਨ। ਉਹਨਾਂ ਦੇ ਨਾਲ ਮਿਲਿਆ ਇੱਕ ਦੀ ਲਗਨ ਲੱਗ ਜਾਂਦੀ ਹੈ, ਇੱਕ ਦੀ ਲਗਨ। ਫਿਰ ਦੇਵੀ ਦੇਵਤੇ, ਪੀਰ ਫਕੀਰ, ਮੜੀਆਂ, ਕਬਰ, ਵਰਤਨ, ਰਾਤੇ, ਸਰਾਧ, ਇਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। ਇੱਕ ਦੀ ਲਗਨ ਲੱਗ ਜਾਂਦੀ ਹੈ ਕਿ ਸਭ ਥਾਵਾਂ ਤੇ ਇੱਕ ਸਮਾਇਆ ਹੈ, ਸਭ ਥਾਵਾਂ ਤੇ ਇੱਕ ਸਮਾਇਆ ਹੈ, ਸਭ ਦੇ ਅੰਦਰ ਇੱਕ ਸਮਾਇਆ ਹੈ, ਸਭ ਥਾਵਾਂ ਤੇ ਇੱਕ ਦਾ ਹੁਕਮ ਚੱਲ ਰਿਹਾ ਹੈ। ਉਹਦੀ ਪ੍ਰੀਤ ਦੀ ਲਗਨ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਤੇ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹ ਰੱਬ ਦੇ ਗੁਣ ਕੀਰਤਨ ਗਾਉਂਦਾ। ਕੀਰਤਨ ਦਾ ਮਤਲਬ ਸਿਫਤ ਸਲਾਹ। ਫਿਰ ਰੱਬ ਦੇ ਜੋ ਪਿਆਰੇ ਨੇ ਉਹ ਸਿਫਤ ਸਲਾਹ ਗਾਉਂਦੇ ਨੇ, ਭਾਵ ਉਹ ਹਮੇਸ਼ਾ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਅੰਦਰ ਨੈਗੇਟਿਵਿਟੀ ਨਹੀਂ ਹੁੰਦੀ, ਚੜ੍ਹਦੀ ਕਲਾ ਵਿੱਚ ਹੁੰਦੇ ਨੇ, ਉਹ ਉਤਸ਼ਾਹ ਵਿੱਚ ਨੇ, ਉਹ ਹਮੇਸ਼ਾ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਰੱਬ ਦੀ ਰਜ਼ਾ ਦੀ ਗੱਲ ਕਰਦੇ ਨੇ। ਗੁਰ ਪ੍ਰਸਾਦ ਨਾਨਕ ਫਲ ਪਾਵੇ, ਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਹ ਫਲ ਪ੍ਰਾਪਤ ਕਰ ਲੈਂਦਾ ਹੈ। ਗੁਣਾਂ ਦਾ ਫਲ, ਸੁੱਖਾਂ ਦਾ ਫਲ, ਹੁਕਮ ਦਾ ਫਲ, ਰੱਬੀ ਰਜ਼ਾ ਦੇ ਅੰਦਰ ਤੁਰਨ ਦਾ ਇਹ ਫਲ ਉਹਨੂੰ ਪ੍ਰਾਪਤ ਹੁੰਦਾ ਹੈ ਕਿ ਉਹਦੇ ਜੀਵਨ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਜਾਂਦੀ ਹੈ। ਉਹ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਤਾਂ ਅੱਜ ਦੀ ਜੋ ਵਿਚਾਰ ਸੀ, ਜਿਨ੍ਹਾਂ ਵੀਰਾਂ ਭੈਣਾਂ ਨੇ ਜੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਇਸ ਵਿਚਾਰ ਮੁਤਾਬਕ ਸਵਾਲ ਪੁੱਛ ਸਕਦੇ ਨੇ। ਜੇ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਨੇ ਅੱਜ ਦੀ ਵਿਚਾਰ ਬਾਰੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਕਰਨਗੇ। ਜਿਨ੍ਹਾਂ ਵੀਰਾਂ ਭੈਣਾਂ ਨੇ ਸਵਾਲ ਪੁੱਛਣੇ ਨੇ ਉਹ ਵੀਰ ਜੀ ਦੇ ਬਿਨਾਂ ਕਹਿਣ ਤੋਂ ਹੀ ਅਨਮਿਊਟ ਹੋ ਜਾਓ, ਜਿਸ ਕਰਕੇ ਬਾਰ-ਬਾਰ ਨਾ ਅਨਾਉਂਸ ਕਰਨੀ ਪਵੇ। ਤੇ ਆਓ ਮੈਂ ਹੁਣ ਸਮਾਪਤੀ ਕਰ ਰਿਹਾ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਤੁਸੀਂ ਮੈਸੇਜ ਦੇ ਦਿੱਤਾ ਸਾਰਿਆਂ ਨੂੰ ਤੇ ਸਾਡੇ ਨਾਲ ਅਨਮਿਊਟ ਹੋ ਗਿਆ ਜੀ ਦਵਿੰਦਰ ਸਿੰਘ ਟੂਰ। ਮੈਂ ਤੁਹਾਡੇ ਕੋਲ ਆਉਣਾ ਜੀ ਹੁਣੇ 1 ਮਿੰਟ ਦੇ ਵਿੱਚ। ਗਿਆਨੀ ਜੀ ਦਾ ਧੰਨਵਾਦ ਜੀ। ਅੱਜ ਦੀ ਕਥਾ ਜਿਹੜੀ ਸਾਰਿਆਂ ਨੇ ਸੁਣ ਲਈ ਆ। ਜਿੱਦਾਂ ਉਹਨਾਂ ਨੇ ਕਿਹਾ ਕਿ ਕਿਸੇ ਨੇ ਕੋਈ ਗੱਲਬਾਤ ਕਰਨੀ ਆ, ਆਪਣੇ ਵਿਚਾਰ ਦੇਣੇ ਆ, ਤਾਂ ਤੁਸੀਂ ਅਨਮਿਊਟ ਹੋ ਜਾਓ ਤਾਂ ਕਿ ਤੁਹਾਡੀ ਗੱਲ ਅੱਗੇ ਪਹੁੰਚ ਸਕੇ ਤੇ ਵਿਚਾਰ ਵਟਾਂਦਰਾ ਹੋ ਸਕੇ। ਤੇ ਹਾਂਜੀ ਤੂਰ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਜੀ ਇੱਕ ਸ਼ਬਦ ਦੇ ਥੋੜੀ ਜਿਹੀ ਵਿਆਖਿਆ ਸੰਖੇਪ ਚ ਜ਼ਰੂਰ ਕਰ ਰਹੀ। ਪੂਰਬਲੇ ਕਰਮ, ਪੂਰਬਲਾ ਸਮਾਂ ਕਿਹੜਾ ਹੈਗਾ? ਪੂਰਬਲਾ ਕੰਮ ਤੇ ਪੂਰਬਲਾ ਸਮਾਂ। ਉਹਦੇ ਬਾਅਦ ਲੋਕ ਪਰਲੋਕ ਦਾ ਡਿਫਰੈਂਸ ਪਲੀਜ਼।
ਪੂਰਬਲਾ ਕੰਮ ਦਾ ਮਤਲਬ ਜਿਹੜਾ ਹੁਣ ਟਾਈਮ ਚੱਲ ਰਿਹਾ ਨਾ, ਇਸ ਵਕਤ 2:30 ਹੋਏ ਨੇ, ਤਾਂ 2:29 ਤੱਕ ਜੋ ਸਮਾਂ ਸੀ ਉਹ ਸਾਡਾ ਪੂਰਬਲਾ ਸਮਾਂ ਸੀ, ਉਹ ਸਾਡਾ ਪੂਰਬਲਾ ਜਨਮ ਸੀ, ਸਾਡਾ ਪੂਰਬਲਾ ਜੀਵਨ ਸੀ। ਪੂਰਬ ਦਾ ਮਤਲਬ ਪਾਸਟ ਵਿੱਚ ਜੋ ਅਸੀਂ ਜੀ ਚੁੱਕੇ ਹਾਂ। ਪੂਰਬਲਾ ਕਰਮ ਦਾ ਮਤਲਬ ਜੋ ਹੁਣ ਤੋਂ ਪਹਿਲਾਂ ਅਸੀਂ ਕਰ ਚੁੱਕੇ ਹਾਂ। ਤੇ ਲੋਕ ਪਰਲੋਕ ਦਾ ਮਤਲਬ ਹੈਗਾ ਹਰ ਥਾਂ ਤੇ, ਹਰ ਥਾਂ ਤੇ। ਜਿਵੇਂ ਲੋਕ ਪਰਲੋਕ ਦੇ ਨਾ ਕਈ ਅਸੀਂ ਅਰਥਾਂ ਤੋਂ ਵਿਚਾਰ ਸਕਦੇ ਹਾਂ, ਕਈ ਪੱਖਾਂ ਤੋਂ। ਲੋਕ ਦਾ ਮਤਲਬ ਸਾਡੇ ਆਪਣੇ ਲੋਕ, ਤੇ ਪਰਲੋਕ ਦਾ ਮਤਲਬ ਪਰਾਏ ਲੋਕ। ਇਹ ਤੁਹਾਡੇ ਵਾਸਤੇ ਇੰਗਲੈਂਡ ਤੁਹਾਡਾ ਆਪਣਾ ਲੋਕ ਹੈ, ਲੇਕਿਨ ਇੰਡੀਆ ਹੁਣ ਤੁਹਾਡੇ ਵਾਸਤੇ ਪਰਲੋਕ ਹੈ, ਕਿਉਂਕਿ ਉੱਥੇ ਵੀਜ਼ਾ ਲੈ ਕੇ ਜਾਣਾ ਪੈਣਾ ਹੈ। ਮਤਲਬ ਲੋਕ ਪਰਲੋਕ ਦਾ ਮਤਲਬ ਹਰ ਥਾਂ ਤੇ। ਤੇ ਜਿਹੜਾ ਪੂਰਬਲਾ ਕਰਮ ਜਾਂ ਪੂਰਬਲਾ ਸਮਾਂ, ਉਹਦਾ ਮਤਲਬ ਪਾਸਟ, ਜੋ ਬੀਤ ਗਏ ਸਮੇਂ ਅੰਦਰ ਜੋ ਅਸੀਂ ਕੰਮ ਕੀਤਾ। ਠੀਕ ਹੈ ਜੀ, ਜੀ। ਧੰਨਵਾਦ। ਹਾਂਜੀ। ਪਰ ਅਸੀਂ ਤਾਂ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਲਫ਼ਜ਼ ਬਹੁਤ ਦਫਾ ਆਉਂਦਾ ਹੈ, ਤੇ ਇਸ ਨੂੰ ਅੱਜ ਤੱਕ ਇਹੀ ਸਮਝ ਹੀ ਗਏ ਆ ਪਿਛਲਾ ਸਮਾਂ, ਪਹਿਲੀ ਜ਼ਿੰਦਗੀ ਦਾ। ਔਰ ਲੋਕ ਪਰਲੋਕ ਦਾ ਵੀ ਇਹ ਅਰਥ ਮੈਂ ਅੱਜ ਦਾ ਸਮਝਦਾ ਰਿਹਾ ਵੀ ਲੋਕ ਇਹ ਆ, ਪਰਲੋਕ ਜਦੋਂ ਅਸੀਂ ਡੈਥ ਹੋਣ ਤੋਂ ਬਾਅਦ ਜਾਂਦੇ ਆ। ਇਹ ਦੋਨਾਂ ਦੇ ਅਰਥ ਅੱਜ ਤੱਕ ਮੈਂ ਰੌਂਗ ਹੀ ਸਮਝਦਾ ਰਿਹਾ। ਧੰਨਵਾਦ ਜੀ। ਧੰਨਵਾਦ, ਤੁਸੀਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ, ਇਸ ਵਾਸਤੇ ਤੁਹਾਡਾ ਧੰਨਵਾਦ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ ਦੂਰ ਸਾਹਿਬ। ਤੇ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ ਅਨਮਿਊਟ ਹੋ ਜਾਓ। ਇਸ ਵੇਲੇ ਹੋਇਆ ਤਾਂ ਹੈ ਨਹੀਂ ਕੋਈ ਵੀ ਅਨਮਿਊਟ। ਤੇ ਇੱਕ ਮੈਂ ਲਾਈਟਰ ਨੋਟ ਤੇ ਗੱਲ ਕਰ ਰਿਹਾ ਜੀ, ਜੇ ਕਿਸੇ ਨੇ ਨਹੀਂ ਅਨਮਿਊਟ ਹੋਣਾ ਤੇ ਆਪਾਂ ਉਹ ਕਰਕੇ ਤਾਂ ਫਿਨਿਸ਼ ਕਰ ਦਿੰਦੇ ਜੀ। ਜਿੱਦਾਂ ਗਿਆਨੀ ਜੀ ਨੇ ਆਪਣੀ ਕਥਾ ਦੇ ਵਿੱਚ ਗੱਲ ਕਰਦੇ ਸੀਗੇ ਕਿ ਅਸੀਂ ਜਦੋਂ ਅਰਦਾਸ ਦੇ ਵਿੱਚ ਵੀ ਕੋਈ ਕਰਾਉਂਦੇ ਆ ਆਪਣੀ ਅਰਦਾਸ, ਸਵਾ ਪਾਉਣ ਦੀ, 2.25 ਪਾਉਣ ਦੀ, 3.25, 5.5 ਪਾਉਣ, ਉਹਦੇ ਬਾਅਦ 'ਚ ਫਿਰ 10.25 ਹੋ ਜਾਂਦੇ, ਫਿਰ 11 ਹੋ ਜਾਂਦੇ ਆ, ਫਿਰ 21 ਹੋ ਜਾਂਦੇ, 31, 51, ਏਦਾਂ ਕੁਛ। ਮੈਂ ਇਹ ਜਾਣਨਾ ਚਾਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ ਇਹ ਆਇਆ ਕਿੱਥੋਂ ਜੀ? ਇੱਕ ਤਾਂ ਸਵਾ ਦਾ ਕਿੱਥੋਂ ਆਇਆ, ਇੱਕ 11, 21, 31 ਜਿਹੜਾ ਆ, 51, 101, ਇਹ ਕਿੱਥੋਂ ਆਇਆ? ਆਪਣੇ ਆਪਣੇ ਵਿਚਾਰ ਤੁਸੀਂ ਦਿਓ ਜ਼ਰੂਰ ਪਲੀਜ਼, ਕਿਉਂਕਿ ਆਪਾਂ ਸਾਰਿਆਂ ਨੇ ਇਹ 11, 21 ਸਾਰਿਆਂ ਨੇ ਵਰਤੇ ਹੋ, ਸਵਾ ਵੀ ਆਪਾਂ ਵਰਤੇ ਹੋ ਆ, ਤੇ ਇਹਦੇ ਨਾਲ ਮੈਨੂੰ ਸ਼ੋਰ ਨਹੀਂ ਵੀ ਇਹ ਕਿੱਥੋਂ ਨਿਕਲਿਆ ਸਵਾ ਵਾਲਾ ਤੇ 11, 21 ਵਾਲਾ। ਤੁਸੀਂ ਤੁਹਾਡੇ ਹਿਸਾਬ ਨਾਲ ਇਹ ਕਿੱਦਾਂ, ਮਤਲਬ ਹੈ ਕੋਈ ਸਮਝ? ਜਿੱਦਾਂ ਤੁਹਾਡੀ ਆਪਣੀ ਆਪਣੀ ਸਮਝ ਹੈਗੀ ਹੈ, ਤੁਸੀਂ ਉਹ ਵਿਚਾਰ ਜ਼ਰੂਰ ਦਿਓ ਜੀ। ਹੈ ਲਾਈਟਰ ਨੋਟ ਹੈ, ਆਪਾਂ ਕੋਈ ਸੀਰੀਅਸ ਗੱਲ ਨਹੀਂ ਕਰਦੇ, ਤੇ ਇਹਦੇ ਬਾਰੇ ਤੁਸੀਂ ਜ਼ਰੂਰ ਆਪਣਾ ਆਪਣਾ ਵਿਚਾਰ ਦਿਓ। ਤੇ ਕੁਲਦੀਪ ਕੌਰ ਜੀ, ਤੁਸੀਂ ਅਨਮਿਊਟ ਹੋਏ ਆ। ਮੈਂ ਤਾਂ ਗਿਆਨੀ ਜੀ ਕੋਲੋਂ ਇੱਕ ਲਾਈਨ ਦਾ ਮਤਲਬ ਪੁੱਛਣਾ ਸੀ ਕਿਤੇ ਹੋਰ। ਮੈਂ ਪੁੱਛ ਲਵਾਂ ਕਿ ਤੁਸੀਂ ਆਪਣਾ ਇਹ ਸਬਜੈਕਟ ਪਹਿਲਾਂ ਕਰਨਾ? ਨਹੀਂ ਜੀ, ਤੁਸੀਂ ਪਹਿਲਾਂ ਪੁੱਛ ਲਓ, ਫਿਰ ਜਾਂਦੇ ਹੋ ਸਬਜੈਕਟ ਵਾਸਤੇ ਵੀ ਮੇਰਾ ਖਿਆਲ ਉਹਨਾਂ ਨੂੰ ਰੈਡੀ ਹੋਣ ਨੂੰ ਟਾਈਮ ਲੱਗ ਜਾਣਾ ਜੀ। ਗਿਆਨੀ ਜੀ, ਗਿਆਨੀ ਅਮਰੀਕ ਸਿੰਘ ਨੇ ਇੱਕ ਭੇਜਿਆ ਅੱਜ, ਇਹ ਪਿਸ਼ਤਿਆ ਕਿ ਪਿਸਤਿਆ? ਪਿਸ਼ਤ ਨਜੀਕ ਰਾਖ ਰਹਿਮਾਨਾ, ਇੱਕ ਪੰਕਤੀ ਹੈ। ਹਾਂਜੀ, ਪਿਸਤ ਨਜੀਕ ਰਾਖ ਰਹਿਮਾਨਾ। ਇੱਥੇ ਪਿਸਤ ਦੇ ਤੱਤੇ ਥੱਲੇ ਔਂਕੜ ਹੈ। ਹਾਂ। ਨਜੀਕ ਦਾ ਮਤਲਬ ਨੇੜੇ, ਰਾਖ ਦਾ ਮਤਲਬ ਰੱਖ, ਰਹਿਮਾਨਾ ਦਾ ਮਤਲਬ ਹੈ ਰਹਿਮ ਕਰਨ ਵਾਲੇ। ਕਿ ਹੈ ਰਹਿਮ ਕਰ। ਪਹਿਲਾ ਵਰਡ ਹੈ ਪਿਸ਼ਤਿਆ, ਜਿੱਦਾਂ ਲਾਈਕ ਬਹਿਸ਼ਤ। ਹਾਂਜੀ, ਇਹ ਬਹਿਸ਼ਤ ਦਾ ਸ਼ਬਦ ਹੈਗਾ, ਬਹਿਸ਼ਤ, ਲੇਕਿਨ ਇਹਨੂੰ ਅਸੀਂ ਪੜਾਂਗੇ ਪਿਸਤ। ਬਹਿਸ਼ਤ ਦਾ ਮਤਲਬ ਸਵਰਗ, ਜਿਵੇਂ ਜੰਨਤ ਮੰਨਦੇ ਨੇ ਮੁਸਲਮਾਨ ਵੀਰ। ਪਿਸ਼ਤ। ਤੇ ਗੁਰਮਤ ਜਿਹੜੀ ਹੈ ਉਹ ਨਰਕ ਔਰ ਸਵਰਗ ਨੂੰ ਨਹੀਂ ਮੰਨਦੀ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਦੇ, ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਇਹਦੇ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ। ਤਾਂ ਇੱਥੇ ਪਿਸਤ ਦੇ ਉੱਤੇ ਅਸੀਂ ਰੁਕਾਂਗੇ ਥੋੜਾ ਜਿਹਾ। ਪਿਸਤ ਇੱਥੇ ਰੁਕਾਂਗੇ, ਔਰ ਇੱਥੋਂ ਸਾਨੂੰ ਇਹ ਸੈਂਸ ਮਿਲੇਗੀ ਵੀ ਪਿਸਤ ਕੀ ਹੈ। ਗੁਰੂ ਜੀ ਦੱਸਣਾ ਚਾਹੁੰਦੇ ਨੇ ਪਿਸਤ ਕੀ ਹੈ। ਨਜੀਕ ਰਾਖ ਰਹਿਮਾਨਾ, ਵੀ ਹੈ ਰਹਿਮ ਕਰਨ ਵਾਲੇ ਰੱਬ, ਸਾਨੂੰ ਆਪਣੇ ਚਰਨਾਂ ਵਿੱਚ ਰੱਖ। ਇਹ ਹੀ ਸਵਰਗ ਹੈ, ਇਹ ਹੀ ਬਹਿਸ਼ਤ ਹੈ। ਹੋਰ ਕੋਈ ਵੱਖਰੀ ਬਹਿਸ਼ਤ ਜਾਂ ਸਵਰਗ ਮਰਨ ਤੋਂ ਬਾਅਦ ਨਹੀਂ ਹੈ। ਰੱਬ ਦੇ ਨੇੜੇ ਰਹਿਣਾ, ਰੱਬ ਦੇ ਗੁਣਾਂ ਵਾਲੀ ਜ਼ਿੰਦਗੀ ਜੀਣੀ ਸਵਰਗ ਹੈ, ਔਰ ਅਵਗੁਣਾਂ ਵਾਲੀ ਜ਼ਿੰਦਗੀ ਜੀਣੀ ਨਰਕ ਹੈ। ਇੱਥੇ ਪਿਸਤ ਤੇ ਰੁਕਾਂਗੇ। ਪਿਸਤ ਨਜੀਕ ਰਾਖ ਰਹਿਮਾਨਾ,
ਇਹ ਬੇਨਤੀ ਹੈ ਕਿ ਹੇ ਪ੍ਰਭੂ ਸਾਨੂੰ ਆਪਣੇ ਨਜ਼ਦੀਕ ਰੱਖ, ਤੇਰੇ ਨੇੜੇ ਰਹਿਣਾ, ਤੇਰੇ ਚਰਨਾਂ ਨਾਲ ਜੁੜੇ ਰਹਿਣਾ ਹੀ ਸਵਰਗ ਹੈ। ਠੀਕ ਠੀਕ ਹੈ ਜੀ, ਥੈਂਕ ਯੂ। ਧੰਨਵਾਦ। ਧੰਨਵਾਦ ਜੀ। ਹਾਂਜੀ ਜਗਜੀਤ ਕੌਰ ਜੀ, ਤੁਸੀਂ ਅਨਮਿਊਟ ਹੋਏ ਸੀਗੇ ਤੇ ਹਾਂਜੀ। ਹਾਂਜੀ ਅੱਜ ਕਰੋ ਗੱਲ ਜੀ। ਥੈਂਕ ਯੂ। ਹਾਂਜੀ, ਮੈਂ ਤੁਹਾਡਾ ਜਿਹੜਾ ਕੁਐਸਚਨ ਹੈਗਾ 1.25 ਲੱਖ ਕਦੋਂ ਆਇਆ, ਮੇਰਾ ਜਿੱਥੇ ਤੱਕ ਖਿਆਲ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸੀ 1.25 ਲੱਖ ਸੇ ਏਕ ਲੜਾਊ, ਮਤਲਬ ਉਹਨਾਂ ਨੇ ਇੱਕ ਸਿੱਖ ਦੀ ਸ਼ਕਤੀ ਨੂੰ 1.25 ਲੱਖ ਦਾ ਦੱਸਿਆ ਹੋਵੇ। ਪਰ ਸਾਡੇ ਬੀਇੰਗ ਹਿਊਮਨ ਬੀਇੰਗ, ਨਾਰਮਲ ਹਿਊਮਨ ਬੀਇੰਗ, ਅਸੀਂ ਨਾ ਰੱਬ ਦਾ ਬਹੁਤ ਦਿੱਤਾ ਹੁੰਦਾ ਤੇ ਕੁਝ ਗਿਣਦੇ ਨਹੀਂ ਆ, ਤੇ ਜਦੋਂ ਆਪ ਦਿੰਦੇ ਆ ਅਸੀਂ ਜਦ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਬਹੁਤ ਦਿੱਤਾ। ਸੋ ਇਸ ਕਰਕੇ ਉਹਨਾਂ ਨੇ ਹੁਣ $1 ਕੀ ਜਾਂ 1 ਪਾਉਂਡ ਕੀ ਤੇ 1.25 ਦਾ ਉਹਨਾਂ ਨੇ ਕਰਤਾ ਆਪਣੇ ਵੱਲੋਂ ਕਿ ਵੀ ਜ਼ਿਆਦਾ ਦਿਖੇ। ਸੋ ਹੋ ਸਕਦਾ ਹੈ ਇਸ ਹਿਸਾਬ ਨਾਲ ਲੋਕੀ ਕਹਿੰਦੇ ਹੁਣ 1.25 ਪਾਉਂਡ, $1.25 ਜਾਂ ਇਸ ਤਰ੍ਹਾਂ। ਠੀਕ ਹੈ ਜੀ, ਠੀਕ ਹੈ ਜੀ, ਬਣਦੀ ਹੈ ਸੈਂਸ ਦਾ। ਤੇ ਬਾਕੀ ਮੈਨੂੰ ਜਿਹੜਾ 11 21 51 101 ਕੋਤਰੀ ਜਾਂ ਏਦਾਂ ਕੁਝ, ਇਹਦਾ ਵੀ ਨਹੀਂ ਪਤਾ। ਇਹ ਵੀ ਇਹਦੇ ਨਾਲ ਰਿਲੇਟਡ ਹੈ ਜੀ ਜਾਂ ਹੋਰ ਤੁਹਾਡੇ ਖਿਆਲ ਦੇ ਵਿੱਚ? ਸਾਰੇ ਜਣੇ ਸਮਾਈਲ ਕਰ ਰਹੇ ਆ ਜੀ, ਇਦਾਂ ਹੁਣ ਆਪਣੇ ਕੋਲੇ ਹੀ ਨਾ ਰੱਖੋ ਤੁਸੀਂ ਸਾਰੀਆਂ ਚੀਜ਼ਾਂ। ਹੁਣ ਭੈਣ ਜੀ ਨੂੰ ਇਕੱਲੇ ਤੇ ਔਨ ਦਾ ਸਪੌਟ ਨਾ ਪਾਓ, ਤੁਸੀਂ ਵੀ ਕਰੋ ਗੱਲ। ਅਸਲ ਦੇ ਵਿੱਚ ਨਾ ਜਿਹੜਾ ਮੈਨੂੰ ਸਮਝ ਪੈਂਦਾ ਹੈ, ਇਹਦਾ ਵੈਸੇ ਕੋਈ ਤੇ ਬਹੁਤਾ ਉਹ ਨਹੀਂ ਹੈ ਮਿਲਦਾ ਵੀ ਪੱਕੇ ਤੌਰ ਤੇ, ਪਰ ਇਹ ਜਿਹੜਾ ਨਾ ਇਹ ਪੁਜਾਰੀ ਵਰਗ ਦਾ ਪੈਦਾ ਕੀਤਾ ਹੋਇਆ ਸਾਧਨ ਹੈਗਾ ਵੀ ਜਿਹੜੇ ਆਮ ਕਰਕੇ ਪਿੰਡਾਂ ਦੇ ਵਿੱਚ ਨਾ ਮਾਤਾਵਾਂ ਜਾਂ ਬਜ਼ੁਰਗ ਕਹਿੰਦੇ ਵੀ ਸਵਾਈ ਚੀਜ਼ ਹੋਏਗੀ, ਜੇ ਤੁਸੀਂ ਸਵਾਇਆ ਕਹੋਗੇ ਤੇ ਸਵਾਇਆ ਹੋਏਗਾ। ਇਸ ਲਈ ਵੀ ਸਾਡੀ ਚੀਜ਼ ਘੱਟ ਨਾ ਹੋਵੇ ਵੀ $2 ਦਿੱਤੇ ਤੇ 2 ਜਿਹੜਾ ਪੂਰੇ ਨੇ, ਤੇ ਉੱਥੇ ਸੈਂਸ ਲੈ ਲਿਆ ਵੀ ਪੂਰਾ ਹੀ ਰਹਿਣਾ ਹੈ, ਤੇ ਜੇ 2.25 ਕਰੋਗੇ ਤੇ ਸਵਾਇਆ ਹੋ ਜਾਏਗਾ, ਬਹੁਤਾ ਹੋ ਜਾਏਗਾ। ਤੇ ਉਹਦੇ ਪਿੱਛੇ ਇਹ ਜਿਹੜਾ ਭਾਵ ਹੈ ਉਹ ਮਤਲਬ ਲੈ ਕੇ ਤੇ ਲੋਕੀ 1.25 ਜਾਂ ਅੱਗੋਂ 11 10 ਵੀ ਹੋ ਜਾਣਾ ਪੂਰਾ, ਕਿਉਂਕਿ 2 ਦੇ ਨਾਲ ਕਨਵਰਟ ਹੋ ਰਿਹਾ, ਤੇ ਕਿ ਸਾਡਾ ਵਾਧਾ ਪਵੇ ਇਸ ਵਹਿਮ ਨੂੰ ਲੈ ਕੇ 11.25 21 31 ਵਗੈਰਾ ਵਗੈਰਾ। ਹੋਰ ਇਹਦਾ ਕੋਈ ਬਹੁਤਾ ਕੋਈ ਸੈਂਸ ਨਹੀਂ ਹੈ, ਇਹ ਵਹਿਮ ਹੈ ਪਿੱਛੇ। ਠੀਕ ਹੈ ਜੀ। ਦਵਿੰਦਰ ਸਿੰਘ ਜੀ ਤੂਰ ਸਾਹਿਬ, ਤੁਸੀਂ ਵੀ ਅਨਮਿਊਟ ਪਤਾ ਨਹੀਂ ਪਹਿਲਾਂ ਦੇ ਹੀ ਹੈ ਜਾਂ ਹੁਣ ਤੁਸੀਂ ਗੱਲ ਕਰਨੀ ਸੀ ਕੋਈ? ਨਹੀਂ, ਅੱਛਾ ਜੀ। ਪਰ ਕੁਝ ਲੋਕ ਜਦੋਂ ਪ੍ਰਸ਼ਾਦ ਲੈਣ ਲੱਗਦੇ ਨਾ ਤਾਂ ਵੀ ਕਹਿੰਦੇ ਇਸ ਤਰ੍ਹਾਂ ਕਹਿਣਗੇ ਸਵਾਇਆ ਦੋ। ਉਸ ਵੇਲੇ ਤੇ ਛੋਟਾ ਹੁੰਦਾ ਉਹਨਾਂ ਦਾ। ਮੈਂ ਉਹੀ ਗੱਲ ਕਰਨ ਲੱਗਾ ਸੀਗਾ ਜੀ, ਗਾਹਾਂ ਦੀ ਗੱਲ, ਮੈਂ ਸਵਾਇਆ ਦੀ ਗੱਲ ਕਰਨ ਲੱਗਾ ਸੀਗਾ। ਜਦੋਂ ਪ੍ਰਸ਼ਾਦ ਲੈਣ ਲੱਗਦੇ ਨੇ, ਜਿੱਦਾਂ ਤੁਸੀਂ ਕਿਹਾ, ਉਹ ਜਿਹਨਾਂ ਨੂੰ ਵਿਚਾਰੇ ਮੇਰੇ ਵਰਗੇ ਸ਼ੂਗਰ ਹੋਈ ਹੈ ਤਾਂ ਉਹ ਐਂ ਹੀ ਕਰਦੇ ਸਵਾਇਆ। ਐਕਚੁਅਲੀ ਗਿਆਨੀ ਜੀ ਤੁਸੀਂ ਦੱਸੋ, ਸਵਾਇਆ ਦਾ ਮਤਲਬ ਇੰਨਾ ਹੀ ਹੁੰਦਾ ਕਿ ਅਦਰ ਵੇ ਰਾਉਂਡ ਹੈ ਜੀ? ਇਹ ਜਿਹੜਾ ਸਵਾਇਆ ਨਾ ਵੀ ਸਾਨੂੰ ਸਵਾਇਆ ਦਿਓ, ਇਹ ਨਿਹੰਗ ਸਿੰਘਾਂ ਦੇ ਚੜ੍ਹਦੀ ਕਲਾ ਦੇ ਬੋਲੇ ਸਨ ਸਾਰੇ। ਇਹ ਉਧਰੋਂ ਆਏ ਨੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ, ਪੋਜ਼ਿਟਿਵ ਥਿੰਕਿੰਗ ਦੇ। ਜਿਵੇਂ ਛੋਲੇ ਚੱਬਦੇ, ਹੁਣ ਨਿਹੰਗ ਸਿੰਘ ਛੋਲੇ ਨਹੀਂ ਕਹਿੰਦੇ, ਉਹ ਬਦਾਮ ਕਹਿੰਦੇ ਨੇ। ਜੇ ਕੱਲਾ ਬੰਦਾ ਜਾ ਰਿਹਾ ਨਾ ਤੇ ਉਹ ਕਹਿੰਦੇ ਨੇ 1.25 ਲੱਖ ਫੌਜਾਂ ਜਾ ਰਹੀਆਂ ਨੇ, ਇਹ ਮਤਲਬ ਚੜ੍ਹਦੀ ਕਲਾ ਵਾਲੇ ਬੋਲੇ ਸੀ। ਤੇ ਜਿਵੇਂ ਕੋਈ ਬੰਦਾ ਮਰ ਜਾਏ ਤੇ ਉਹ ਇਹ ਕਹਿੰਦੇ ਨੇ ਬੰਦਾ ਮਰ ਗਿਆ ਨਾ, ਇਹ ਢਹਿਣ ਦੀ ਕਲਾ। ਉਹ ਕਹਿੰਦੇ ਵੀ ਸਿੰਘ ਚੜਾਈ ਕਰ ਗਿਆ, ਮਤਲਬ ਮੌਤ ਤੇ ਫਤਿਹ ਪਾ ਗਿਆ। ਜੇ ਕੋਈ ਬੰਦਾ ਸੁੱਤਾ ਹੈ ਤਾਂ ਸੁੱਤਾ ਨਹੀਂ, ਕਿਉਂਕਿ ਕਹਿੰਦੇ ਸੁਸਰੀ ਸੌਂ ਗਈ, ਉਹ ਕਹਿੰਦੇ ਵੀ ਸਿੰਘ ਅੜਿੰਗ ਬੜਿੰਗ ਹੋਇਆ ਹੈ। ਜਿਵੇਂ ਕੱਲਾ ਬੰਦਾ ਜਾ ਰਿਹਾ ਤੇ 1.25 ਲੱਖ, ਜੇ ਉਹਨਾਂ ਨੇ ਬਤਾਊ ਵੀ ਬਣਾਏ ਹੋਣ ਤੇ ਉਹ ਕਹਿੰਦੇ ਨੇ ਬਟੇਰੇ ਬਣਾਏ ਨੇ। ਤਾਂ ਜਿਹੜਾ ਸਵਾਇਆ ਸੀ ਨਾ, ਸਵਾਇਆ ਉਹ ਇਹ ਨਹੀਂ ਸੀ ਕਹਿੰਦੇ ਵੀ ਚੀਜ਼ ਥੋੜੀ ਹੈ ਯਾਰ, ਵੀ ਥੋੜੀ ਮਿਲੇਗੀ। ਉਹ ਕਹਿੰਦਾ ਵੀ ਸਵਾਈ ਹੈ, ਮਤਲਬ ਇਹ ਸਵਾਇਆ ਜਿਹੜਾ ਸੀ ਚੜ੍ਹਦੀ ਕਲਾ ਵਾਲੇ ਬੋਲਿਆਂ ਦੇ ਵਿੱਚੋਂ ਆਇਆ ਹੈ। ਜਿਵੇਂ ਉਹ ਲਾਲ ਮਿਰਚਾਂ ਨੇ ਤੇ ਉਹਨੂੰ ਲੜਾਕੀ ਕਹਿਣਗੇ, ਹਲਦੀ ਤੇ ਉਹ ਕੇਸਰ ਕੌਰ ਹੋ ਗਈ। ਤੇ ਜੇ ਕਿਸੇ ਨੂੰ ਬੁਖਾਰ ਚੜਿਆ ਹੈ ਤੇ ਨਿਹੰਗ ਸਿੰਘ ਕਦੀ ਨਹੀਂ ਕਹਿੰਦੇ ਵੀ ਬੁਖਾਰ ਚੜਿਆ ਹੈ, ਕਿਉਂਕਿ ਚੜਿਆ ਦਾ ਮਤਲਬ ਵੀ ਉਹ ਇਹਦੇ ਉੱਤੇ ਹਾਵੀ ਹੋ ਗਿਆ ਹੈ। ਉਹ ਕਹਿੰਦੇ ਨੇ ਧਰਮਰਾਜ ਦਾ ਪੁੱਤਰ ਇਹਦੀ ਸੇਵਾ ਕਰਦਾ ਹੈ, ਯਾਨੀ ਬੁਖਾਰ ਦੇ ਵਿੱਚ ਵੀ ਚੜ੍ਹਦੀ ਕਲਾ ਵੀ ਧਰਮਰਾਜ ਦਾ ਪੁੱਤਰ ਸੇਵਾ ਕਰਦਾ। ਹੁਣ ਦੇਖੋ, ਜਿਹਨੂੰ ਬੁਖਾਰ ਚੜਿਆ ਉਹਨੂੰ ਕਿੰਨੀ ਮਾਣ ਮਿਲੇਗਾ ਵੀ ਧਰਮਰਾਜ ਦਾ ਪੁੱਤਰ ਸੇਵਾ ਕਰਦਾ, ਤੇ ਉਹ ਤੇ ਉੱਠ ਕੇ ਤੁਰ ਪਏਗਾ। ਤੇ ਜਿਹਨੂੰ ਕਹੋਗੇ ਬੁਖਾਰ ਚੜਿਆ ਹੈ ਵੀ ਇਹਨੂੰ ਦੱਬ ਲਿਆ ਉਹਨੇ, ਉਹਦੇ ਅੰਦਰ ਨੈਗੇਟਿਵਿਟੀ। ਇਹ ਚੜ੍ਹਦੀ ਕਲਾ ਦੇ ਬੋਲੇ ਸਨ ਸਿੰਘਾਂ ਦੇ। ਇਹ ਜਿਹੜਾ ਸਵਾਇਆ ਬੋਲਿਆ ਨਾ, ਇਹ ਸਵਾਏ ਨੂੰ ਥੋੜਾ ਨਾ ਕਹਿ ਕੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ। ਪਰ ਐਕਚੁਅਲੀ ਸਵਾਇਆ ਜਦੋਂ ਆਪਾਂ ਕਹਿੰਦੇ ਆ, ਗੁਰਬਾਣੀ ਦੇ ਵਿੱਚ ਵੀ ਸ਼ਾਇਦ 1-2 ਵਾਰੀ ਜਿੱਥੇ ਲੱਭ ਜਾਏ ਸਵਾਏ ਦਾ, ਤਾਂ ਮਤਲਬ ਚੜੇ ਸਵਾਇਆ, ਇਦਾਂ ਦਾ ਕੋਈ ਸ਼ਬਦ ਹੈਗਾ ਜੀ? ਤੇ ਉਹਦੇ ਤਾਂ ਮਤਲਬ ਉਹ ਜਿਹੜਾ ਸਵਾਇਆ ਚੜੇਗਾ ਨਾ, ਉਹ ਹੈਗੀ ਬਹੁਤੇ ਦੀ ਗੱਲ ਵੀ ਬਹੁਤਾ ਵਧੇਗਾ। ਪਰ ਜਦੋਂ ਅਸੀਂ ਸਵਾਇਆ ਥੋੜੇ ਨੂੰ ਕਹਿੰਦੇ ਨਾ ਵੀ ਸਵਾਇਆ ਜਾ ਦਿਓ, ਉਹ ਉੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਵੀ ਜਦੋਂ ਕਿਹਾ ਜਾਂਦਾ ਸੀ ਵੀ ਸਵਾਇਆ ਹੈ ਵੀ ਮਤਲਬ ਥੋੜਾ ਹੈ,
ਤੇ ਜੇ ਕੋਈ ਦੁਸ਼ਮਣ ਵੀ ਜਾਂ ਦੂਜਾ ਵੀ ਸੁਣਦਾ ਹੋਵੇ ਤਾਂ ਉਹਨੂੰ ਇਹ ਨਾ ਹੋਏ ਵੀ ਮਤਲਬ ਇਹਨਾਂ ਦੇ ਕੋਲ ਚੀਜ਼ਾਂ ਘਟ ਗਈਆਂ ਨੇ ਜਾਂ ਕੁਛ ਕਹਿੰਦੇ ਵੀ ਸਵਾਇਆ ਮਤਲਬ ਇਹ ਸਾਈਕੋਲੋਜੀਕਲ ਇਫੈਕਟਸ ਹਨ ਸਾਰੇ। ਠੀਕ ਜਿਹੜਾ ਹੈ ਜੀ। ਦੇਵੇ ਚੜੇ ਸਵਾਇਆ ਦਾ ਮਤਲਬ ਉਹ ਬਹੁਤੇ ਦੀ ਗੱਲ ਹੈ, ਪਰ ਜਿਹੜਾ ਮਤਲਬ ਆ ਭੈਣ ਕਹਿ ਰਹੇ ਨੇ ਵੀ ਪ੍ਰਸ਼ਾਦ ਨੂੰ ਕਹਿੰਦੇ ਨੇ ਵੀ ਸਵਾਇਆ ਜਾ, ਤੇ ਉਹ ਥੋੜੇ ਦੀ ਗੱਲ ਹੈ, ਪਰ ਉਹ ਹੈ ਚੜ੍ਹਦੀ ਕਲਾ ਵਾਲਾ ਪ੍ਰਤੀਕ। ਤੇ ਨਿਹੰਗ ਸਿੰਘ ਵਾਲੀ ਜਿਹੜੀ ਤੁਸੀਂ ਗੱਲ ਕਹੀ ਆ ਨਾ ਜੀ, ਉਹਦੇ ਵਿੱਚ ਉਹ ਜਿਹੜੇ ਬਤਾਊਆਂ ਨੂੰ ਬਟੇਰੇ ਕਹਿੰਦੇ ਆ, ਇਹਦਾ ਮਤਲਬ ਕਿਤੇ ਨਾ ਕਿਤੇ ਬਟੇਰੇ ਉਹਨਾਂ ਦਿਮਾਗ 'ਚ ਫਸੇ ਹੋ ਆ, ਜਿਹੜੇ ਬਟੇਰੇ ਕਹੀ ਜਾਂਦੇ ਆ। ਕੀ ਵੀ ਹੋਏ ਨਾ ਵੀ ਸਿੰਘ ਜਿਹੜੇ ਨੇ, ਜਿਹੜਾ ਬਟੇਰੇ ਦਾ ਮੀਟ ਹੈ ਉਹਨੂੰ ਆਮ ਜਿਹੜੇ ਖਾਣ ਵਾਲੇ ਨੇ, ਹੁਣ ਮੈਂ ਤੇ ਖਾਂਦਾ ਨਹੀਂ, ਮੈਂ ਸੱਸਾਂ ਨੇ 81 ਦਾ ਛੱਡਿਆ, 81 ਤੋਂ ਪਹਿਲੋਂ ਖਾਂਦੇ ਰਹੇ ਵਾਧੂ, 81 ਛੱਡਿਆ ਸੀ, ਅੱਜ 40 ਸਾਲ ਦੇ ਕਰੀਬ ਹੋ ਗਏ। ਪਰ ਜਿਹੜੇ ਮਤਲਬ ਮੀਟ ਖਾਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਬਟੇਰਿਆਂ ਦਾ ਮੀਟ ਸਵਾਦ ਬੜਾ ਹੁੰਦਾ। ਤੇ ਜਿਹੜੇ ਬਤਾਊ ਨੇ ਇਹਨਾਂ ਦੇਸ਼ਾਂ ਵਿੱਚ, ਤੇ ਅਸੀਂ ਬਤਾਊਆਂ ਦੀ ਸਬਜ਼ੀ ਚੰਗੀ ਸਮਝਦੇ ਹਾਂ ਕਿਉਂਕਿ ਇੱਥੇ ਮਹਿੰਗੇ ਨੇ, ਤੇ ਬਤਾਊ ਜਿਹੜੇ ਨੇ ਇੰਡੀਆ ਤੇ ਉਹਨਾਂ ਦੀ ਕੋਈ ਵੈਲਿਊ ਕੋਈ ਨਹੀਂ ਹੈਗੀ। ਬਤਾਊ ਕਿਸੇ ਪ੍ਰਾਹੁਣੇ ਨੂੰ ਖਵਾਓ ਤੇ ਉਹ ਕਹਿੰਦਾ ਯਾਰ ਉਹਨਾਂ ਨੇ ਬਤਾਊ ਖਵਾਏ, ਇਸ ਲਈ ਬਤਾਊ ਸਭ ਤੋਂ ਨਕੰਮੇ ਸਮਝੇ ਜਾਂਦੇ ਨੇ ਨਾ, ਤੇ ਬਟੇਰੇ ਦਾ ਮੀਟ ਸਭ ਤੋਂ ਵਧੀਆ ਸਮਝਿਆ ਜਾਂਦਾ ਹੈ। ਇਸ ਲਈ ਜੇ ਉਹ ਬਟੇਰੇ ਵੀ ਖਾ ਰਹੇ ਨੇ, ਬਤਾਊ ਵੀ ਖਾ ਰਹੇ ਨੇ, ਤੇ ਤਾਂ ਵੀ ਉਹਨਾਂ ਨੂੰ ਸਭ ਤੋਂ ਵਧੀਆ ਸਮਝ ਰਹੇ ਨੇ, ਮਤਲਬ ਬਟੇਰਿਆਂ ਦਾ ਲੈ ਰਹੇ ਜਾਨੀ। ਹਾਂ, ਸਵਾਦ ਬਟੇਰਿਆਂ ਦਾ। ਇੱਕ ਨਾ ਬੰਦਾ ਸੀ ਤੇ ਰੋਟੀ ਖਾ ਰਿਹਾ ਸੀ ਤੇ ਸਬਜ਼ੀ ਉਹਦੇ ਕੋਲ ਹੈ ਨਹੀਂ ਸੀ, ਤੇ ਉਹਨੇ ਫਰਸ਼ ਦੇ ਉੱਤੇ ਨਾ ਏਦਾਂ ਕਰਕੇ ਲਕੀਰ ਬਣਾਈ ਕੌਲੀ ਵਰਗੀ, ਤੇ ਰੁੱਖੀ ਰੋਟੀ, ਤੇ ਉਹ ਜਿਹੜੀ ਲਕੀਰ ਜੀ ਬਣਾਈ ਸੀ ਨਾ ਉਹਦੇ ਵਿੱਚ ਇੰਜ ਕਰਕੇ ਕਰੇ ਤੇ ਖਾ ਲਵੇ, ਉਹ ਲਕੀਰ ਵਾਲੀ ਕੌਲੀ ਵੱਲ ਕਰੇ ਤੇ ਖਾ ਲੈ। ਤੇ ਬੰਦਾ ਕਹਿੰਦਾ ਵੀ ਕੀ ਕਰਨ ਡਿਆ? ਕਹਿੰਦਾ ਆਹ ਕੀ ਕਰਨ ਡਿਆ? ਕਹਿੰਦਾ ਯਾਰ ਰੋਟੀ ਰੁੱਖੀ ਹੈ, ਸਬਜ਼ੀ ਭਾਜੀ ਹੈ ਨਹੀਂ ਸੀ, ਤੇ ਮੈਂ ਲਕੀਰ ਬਣਾ ਲਈ ਕੌਲੀ, ਤੇ ਮੈਂ ਇਹ ਮੰਨ ਲਿਆ ਵੀ ਇਹਦੇ ਵਿੱਚ ਦਾਲ ਹੈ, ਮੈਂ ਇਹ ਮੰਨ ਲਿਆ ਵੀ ਦਾਲ ਹੈ, ਤੇ ਮੈਂ ਦਾਲ ਨਾਲ ਖਾ ਰਿਹਾ। ਉਹ ਕਹਿੰਦਾ ਵੀ ਕੰਜਰ ਦਾ ਜਦੋਂ ਖਾਣਾ ਹੀ ਹੈ ਤੇ ਪਨੀਰ ਮੰਨ ਕੇ ਖਾ, ਸ਼ਾਹੀ ਪਨੀਰ ਖਾ, ਦਾਲ ਖਾ। ਜਦੋਂ ਮੰਨਣਾ ਹੀ ਫਿਰ ਸ਼ਾਹੀ ਪਨੀਰ ਮੰਨ ਲੈ। ਇਹ ਗੱਲ ਸਹੀ, ਇਹ ਗੱਲ ਸਹੀ ਹੈ ਜੀ। ਇਸ ਗੱਲੋਂ ਨਿਹੰਗ ਸਿੰਘ ਆਪਣੀ ਚੜ੍ਹਦੀ ਕਲਾ ਚਾਹੀਏ ਜੀ, ਫਿਰ ਪੂਰੀ ਤਰ੍ਹਾਂ ਜਦੋਂ ਮੰਨਣਾ ਫਿਰ ਚੜ੍ਹਦੀ ਕਲਾ ਵਿੱਚ ਪੂਰਾ ਉਹ ਕਰੋ ਨਾ ਜਿਹੜਾ A1 ਹੋਵੇ। ਹਾਂ ਠੀਕ ਹੈ ਜੀ, ਥੈਂਕ ਯੂ। ਜਦੋਂ ਲੰਗਰ ਵੀ ਪੂਰਾ ਹੋ ਜਾਏ ਨਾ, ਤਾਂ ਉਹ ਕਹਿੰਦੇ ਨਹੀਂ ਸੀ ਕਿ ਵੀ ਲੰਗਰ ਪੂਰਾ ਹੋ ਗਿਆ, ਉਹਨਾਂ ਨੇ ਕਹਿਣਾ ਲੰਗਰ ਮਸਤਾਨਾ ਹੋ ਗਿਆ, ਮਸਤਾਨਾ ਮਸਤ ਹੋ ਗਿਆ। ਔਰ ਨਾ ਇੱਕ ਸਾਈਕੋਲੋਜੀਕਲ ਇਫੈਕਟ ਹੈ, ਇਹਨੂੰ ਕਹਿੰਦੇ ਨੇ ਐਫਰਮੇਸ਼ਨ ਟੈਕਨੀਕ, ਪਾਵਰ ਆਫ ਐਫਰਮੇਸ਼ਨ ਟੈਕਨੀਕ। ਆਪਾਂ ਕਦੇ ਫਿਰ ਮੌਕਾ ਬਣਿਆ ਤੇ ਇਹਦੇ ਬਾਰੇ ਗੱਲ ਕਰਾਂਗੇ। ਜੋ CBT ਹੈ ਨਾ, ਕੋਗਨੀਟਿਵ ਬਿਹੇਵੀਅਰ ਥੈਰੇਪੀ, ਜੋ ਨੈਗੇਟਿਵਿਟੀ ਵਿੱਚੋਂ ਪੋਜ਼ਿਟਿਵਿਟੀ ਵਿੱਚ ਆਉਣ ਵਾਸਤੇ ਜੋ ਸਾਈਕੋਥੈਰੇਪਿਸਟ ਸਾਨੂੰ ਸੁਜੈਸ਼ਨਸ ਦਿੰਦੇ ਨੇ, ਤਾਂ ਟੈਕਨੀਕ ਆਫ ਐਫਰਮੇਸ਼ਨ ਟੈਕਨੀਕ ਜਿਹੜੀ ਹੈ ਨਾ, ਇਹ ਵਾਸਤਵ ਦੇ ਵਿੱਚ ਹੀ ਬਹੁਤ ਵਧੀਆ ਕੰਮ ਕਰਦੀ ਹੈ। ਤੇ ਇੱਕ ਐਫਰਮੇਸ਼ਨ ਦੇਣੀ ਆਪਣੇ ਆਪ ਨੂੰ ਚੜ੍ਹਦੀ ਕਲਾ ਦੀ, ਤੇ ਵਾਸਤਵ ਦੇ ਵਿੱਚ ਇਹ ਸਾਈਕੋਲੋਜੀਕਲ ਇਫੈਕਟ ਵੀ ਨੇ, ਮਤਲਬ ਪੂਰੇ ਦਾ ਪੂਰਾ ਇਹ ਕੰਮ ਕਰਦੀ ਹੈ। ਜਿਵੇਂ ਕੋਈ ਵੀ ਇਵੈਂਟ ਜਿਹੜਾ ਸਾਡੇ ਅੰਦਰ ਥਾਟਸ ਪੈਦਾ ਕਰੇਗਾ, ਤੇ ਉਹ ਥਾਟਸ ਨਾ ਵੱਖਰੇ ਵੱਖਰੇ ਪੈਦਾ ਕਰੇਗਾ ਹਰ ਇੱਕ ਦੇ ਅੰਦਰ। ਮੰਨ ਲਓ ਕਿਸੇ ਬੰਦੇ ਨੇ ਤੁਹਾਨੂੰ ਬੁਲਾਇਆ ਨਹੀਂ, ਤੇ ਤੁਹਾਡੇ ਅੰਦਰ ਥਾਟ ਪੈਦਾ ਹੋਇਆ ਕਿ ਮੇਰੇ ਨਾਲ ਈਰਖਾ ਕਰਦਾ ਹੈ, ਮੈਨੂੰ ਇਹਨੇ ਨੀਵਾਂ ਵਿਖਾਇਆ, ਤਾਂ ਤੁਹਾਡੇ ਅੰਦਰ ਈਰਖਾ ਦਾ ਵਿਚਾਰ ਪੈਦਾ ਹੋਏਗਾ। ਦੂਜਾ ਬੰਦਾ ਵੱਖਰਾ ਸੋਚੇਗਾ, ਉਹ ਸੋਚੇਗਾ ਕਿ ਇਹ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਹੈ, ਜਾਂ ਮੈਨੂੰ ਪਹਿਲੋਂ ਵੀ ਇਸ ਤਰ੍ਹਾਂ ਕਰਦਾ ਹੈ। ਐਵੇਂ ਦੇ ਵਿਚਾਰ ਜਿਹੜੇ ਨੇ ਵੱਖਰੇ ਵੱਖਰੇ ਸਾਡੇ ਅੰਦਰ ਆਉਣਗੇ। ਕੋਈ ਵੀ ਇਵੈਂਟ ਸਾਡੇ ਅੰਦਰ ਥਾਟਸ ਪੈਦਾ ਕਰਦਾ ਹੈ, ਤੇ ਉਸ ਥਾਟਸ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ, ਤੇ ਉਹ ਇਮੋਸ਼ਨਸ ਇੱਕ ਹੋਰ ਸਿਚੁਏਸ਼ਨ ਪੈਦਾ ਕਰਦੇ ਨੇ, ਤੇ ਉਹ ਸਿਚੁਏਸ਼ਨ ਸਾਡੇ ਅੰਦਰ ਇੱਕ ਹੋਰ ਥਾਟ ਪੈਦਾ ਕਰਦੀ, ਹੋਰ ਥਾਟ ਸਾਡੇ ਅੰਦਰ ਹੋਰ ਇਮੋਸ਼ਨਸ, ਇਸ ਤਰ੍ਹਾਂ ਇੱਕ ਬਹੁਤ ਵੱਡਾ ਗੇੜ ਚੱਲ ਜਾਂਦਾ ਹੈ, ਤੇ ਅਸੀਂ ਨੈਗੇਟਿਵ ਹੋ ਜਾਂਦੇ ਹਾਂ, ਜਾਂ ਸਾਡੇ ਅੰਦਰ ਓਵਰ ਥਿੰਕਿੰਗ ਆ ਜਾਂਦੀ ਹੈ। ਤੇ ਫਿਰ ਇਹਨੂੰ ਖਤਮ ਕਰਨ ਵਾਸਤੇ, ਜਿਵੇਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਹੈਗਾ ਐਕਟੀਵਿਟੀ, ਮਤਲਬ ਜਿਹੜੀ ਚੀਜ਼ ਹੈਗੀ ਹੈ, ਉਸ ਤੋਂ ਅੱਗੇ ਹੈਗਾ ਤੁਹਾਡੇ ਅੰਦਰ ਬਿਲੀਵ ਕੀ, ਉਸ ਥਾਟਸ ਵਾਸਤੇ ਬਿਲੀਵ ਕੀ ਪੈਦਾ ਹੋਇਆ, ਫਿਰ ਤੁਹਾਡੇ ਅੰਦਰ ਮਤਲਬ ਭਾਵਨਾ ਕਿਹੜੀ ਪੈਦਾ ਹੋਈ। ਹੁਣ ਨੈਗੇਟਿਵ ਹੋ ਗਏ, ਤਾਂ ਜਿਹੜੇ ਕੋਗਨੀਟਿਵ ਬਿਹੇਵੀਅਰ ਥੈਰੇਪੀ ਵਾਲੇ ਨੇ, ਉਹ ਡਿਪਿਊਟ ਕਹਿੰਦੇ ਨੇ ਕਿ ਉਸ ਜੋ ਵਿਚਾਰ ਪੈਦਾ ਹੋਇਆ ਹੈ, ਉਸ ਵਿਚਾਰ ਨੂੰ ਖਤਮ ਕਰਕੇ ਉੱਥੇ ਨਵਾਂ ਵਿਚਾਰ ਫਿੱਟ ਕਰਨਾ ਹੈ। ਤਾਂ ਇਹ ਨਾ ਵਾਸਤਵ ਦੇ ਵਿੱਚ ਹੀ ਜਿਹੜੀ ਪਾਵਰ ਆਫ ਐਫਰਮੇਸ਼ਨ ਟੈਕਨੀਕ ਹੈ, ਵਾਸਤਵ 'ਚ ਕੰਮ ਕਰਦੀ ਹੈ। ਮੈਂ ਬਸ ਇਹ ਗੱਲ ਖਤਮ ਕਰਨ ਲੱਗਾ। ਜਦੋਂ ਵੀ ਤੁਹਾਡੇ ਅੰਦਰ ਕਿਤੇ ਨੈਗੇਟਿਵ ਵਿਚਾਰ ਆਏ, ਚਿੰਤਾ, ਫਿਕਰ, ਡਰ, ਵਹਿਮ, ਸਹਿਮ, ਤਾਂ ਉੱਥੇ ਐਫਰਮੇਸ਼ਨ ਦਿਓ ਕਿ ਮੈਂ ਖੁਸ਼ ਹਾਂ, ਮੈਂ ਰਿਲੈਕਸ ਹਾਂ।
ਮੈਂ ਖੁਸ਼ ਹਾਂ, ਮੈਂ ਰਿਲੈਕਸ ਹਾਂ, ਗੁੱਸੇ ਵਗੈਰਾ ਨੂੰ ਦੂਰ ਕਰਨ ਵਾਸਤੇ ਬਹੁਤ ਵਧੀਆ ਟੈਕਨੀਕ ਹੈ। ਡਿਪਰੈਸ਼ਨ ਚੋਂ ਬਾਹਰ ਆਉਣ ਲਈ ਬਹੁਤ ਵਧੀਆ ਟੈਕਨੀਕ ਹੈ। ਜਦੋਂ ਤੁਹਾਡੇ ਅੰਦਰ ਤੁਹਾਡੀਆਂ ਪਾਸਟ ਦੀਆਂ ਪਰੇਸ਼ਾਨੀਆਂ ਜਾਂ ਆਉਣ ਵਾਲੀ ਕੋਈ ਚਿੰਤਾ, ਜਦੋਂ ਇਹ ਚਿੰਤਾ ਦਾ ਵਿਚਾਰ ਆਏ ਤਾਂ ਇਹ ਸੋਚੋ ਕਿ ਮੈਂ ਰਿਲੈਕਸ ਹਾਂ। ਇਹ ਨਹੀਂ ਕਿ ਇੰਜ ਘਸੁੰਨ ਵੱਟਿਆ ਹੋਇਆ ਤੇ ਮੈਂ ਰਿਲੈਕਸ ਹਾਂ, ਐਵੇਂ ਨਹੀਂ। ਰਿਲੈਕਸ ਬਾਰੇ ਸੋਚਣਾ ਹੈ, ਰਿਲੈਕਸ ਹੋਣਾ ਵੀ ਹੈ। ਮੈਂ ਖੁਸ਼ ਹਾਂ, ਮੈਂ ਰਿਲੈਕਸ ਹਾਂ। ਤਾਂ ਫਿਰ ਤੁਹਾਡੇ ਅੰਦਰ ਇਹ 10 ਵਾਰੀ 15 ਵਾਰੀ 20 ਵਾਰੀ ਕਰਨ ਦੇ ਨਾਲ ਇੱਕ ਨਿਊਰੋ ਪੈਟਰਨ ਬਣ ਜਾਏਗਾ। ਤੇ ਜਦੋਂ ਤੁਹਾਡੇ ਅੰਦਰ ਪੋਜ਼ਿਟਿਵ ਨਿਊਰੋ ਪੈਟਰਨ ਬਣ ਗਿਆ ਨਾ, ਤਾਂ ਉਦੋਂ ਜਦੋਂ ਕਦੇ ਨੈਗੇਟਿਵ ਵਿਚਾਰ ਆਏਗੀ ਤਾਂ ਉਹ ਆਟੋਮੈਟਿਕਲੀ ਤੁਹਾਡੀ ਬਿਨਾਂ ਉਹਦੇ ਤੋਂ ਹੀ ਉਹ ਪੋਜ਼ਿਟਿਵ ਦੇ ਵਿੱਚ ਬਦਲ ਦੇਵੇਗਾ। ਇਸ ਲਈ ਵਧੀਆ ਸੀ ਸਾਰੀਆਂ ਚੀਜ਼ਾਂ। ਸੌਰੀ ਮੈਂ ਤੁਹਾਡਾ ਟਾਈਮ ਜ਼ਿਆਦਾ ਲੈ ਗਿਆ। ਨਹੀਂ ਜੀ, ਨਹੀਂ ਕੋਈ ਗੱਲ ਨਹੀਂ ਜੀ, ਇਹ ਬਹੁਤ ਵਧੀਆ ਕੀਤਾ ਜੀ, ਤੁਸੀਂ ਐਕਸਪਲੇਨ ਕੀਤਾ, ਸਾਨੂੰ ਸਮਝ ਪਈ ਹੈ। ਤੇ ਸਾਡੇ ਨਾਲ 3-4 ਜਣੇ ਹੋਰ ਜਿਹੜੇ ਆ ਜੀ, ਉਹ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਨਾਲ ਗੱਲ ਕਰਾਂ ਜੀ, ਤੇ ਮੈਂ ਵੈਲਕਮ ਕਰਦਾ ਸਾਡੇ ਭਾਈ ਸਾਹਿਬ ਕੁਲਵੀਰ ਸਿੰਘ, ਕਾਫੀ ਚਿਰ ਤੋਂ ਬਾਅਦ ਜਰਮਨੀ ਤੋਂ ਸਾਡੇ ਨਾਲ ਜੁੜੇ ਆ। ਅਸੀਂ ਉਹਨਾਂ ਨੂੰ ਵੈਲਕਮ ਵੀ ਕਰਦੇ ਹਾਂ ਤੇ ਉਹਨਾਂ ਨੂੰ ਬੇਨਤੀ ਕਰਦੇ ਜੇ ਉਹਨਾਂ ਨੇ ਕੋਈ ਗੱਲਬਾਤ ਕਰਨੀ ਤਾਂ ਉਹ ਅਨਮਿਊਟ ਉੱਤੇ ਜਾਂ ਸਾਡੇ ਨਾਲ ਕਰ ਲੈਣ। ਤੇ ਉਹ ਤੋਂ ਪਹਿਲਾਂ ਮੈਂ ਸਾਡੇ ਨਾਲ ਜਸਵੀਰ ਕੌਰ ਹੈ ਜੀ, ਜਸਵੀਰ ਕੌਰ ਤੇ ਨਾਲ ਉਹਦੇ ਬਾਅਦ ਜਸਵੀਰ ਕੌਰ ਸੇਖੋਂ ਬਾਅਦ ਦੇ ਵਿੱਚ, ਔਰ ਪਹਿਲਾਂ ਜਸਵੀਰ ਕੌਰ ਜੀ। ਹਾਂਜੀ, ਤੁਸੀਂ ਗੱਲ। ਮੈਂ ਵੀ ਇਹੀ ਕਹਿਣਾ ਸੀਗਾ, ਸਾਡੇ ਘਰ 'ਚ ਜਦੋਂ ਅਸੀਂ ਗਰੋ ਅਪ ਹੋਏ ਹਾਂ ਦਾਦੀ ਦੇ ਨਾਲ, ਜੇ ਅਸੀਂ ਕਹਿਣਾ ਨਾ ਆਹ ਮੁੱਕ ਗਿਆ ਜਾਂ ਹੈ ਨੀ ਗਾ, ਮੇਰੀ ਦਾਦੀ ਨੇ ਕਹਿਣਾ ਏਦਾਂ ਨੀ ਕਹੀਦਾ ਹੁੰਦਾ, ਉਹਨੂੰ ਕਹਿਣਾ ਵੱਧ ਗਿਆ, ਇਹ ਵੱਧ ਗਿਆ ਆ, ਕਦੇ ਵੀ ਕਹਿਣਾ ਨਹੀਂ ਕਿ ਹੈ ਨਹੀਂ। ਹਾਂਜੀ ਹਾਂ। ਦੀਵਾ ਵਧਾ ਦਿਓ, ਇਹ ਨਹੀਂ ਕਿ ਬੁਝਾ ਦਿਓ, ਦੁਕਾਨ ਵਧਾ ਦਿਓ। ਹਾਂਜੀ ਬੁਝਾ ਦਿਓ ਨੂੰ ਪੋਜ਼ਿਟਿਵ ਵਿਚਾਰ। ਹਾਂਜੀ, ਬਹੁਤ ਏਦਾਂ ਸਾਡੀ ਦਾਦੀ ਨੇ ਸਾਨੂੰ ਬਹੁਤ ਕੁਛ ਏਦਾਂ ਕੀਤਾ ਕਿ ਏਦਾਂ ਨਹੀਂ ਕਹਿਣਾ, ਏਦਾਂ ਕਰਨਾ। ਉਹ ਫਿਰ ਆਦਤ ਪੈ ਗਈ ਸਾਨੂੰ ਛੋਟੇ ਹੁੰਦਿਆਂ ਤੋਂ ਹੀ। ਠੀਕ ਹੈ ਜੀ, ਬਹੁਤ ਵਧੀਆ ਜੀ, ਥੈਂਕ ਯੂ ਤੁਹਾਡਾ। ਜਸਵੀਰ ਕੌਰ ਸੇਖੋਂ ਜੀ, ਉਹਦੇ ਬਾਅਦ ਸੁਰਿੰਦਰ ਕੌਰ 2। ਜਸਵੀਰ ਕੌਰ ਸੇਖੋਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੋ ਗਿਆਨੀ ਹੋਣਾ ਨੇ ਦੱਸਿਆ ਬਹੁਤ ਸੋਹਣੀ ਗੱਲ ਆ। ਤੇ ਮੇਰੇ ਬੱਚੇ ਅਜੇ ਕੋਈ ਗੁਰਬਾਣੀ ਐਰਾ ਵਗੈਰਾ ਕੁਝ ਵੀ ਨਹੀਂ ਪੜ੍ਹਦੇ ਵੀ, ਪਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਆ, ਮਾਂ ਕਦੇ ਨੈਗੇਟਿਵ ਘਰ 'ਚ ਸੋਚਣਾ ਨਹੀਂ ਗਾ ਹੈਗਾ, ਪੋਜ਼ਿਟਿਵ ਸੋਚ, ਸਾਡਾ ਪੋਜ਼ਿਟਿਵ ਹੀ ਆਊਗਾ। ਖੁਸ਼ ਰਹੋ ਤੇ ਖੁਸ਼ੀ ਆਊਗੀ। ਉਹ ਹਮੇਸ਼ਾ ਹੀ ਏਦਾਂ ਦੀਆਂ ਗੱਲਾਂ ਕਰਦੇ ਆ, ਪਰ ਜਿਹੜੀਆਂ ਗੱਲਾਂ ਵੀ ਮੈਂ ਸੁਣੀਆਂ ਇਹ ਬਹੁਤ ਸੋਹਣੀਆਂ ਨੇ। ਵੈਰੀ ਨਾਈਸ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ, ਬਹੁਤ ਵਧੀਆ ਗੱਲ ਹੈ ਜੀ। ਇਹ ਵੈਸੇ ਤਾਂ ਇਹ ਬਹੁਤ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ ਜੇ ਆਪਾਂ ਅਪਲਾਈ ਕਰੀਏ ਤਾਂ, ਹੈ ਜੀ। ਤੇ ਪੋਜ਼ਿਟਿਵ ਨਹੀਂ, ਇਹ ਸੋਚ ਠੀਕ ਹੈ। ਆਪਾਂ ਜਿਹੜੇ ਬੱਚੇ ਆ ਨਾ, ਅਸੀਂ ਵੇਖੋ, ਜੋ ਮੇਰਾ ਕਾਕਾ ਵੱਡੇ ਆਪਣੇ ਦਾਦੀ ਦੇ ਘਰੇ ਚੱਲਿਆ ਜਦੋਂ, ਹਨਾ, ਤੇ ਕਹਿੰਦਾ ਮੰਮੀ ਮੈਂ ਉੱਥੇ ਰਹਿਣਾ ਥੋੜੇ ਜਿਹੇ ਲਈ। ਮੈਂ ਕਿਹਾ ਜਗਦੀਪ ਦੇਖ ਬੇਟਾ, ਜੇ ਤੂੰ ਉੱਥੇ ਜਾਣਾ ਆ, ਸਿਰਫ ਇੱਕ ਚੀਜ਼ ਸੋਚ ਕੇ ਜਾਈ, ਉਹਦੀ ਪੈਨਸ਼ਨ ਵੱਲੇ ਨਹੀਂ ਦੇਖਣਾ, ਉਹਦੀ ਸੇਵਾ ਕਰਨੀ ਆ। ਯਕੀਨ ਕਰੋ 3 ਮਹੀਨਿਆਂ ਦੇ ਵਿੱਚ ਹੀ ਉਹ ਕਾਕਾ ਇੰਨਾ ਸੋਹਣਾ ਸੈੱਟ ਹੋ ਗਿਆ। ਉਹਨੂੰ ਨਵਾਉਣਾ ਧਵਾਉਣਾ, ਤੇ ਸੰਗੋ ਮੇਰੇ ਸਹੁਰੇ ਨੇ ਕਹਿਣਾ ਵੀ ਕਾਕਾ ਮੇਰਾ ਤਾਂ 3 ਬੇਟਿਆਂ ਚੋਂ ਇੱਕ ਵੀ ਨਹੀਂ। ਤੇ ਮੈਂ ਫਿਰ ਘਰੋਂ ਸਮਝਾ ਕੇ ਕਹਿਣਾ, ਮੈਂ ਕਹਿਣਾ ਵੀ ਬੇਟਾ ਵੀ ਤੁਸੀਂ ਕਹੋ ਵੀ ਮੈਂ ਤੁਹਾਡੇ ਬੇਟੇ ਦਾ ਬੇਟਾ ਆ, ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ, ਹਨਾ। ਪਰ ਮਤਲਬ ਵੀ ਜਿਹੜੀ ਸਿੱਖਿਆ ਬੱਚਿਆਂ ਨੂੰ ਦਵੋ ਜਾਂ ਲਵੋ, ਨਾਈਸ ਆ। ਇਹ ਬਹੁਤ ਚੰਗੀਆਂ ਗੱਲਾਂ ਨੇ ਜਿਹੜੇ ਅਸੀਂ ਸਿੱਖਦੇ ਹਾਂ। ਥੈਂਕ ਯੂ ਵੈਰੀ ਮਚ। ਠੀਕ ਹੈ ਜੀ, ਧੰਨਵਾਦ। ਸੁਰਿੰਦਰ ਕੌਰ 2। ਹਾਂਜੀ ਹਾਂਜੀ, ਇਹੀ ਕਹਿਣਾ ਸੀ ਮੈਂ ਕਿ ਗਿਆਨੀ ਜੀ ਨੇ ਸਮਝਾ ਕੇ ਪੋਜ਼ਿਟਿਵ ਥੋਟਸ ਕਿੱਦਾਂ ਆਉਂਦੀਆਂ। ਨਵਾਂ ਟੈਕਨੀਕ ਹੈ ਜਿਹੜਾ ਮਾਈਂਡਫੁਲਨੈਸ ਦਾ, ਇਸੇ ਆਧਾਰ ਦੇ ਉੱਤੇ ਹੀ ਆ ਕਿ ਤੁਸੀਂ ਵਿਚਾਰ ਉਦਾਂ ਦੇ ਲਿਆਓ ਤੇ ਤੁਹਾਨੂੰ ਉਸੇ ਤਰ੍ਹਾਂ ਦੀਆਂ ਥੋਟਸ ਦਿਮਾਗ ਦੇ ਵਿੱਚ ਆਉਂਦੀਆਂ ਤੇ ਉਸੇ ਤਰ੍ਹਾਂ ਤੁਸੀਂ ਵਰਤਾਓ ਕਰਦੇ ਹੋ। ਤੇ ਬਾਕੀ ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਉਹ 11, 21 ਜਾਂ 52, ਮੇਰਾ ਖਿਆਲ ਮੈਂ ਇਹ ਵੀ ਸੁਣਿਆ ਸੀ ਕਿ ਸ਼ਗਨਾਂ ਜਦੋਂ ਆਪਾਂ ਇਹ ਦਿੰਦੇ ਹਾਂ ਤੇ ਇਹਦਾ ਮਤਲਬ ਹੁੰਦਾ ਕਿ ਤੁਸੀਂ ਅਗਲੇ ਦਾ ਮਾਣ ਤਾਣ ਰੱਖਣ ਵਜੋਂ ਇੱਕ ਰੱਖ ਲਓ, ਬਾਕੀ ਵਾਪਸ ਲੈ ਲਓ। ਇਹ ਤੁਹਾਡੀ ਗੱਲ ਸਹੀ ਹੈ ਜੀ। ਮੈਂ ਮਾੜੇ ਜਿਹੇ ਮੈਨੂੰ ਹੁਣ ਤੁਹਾਡੇ ਕਹਿਣ ਤੇ ਚੇਤਾ ਆ ਗਿਆ ਵੀ। ਹਾਂਜੀ, ਹੋਰ ਤਾਂ ਨਹੀਂ ਗੱਲ ਕਰਨੀ ਤੁਸੀਂ? ਅੱਛਾ, ਮੈਨੂੰ ਉਹ ਤੁਹਾਡੇ ਕਹਿਣ ਤੇ ਚੇਤਾ ਇੱਕ ਵਾਰੀ ਆ ਗਿਆ ਜੀ। ਅਸੀਂ ਛੋਟੇ ਹੁੰਦੇ ਸੀਗੇ ਤਾਂ ਇੰਡੀਆ ਦੇ ਵਿੱਚ ਸਾਡੇ ਕਿਤੇ ਵਿਆਹ ਸੀਗਾ ਗੁਆਂਢ ਦੇ ਵਿੱਚ, ਪੁਰਾਣੇ ਟਾਈਮਾਂ ਦੀ ਗੱਲ ਆ। ਤੇ ਉਹ ਜਦੋਂ ਜਨੇਤ ਜਾਂਦੀ ਆ ਜੀ, ਤੇ ਉਹ ਲੋਕੀ ਭੰਗੜਾ ਪਾਉਂਦੇ ਹੁੰਦੇ ਆ, ਬਾਜੇ ਵਾਲੇ ਹੁੰਦੇ ਮੋਹਰੇ ਜਾਂ ਕਿੱਦਾਂ, ਤੇ ਉਹ ਲੋਕੀ ਕੰਪੀਟੀਸ਼ਨ ਦੇ ਵਿੱਚ ਮਤਲਬ ਕਰਾਉਂਦੇ ਹੁੰਦੇ ਨਾ, ਬੇਲ ਕਰਾ ਦਿਓ, ਏਦਾਂ ਸਾਰਾ ਕੁਛ ਹੈ ਨਾ। ਤੇ ਉਹ ਇੱਕ ਬੰਦੇ ਨੇ ਨਾ
100 ਰੁਪਈਆ ਲਾ ਕੇ ਤਾਂ ਇੱਕ ਨਾਲ ਲਾ ਦਿੱਤਾ। ਉਹਨਾਂ ਨੇ ਇੱਕ ਰੱਖਣਾ ਸੀਗਾ ਤਾਂ 100 ਮੋੜਨਾ ਸੀਗਾ। ਤੇ ਉਹ ਜਿਹੜੇ ਲੱਗਦੀ ਵਾਲੇ ਸੀਗੇ ਉਹ ਕਹਿੰਦੇ ਬਾਜੇ ਵਾਲਿਆਂ ਨੂੰ ਕਹਿੰਦੇ 100 ਨਾ ਮੋੜੀਏ ਦਾ। ਉਹ ਫਿਰ 100 ਵੀ ਗਵਾ ਲਿਆ। ਫਿਰ ਸ਼ਾਮ ਤਾਈਂ ਮਿੰਨਤਾਂ ਕਰੇ ਵੀ ਮੈਂ ਤਾਂ ਉੱਦਾਂ ਸ਼ੋਅ ਆਫ ਲਈ ਕੀਤਾ ਸੀਗਾ, ਇਹ ਤਾਂ ਰੱਖਣਾ ਤਾਂ ਇੱਕੋ ਹੀ ਸੀਗਾ, ਸਾਰੇ ਇਦਾਂ ਹੀ ਕਰਦੇ ਆ। ਪਰ ਦੂਜੇ ਪਾਸੇ ਵਾਲਿਆਂ ਨੇ ਉਹਨਾਂ ਦਾ 100 ਗਵਾਤਾ, ਮਸੀਂ ਜਾ ਕੇ ਮੁੜੇ ਸੀ ਉਦੋਂ। ਇਹ ਗੱਲ ਸਹੀ ਹੈ ਜੀ ਤੁਹਾਡੀ, ਥੈਂਕ ਯੂ ਤੁਹਾਡਾ। ਤੇ ਹਾਂਜੀ ਗਗਨਦੀਪ ਸਿੰਘ ਜੀ, ਸ਼ੋਅ ਆਫ ਕਰਕੇ ਹੀ ਨਾ ਇਹ 11 ਤੋਂ 21, 21 ਤੋਂ 51, 51 ਤੋਂ 101 ਇਹ ਸ਼ੋਅ ਆਫ ਕਰਕੇ ਵਧਦੇ ਗਏ। ਪਰ ਭੈਣ ਜੀ ਉਹ 21 ਤੋਂ 22 ਨਹੀਂ ਹੋਏ ਜੇ ਸ਼ੋਅ ਆਫ ਏਦਾਂ ਸੀ। ਮੈਂ 21 ਨਹੀਂ 22 ਕਰਨੇ ਆ। ਨਹੀਂ ਪਰ ਫਿਰ ਉਹੀ ਸੀ ਨਾ, ਸਾਰਿਆਂ ਨੂੰ ਵੀ ਇੱਕ ਤਾਂ ਰੱਖਣਾ ਹੀ ਹੈ, ਬਾਕੀ ਤੇ 20 ਮੋੜੋ ਜਾਂ 30 ਮੋੜੋ ਜਾਂ 50 ਮੋੜੋ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਗਗਨਦੀਪ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ ਤੇ ਮੁੜ ਕੇ ਫੇਰ ਮਿਊਟ ਹੋ ਗਏ। ਮੇਰੇ ਦਿਮਾਗ 'ਚ ਗੱਲ ਹੀ ਗਿਆਨੀ ਜੀ ਜੋ ਕਰ ਰਹੇ ਸੀ ਗੱਲ ਪੋਜ਼ਿਟਿਵ ਦੀ ਨੈਗੇਟਿਵ ਦੀ, ਹਾਂਜੀ ਉਹੀ ਗੱਲ ਮੈਂ ਕੱਲ ਕਰ ਰਿਹਾ ਸੀ। ਉਹ ਗੱਲ ਵਿਸ਼ਾ ਹੋਰ ਪਾਸੇ ਤੁਰ ਪਿਆ ਆਪਣਾ। ਕੋਈ ਨਹੀਂ ਜੀ, ਮੈਂ ਤੁਹਾਨੂੰ ਵੀਡੀਓ ਭੇਜੀ ਲਿੰਕ, ਤੁਸੀਂ ਪਤਾ ਨਹੀਂ ਸੁਣਿਆ ਜਾਂ ਨਹੀਂ। ਗਿਆਨੀ ਜੀ ਨੇ ਸੁਣਿਆ ਮੇਰੇ ਖਿਆਲ, ਉਹ ਦੱਸਣਗੇ ਤੁਹਾਨੂੰ। ਮੈਂ ਬੇਟੇ ਪਹਿਲਾਂ ਸੁਣਿਆ ਹੈ, ਉਹ ਬੀਕੇ ਸ਼ਿਵਾਨੀ ਨੂੰ ਸੁਣਿਆ। ਹਾਂਜੀ ਮਾੜਾ ਉਹਦੇ ਬਾਰੇ ਕਰ ਦਿਓ, ਐਕਸਪਲੇਨ ਕਰ ਦਿਓ ਮਾੜਾ। ਹਾਂਜੀ ਉਹੋ ਹੀ ਹੈ ਵੀ ਜਿਹੜੇ ਅਸੀਂ ਪੋਜ਼ਿਟਿਵ ਸੋਚਾਂਗੇ ਤੇ ਸਾਡੇ ਅੰਦਰ ਪੋਜ਼ਿਟਿਵ ਥਿੰਕਿੰਗ ਆਉਣਗੀਆਂ, ਜੇ ਅਸੀਂ ਨੈਗੇਟਿਵ ਸੋਚਾਂਗੇ ਤੇ ਸਾਡੇ ਅੰਦਰ ਨੈਗੇਟਿਵ ਵਿਚਾਰ ਆਉਣਗੇ। ਇਹਨੂੰ ਕਹਿੰਦੇ ਨੇ ਜੇ ਹਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ। ਜੇ ਪੋਜ਼ਿਟਿਵ ਸੋਚਦੇ ਆ ਤੇ ਪੋਜ਼ਿਟਿਵ ਆਏਗਾ, ਜੇ ਨੈਗੇਟਿਵ ਸੋਚਾਂਗੇ ਤੇ ਨੈਗੇਟਿਵ ਆਏਗਾ। ਇਹਨੂੰ ਕਹਿੰਦੇ ਨੇ ਜੈਸੀ ਇਨਪੁਟ ਵੈਸੀ ਆਊਟਪੁੱਟ, ਜਾਂ ਜੇ ਹੀ ਸੁਰਤ ਤੇ ਹੈ ਰਾਜਾ ਹੈ। ਇਸ ਲਈ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਧੰਨਵਾਦ ਜੀ। ਤੇ ਅਰਵਿੰਦਰ ਸਿੰਘ ਜੀ, ਤੁਸੀਂ ਵੀ ਅਨਮਿਊਟ ਹੋਏ ਸੀਗੇ, ਤੁਸੀਂ ਮੁੜ ਕੇ ਫਿਰ ਮਿਊਟ ਹੋ ਗਏ। ਜੇ ਤੁਸੀਂ ਗੱਲ ਕਰਨੀ ਤਾਂ ਕਰ ਲਓ। ਮੈਂ ਥੋੜਾ ਸਵਾਲ ਹੀ ਪੁੱਛਣਾ ਸੀ। ਜਿਹੜਾ ਨਿਹੰਗ ਦੀਆਂ ਕਾਫੀ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ, ਮੈਨੂੰ ਐਕਚੁਅਲੀ ਉਹਨਾਂ ਦੀ ਇੰਨਾ ਪਤਾ ਨਹੀਂ ਕਿ ਨੇੜੇ ਹੋ ਕੇ ਬੋਲ, ਥੋੜੀ ਆਵਾਜ਼ ਘੱਟ ਆ ਰਹੀ। ਇੱਕ ਜਿਹੜੀ ਨਾ ਨਿਹੰਗ ਜਿਹਨੂੰ ਕਹਿੰਦੇ ਆ ਜੀ, ਸਿਰਫ ਆਪਣੀ ਇਨਫੋਰਮੇਸ਼ਨ ਲਈ ਪੁੱਛਣਾ ਸੀਗਾ ਕਿ ਇਹ ਕੌਣ ਹੁੰਦੇ, ਇਹਨਾਂ ਦਾ ਕੀ ਪ੍ਰੋਫੈਸ਼ਨ ਹੁੰਦਾ। ਹਿਸਟਰੀ ਤਾਂ ਹੈ, ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਇਹ ਕੀ ਕਰਦੇ ਲੋਕੀ, ਜਿਹੜੇ ਕੌਣ ਹੈਗੇ ਨਿਹੰਗ? ਵੀਰ ਜੀ ਅਸਲ ਦੇ ਅੰਦਰ ਜਿਹੜੇ ਨਿਹੰਗ ਸਿੰਘ ਨੇ ਨਾ, ਇਹ ਗੁਰੂ ਸਾਹਿਬ ਦੇ ਟਾਈਮ ਜਿਹੜੀ ਗੁਰੂ ਦੀ ਫੌਜ ਸੀ ਨਾ, ਉਹ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਅੰਦਰ ਜਿਹੜੀ ਫੌਜੀ ਵਰਦੀ ਸੀ ਉਹ ਨਿਹੰਗ ਸਿੰਘਾਂ ਵਾਲੀ ਸੀ। ਅੱਛਾ, ਹਿਸਟਰੀ 'ਚ ਪਹਿਲਾਂ ਸੀ। ਹਾਂਜੀ ਅੱਛਾ ਜੀ, ਹਾਂਜੀ। ਅੱਛਾ, ਤੇ ਅੱਜ ਕੱਲ ਕੀ ਇਹਨਾਂ ਦਾ ਭਲਾ ਕੋਈ? ਕਿਉਂਕਿ ਜਿਸ ਤਰ੍ਹਾਂ ਨਾ ਜਿਵੇਂ ਹੁਣ ਦਸਤਾਰਾਂ ਸੀ ਸਿੰਘਾਂ ਦੀਆਂ, ਤੇ ਪੂਰੇ ਦਾ ਪੂਰਾ ਉਸ ਵਕਤ ਹੈਲਮਟ ਨਹੀਂ ਸੀ, ਤਾਂ ਹੈਲਮਟ ਵਾਲਾ ਕੰਮ ਕਰਦੇ ਸੀ, ਬਚਾਉਂਦੀਆਂ ਸੀ ਨਾ। ਜੇ ਸੰਜੋਗ ਪਾਈ ਹੁੰਦੀ ਸੀ ਜਾਂ ਬਾਹਾਂ ਤੇ, ਤਾਂ ਉਹ ਮਤਲਬ ਹਥਿਆਰਾਂ ਨੂੰ ਸਾਰਾ ਕੁਛ ਗੁਰੂ ਸਾਹਿਬ ਜੀ ਦੀ ਇੱਕ ਦਿੱਤੀ ਹੋਈ ਫੌਜੀ ਵਰਦੀ ਸੀ, ਜੋ ਮਤਲਬ ਸਾਨੂੰ ਮਿਲਦਾ ਲਿਖਤ ਵਿੱਚ ਉਹਦੇ ਮੁਤਾਬਕ। ਮੇਰਾ ਖਿਆਲ ਇਹਨਾਂ ਦਾ, ਜਿੱਦਾਂ ਰਵਿੰਦਰ ਸਿੰਘ ਦਾ, ਮੇਰਾ ਖਿਆਲ ਹੋਰ ਗਾਹਾਂ ਦਾ ਸਵਾਲ ਇਹ ਸੀਗਾ ਜੀ ਕਿ ਜਿੱਦਾਂ ਪਿਛਲਾ ਤਾਂ ਹੁਣ ਚੱਲ ਲੱਗ ਗਿਆ ਪਤਾ, ਜਿਹੜਾ ਅੱਜ ਦਾ ਰੋਲ ਹੈ ਇਹਨਾਂ ਦਾ ਨਿਹੰਗ ਸਿੰਘਾਂ ਦਾ, ਜੋ ਉਹਦਾ ਕੀ ਅੱਜ ਦਾ ਜਿਹੜਾ ਰੋਲ ਹੈ ਉਹਦੇ ਵਿੱਚ ਤਾਂ ਕਈ ਥਾਵਾਂ ਤੇ ਗੜਬੜ ਹੈ। ਅੱਜ ਜਿਹੜਾ ਨਾ ਹੁਣ ਉਹਦੇ ਬਾਰੇ ਤੇ ਤੁਸੀਂ ਸਮਝਦੇ ਹੋ, ਜਿਹੜਾ ਉਹ ਚੀਜ਼ ਵਾਸਤਵ ਦੇ ਵਿੱਚ ਸਾਰਿਆਂ ਦੇ ਵਿੱਚ ਨਹੀਂ ਰਹਿ ਗਈ। ਬਹੁਤੇ ਜਿਹੜੇ ਲੋਕ ਨੇ ਉਹ ਪਹਿਨਾਵੇ ਤੱਕ ਸੀਮਿਤ ਰਹਿ ਗਏ। ਅੱਜ ਦਾ ਜਿਹੜਾ ਵਿਗੜਿਆ ਹੋਇਆ ਰੂਪ ਹੋ ਸਕਦਾ ਉਹ ਇੱਕ ਅਲੱਗ ਟੌਪਿਕ ਹੈ, ਲੇਕਿਨ ਜਿਹੜਾ ਇਹਨਾਂ ਦਾ ਮੇਨ ਅਸਲੀਅਤ ਸੀ ਉਹ ਬਹੁਤ ਮਹਾਨ ਸੀ। ਗੁਰੂ ਦੀ ਫੌਜ ਦਾ ਜਿਹੜਾ ਸੀ ਬਾਣਾ ਸੀ, ਔਰ ਉੱਚੇ ਸੁੱਚੇ ਜੀਵਨ ਵਾਲੇ ਸਨ, ਔਰ ਇਹਨਾਂ ਨੇ ਮਤਲਬ ਜਿੰਨੇ ਵੀ ਆ ਇੰਡੀਆ ਦੀ ਗੁਲਾਮੀ ਹੈ ਉਹਨਾਂ ਚੀਜ਼ਾਂ ਨੂੰ ਇਹਨਾਂ ਨੇ ਕੱਟਿਆ ਹੈ। ਮਤਲਬ ਇਹ ਗੁਰੂ ਸਾਹਿਬ ਦੇ ਟਾਈਮ ਉਦੋਂ ਫੌਜ ਸੀ, ਔਰ ਅੱਗੋਂ ਜਿਹੜਾ ਰੂਪ ਹੈ ਜਿਵੇਂ ਸਾਡਾ ਵਿਗੜ ਗਿਆ ਹੋਵੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਆ ਗਈਆਂ। ਬਹੁਤ ਸਾਰੇ ਵੀਰ ਜਿਹੜੇ ਨੇ, ਸਾਰੇ ਤਾਂ ਨਹੀਂ ਲੇਕਿਨ ਬਹੁਤੇ, ਕਈ ਭੰਗ ਪੀਣ ਲੱਗ ਗਏ, ਨਸ਼ੇ ਕਰਨ ਲੱਗ ਗਏ, ਜਾਂ ਵਿਕਾਰ, ਉਹ ਇੱਕ ਵੱਖਰਾ ਟੌਪਿਕ। ਅੱਛਾ ਚਲੋ ਠੀਕ ਹੈ। ਉਹ ਥੋੜਾ ਲਾਰੂ ਬਿਰਤੀ ਵਾਲੇ ਵੀ ਆਪਾਂ ਕਿਸੇ ਨੇ ਦੇਖਿਆ ਵੀ ਸੀਗਾ, ਥੋੜੇ ਚਿਰ ਪਹਿਲਾਂ ਦੀ ਜਿਹੜੀ ਵੀਡੀਓ ਨਿਕਲੀ ਸੀ, ਨਿਹੰਗ ਸਿੰਘ ਨੇ ਕਿਤੇ ਪੁਲਿਸਮੈਨ ਦਾ ਗੁੱਟ ਵੱਢ ਦਿੱਤਾ ਸੀਗਾ, ਤੇ ਉਹਦੇ ਵਿੱਚ ਵੀ ਡੈਮੋਕ੍ਰੇਸੀ ਦੇ ਵਿੱਚ ਵੀ ਉਹਨਾਂ ਨੇ ਜਾਣੀ ਇਹ ਇਦਾਂ ਦੀ ਬਿਰਤੀ ਰੱਖੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਫੌਜ ਆ ਤੇ ਸਾਨੂੰ ਸਭ ਕੁਝ ਅਲਾਉਡ ਆ, ਜਾਂ ਇਦਾਂ ਦੀ ਬਿਰਤੀ ਆ। ਮਤਲਬ ਕਈ ਬੰਦਿਆਂ ਦੀ ਹੋ ਸਕਦੀ। ਉਹ ਅੱਜ ਦਾ ਜਿਹੜਾ ਹੋ ਸਕਦਾ ਗੜਬੜ ਜਿਹੜੀ, ਉਹ ਇੱਕ ਵੱਖਰਾ ਟੌਪਿਕ ਹੈ, ਲੇਕਿਨ ਉਦੋਂ ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਹੁਣ ਤਾਂ ਸਾਰੇ ਜਿਨ੍ਹਾਂ ਨੇ ਕੋਈ ਸਵਾਲ ਪੁੱਛਣੇ ਸੀਗੇ ਉਹਨਾਂ ਨੇ ਪੁੱਛ ਲਿਆ ਜੀ, ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ। ਅੱਜ ਜਿੰਨੇ ਵੀ ਜੁੜੇ ਆ ਉਹਨਾਂ ਦਾ ਹਾਰਦਿਕ ਤੌਰ ਤੇ। ਅਕਾਲੀ ਕੌਣ ਨੇ ਫਿਰ? ਇਹ ਵੀ ਅਕਾਲੀ ਦਾ ਮਤਲਬ ਹੁੰਦਾ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ। ਤੇ ਇਹ ਜਿਹੜਾ ਅਕਾਲੀ ਸ਼ਬਦ, ਜਿਵੇਂ ਅਕਾਲੀ ਦਲ ਜਾਂ ਅਕਾਲੀ ਸ਼੍ਰੋਮਣੀ ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ
ਇਹ 1920 ਦੇ ਵਿੱਚ ਆਇਆ ਹੈ, ਜਦੋਂ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਦਾ ਕਬਜ਼ਾ ਸੀ ਔਰ ਮਹੰਤ ਸ਼ਰਾਬਾਂ ਪੀਂਦੇ ਸੀ, ਆਉਣ ਜਾਣ ਵਾਲੀਆਂ ਔਰਤਾਂ ਦੇ ਨਾਲ ਛੇੜਖਾਨੀਆਂ ਕਰਨੀਆਂ। ਜਿਵੇਂ ਨਨਕਾਣਾ ਸਾਹਿਬ ਵੀ ਮਤਲਬ ਗੜਬੜ ਹੋਈ ਤੇ ਤਰਨਤਾਰਨ ਦੇ ਸਰੋਵਰ ਦੇ ਵਿੱਚ ਮਹੰਤਾਂ ਦੇ ਜਿਹੜੇ ਗੁੰਡੇ ਨੇ ਉਹ ਸ਼ਰਾਬਾਂ ਠੰਡੀਆਂ ਕਰ ਕਰਕੇ ਪੀਂਦੇ ਸੀ। ਫਿਰ ਕੌਮ ਨੇ ਜਦੋਂ ਸੋਚਿਆ ਵੀ ਅਸੀਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਈਏ, ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਕਮੇਟੀ ਬਣਾਈ ਗਈ ਤੇ ਉਸ ਕਮੇਟੀ ਦਾ ਨਾਮ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਸ਼੍ਰੋਮਣੀ ਕਮੇਟੀ ਵਾਲੇ ਜਦੋਂ ਕਿਸੇ ਗੁਰਦੁਆਰੇ ਵਿੱਚ ਗਏ ਤੇ ਅੱਗੋਂ ਨਿਹੰਗਾਂ ਦੇ ਜਿਹੜੇ ਆਪਣੇ ਨਿਹੰਗ ਕਹਿ ਗਿਆ ਜਿਹੜੇ ਮਹੰਤ ਸਨ, ਇਹਨਾਂ ਦੇ ਗੁੰਡਿਆਂ ਨੇ ਹਮਲੇ ਕੀਤੇ ਤੇ ਫਿਰ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਦਲ ਬਣਾਇਆ ਗਿਆ ਤੇ ਉਸ ਦਲ ਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ 1920-21 ਦੇ ਵਿੱਚ। ਤੇ ਇਹਦੇ ਵਿੱਚ ਭਰਤੀ ਉਹ ਲੋਕ ਕੀਤੇ ਗਏ ਜਿਹੜੇ ਕਿ ਸ਼ਹੀਦੀ ਵੀ ਪਾ ਜਾਣਗੇ, ਆਪਣਾ ਆਪਾ ਵਾਰਨਗੇ, ਲੇਕਿਨ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਗੇ। ਸ਼੍ਰੋਮਣੀ ਅਕਾਲੀ ਦਲ ਉਹਦਾ ਨਾਮ ਰੱਖਿਆ ਗਿਆ। ਤੇ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਕੰਮ ਕਰੇਗਾ। ਤੇ ਇਹ ਸਾਰੇ ਦੇ ਸਾਰੇ ਜਿਹੜੇ ਗੁਰਦੁਆਰੇ ਨੇ ਉਹ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਾਏ। 2021 ਦੇ ਵਿੱਚ ਚਾਬੀਆਂ ਇਹਨਾਂ ਨੂੰ ਮਿਲ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਦੇ ਵਿੱਚ ਲਿਆ ਔਰ ਫਿਰ ਸ਼੍ਰੋਮਣੀ ਕਮੇਟੀ ਨੇ ਇੱਕ ਧਰਮ ਪ੍ਰਚਾਰ ਕਮੇਟੀ ਬਣਾਈ ਤੇ ਧਰਮ ਪ੍ਰਚਾਰ ਕਮੇਟੀ ਦੇ ਅੰਦਰ ਇੱਕ ਰੋਹਰੀਤ ਸਬ ਕਮੇਟੀ ਬਣਾਏਗੀ ਜਿਹੜੀ ਰਹਿਤ ਮਰਿਆਦਾ ਬਾਰੇ ਮਤਲਬ ਵਿਚਾਰ ਕਰੇਗੀ, ਇੱਕ ਵੱਖਰੀ ਵਿਚਾਰ ਹੈਗੀ ਹੈ। ਤੇ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਜਿਹਨੇ ਗੁਰਦੁਆਰੇ ਸਾਹਿਬਾਨ ਨੂੰ ਆਜ਼ਾਦ ਕਰਾਉਣਾ ਸੀ, ਹੌਲੀ ਹੌਲੀ ਫਿਰ ਰਾਜਨੀਤੀ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਤਾ। ਉਹਨੇ ਚੱਲਣਾ ਸੀ ਸ਼੍ਰੋਮਣੀ ਕਮੇਟੀ ਦੇ ਅੰਡਰ, ਲੇਕਿਨ ਹੌਲੇ ਹੌਲੇ ਜਿਹੜੀ ਸੀ ਰਾਜਨੀਤੀ ਉਹ ਧਰਮ ਦੇ ਉੱਤੇ ਹਾਵੀ ਹੋ ਗਈ। ਅੱਜ ਜਿਹੜੀ ਇਹ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਹੋ ਗਈ। ਇਹ ਥੋੜੀਆਂ ਜੀਆਂ ਪ੍ਰੋਬਲਮਸ ਆ ਗਈਆਂ ਇੱਥੋਂ ਸ਼੍ਰੋਮਣੀ ਅਕਾਲੀ ਦਲ। ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਆਪਾਂ ਇੱਥੇ ਸਮਾਪਤੀ ਕਰਨ ਲੱਗੇ ਹਾਂ ਜੀ। ਕੱਲ ਨੂੰ ਮੁੜ ਕੇ ਫੇਰ ਆਵਾਂਗੇ 1 ਵਜੇ ਇੱਥੇ, ਤੇ ਉੱਤੇ ਆਪਾਂ ਇਜਾਜ਼ਤਾਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੀ।